ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਸਾਰੇ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਇੱਥੇ ਹਾਜ਼ਰ ਹੋਏ ਹੋ। ਸਾਡੇ ਆਉਣ ਦਾ ਮਕਸਦ ਡਾਕਟਰ ਜਗਤਾਰ ਸਿੰਘ ਜੀ ਨੇ ਤੁਹਾਨੂੰ ਦੱਸ ਦਿੱਤਾ ਹੈਗਾ। ਇੱਕ ਕਿਰਤੀ ਕਿਸਾਨ ਮਹਾਪੰਚਾਇਤ 28 ਮਾਰਚ ਨੂੰ ਦਿਨ ਐਤਵਾਰ ਲੁਧਿਆਣੇ ਦਾਣਾ ਮੰਡੀ ਜਲੰਧਰ ਬਾਈਪਾਸ ਹੋ ਰਹੀ ਹੈ, ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਕਿਰਤੀ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਗ ਲੈ ਰਹੇ ਆ। ਰਾਜੇਵਾਲ ਸਾਹਿਬ ਆ ਰਹੇ ਹੈਗੇ ਆ, ਹਰਮੀਤ ਸਿੰਘ ਜੀ ਆ ਰਹੇ ਕਾਦੀਆਂ, ਆਪਣਾ ਸੁਪਰੀਮ ਕੋਰਟ ਦੇ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਆ ਰਹੇ ਹੈ, ਔਰ ਆਪਣੇ ਮੁਕਤਸਰ ਦੀ ਲੜਕੀ ਜਿਹੜੀ ਆਪਣਾ ਇੱਕ ਦਲਿਤ ਵਰਗ ਦੇ ਵਿੱਚੋਂ ਜਿਹਨੂੰ ਕੈਦ ਕਰ ਲਿਆ ਗਿਆ ਸੀਗਾ ਹਰਿਆਣਾ ਪੁਲਿਸ ਨੇ, ਨਵਦੀਪ, ਉਹ ਵੀ ਆ ਰਹੀ ਹੈ। ਹੋਰ ਬਹੁਤ ਸਾਰੀਆਂ ਹਸਤੀਆਂ, ਕਈ ਫਿਲਮੀ ਹਸਤੀਆਂ ਉਹ ਵੀ ਆਪਣਾ ਉਸ ਮਹਾਪੰਚਾਇਤ ਦੇ ਵਿੱਚ ਸ਼ਿਰਕਤ ਕਰਨਗੀਆਂ। ਇਸ ਮਹਾਪੰਚਾਇਤ ਦਾ ਜਿਹੜਾ ਮਕਸਦ ਹੈ ਉਹ ਆਪਣਾ ਜਿੱਥੇ ਕਿਸਾਨ ਵੀਰਾਂ ਦਾ ਸਾਥ ਦੇਣਾ ਆ, ਉਹਦੇ ਨਾਲ ਨਾਲ ਆਪਾਂ ਕਿਰਤੀ ਤੇ ਮਜ਼ਦੂਰ ਦੀ ਵੀ ਗੱਲ ਕਰਨੀ ਹੈ। ਬਹੁਤ ਸਾਰੇ ਇਹ ਜਿਹੜੇ ਪਹਿਲੂ ਹੈ ਇਹ ਅਜੇ ਕਿਸਾਨ ਦੇ ਅੰਦੋਲਨ ਬਾਰੇ ਤਾਂ ਆਪਾਂ ਨੂੰ ਪਤਾ ਆ ਕਿ 3 ਕਾਨੂੰਨ ਕਾਲੇ ਕਾਨੂੰਨ ਸਰਕਾਰ ਲੈ ਕੇ ਆਈ ਹੈ। ਸਰਕਾਰ ਜਿਹੜਾ ਜ਼ਮੀਂਦਾਰ ਹੈ, ਜਿਹੜਾ ਕਿਸਾਨ ਹੈ, ਜਿਹਨੂੰ ਆਪਾਂ ਇਹ ਸਮਝਦੇ ਹਾਂ ਕਿ ਜੱਟ ਹੈ, ਸੈਣੀ ਹੈ, ਕੰਬੋ ਹੈ, ਜਿਹੜਾ ਵੀ ਜਿਹਦੇ ਕੋਲ ਜ਼ਮੀਨ ਹੈ ਉਹਨੂੰ ਆਪਾਂ ਕਿਸਾਨ ਸਮਝਦੇ ਹਾਂ। ਲੇਕਿਨ ਕਿਸਾਨ ਉਹ ਵੀ ਹੈ ਜਿਹੜਾ ਲੈਂਡਲੈਸ ਹੈ, ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ, ਭਾਵੇਂ ਉਹ ਸੀਰੀ ਹੈ, ਭਾਵੇਂ ਉਹ ਲੇਬਰ ਕਰਦਾ ਹੈ, ਭਾਵੇਂ ਉਹ ਗਾਂ ਮੱਝ ਪਾਲਦਾ ਹੈ, ਜੋ ਜ਼ਮੀਨ ਨਾਲ ਜੁੜਿਆ ਹੈ ਉਹ ਸਭ ਕਿਸਾਨ ਹੈ। ਲੇਕਿਨ ਕਿਸਾਨੀ ਦੇ ਕਾਨੂੰਨਾਂ ਤੋਂ ਇਲਾਵਾ ਜਿਹੜੇ ਲੇਬਰ ਸੰਬੰਧੀ ਕਾਨੂੰਨ ਸਰਕਾਰ ਨੇ ਪਾਸ ਕੀਤੇ ਆ ਉਹ ਕਿਸਾਨੀ ਦੇ ਕਾਨੂੰਨ ਤੋਂ ਵੀ ਜ਼ਿਆਦਾ ਮਾੜੇ ਆ। ਮੈਂ ਬਰੀਫਲੀ ਤੁਹਾਨੂੰ ਦੱਸਦਾ ਕਿਉਂਕਿ ਮੀਡੀਆ ਦੇ ਵਿੱਚ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ। ਪਹਿਲਾਂ ਇੱਕ ਮਿਨੀਮਮ ਵੇਜਸ ਐਕਟ ਸੀਗਾ। ਮਿਨੀਮਮ ਵੇਜਸ ਐਕਟ ਘੱਟੋ ਘੱਟ ਤਨਖਾਹ ਦੇਣ ਦਾ ਇੱਕ ਕਾਨੂੰਨ ਸੀਗਾ, ਜਿਹਦੇ ਵਿੱਚ ਮੰਨ ਲਓ ਡਰਾਈਵਰ ਹੈ, ਉਹਨੂੰ 15,000 18,000 ਸੈਲਰੀ ਮਿਲਣੀ ਹੈ ਮਹੀਨੇ ਦੀ। ਉਹ ਐਕਟ ਖਤਮ ਕਰਤਾ ਗਿਆ। ਕੋਈ ਕਲਰਕ ਹੈ, ਕੋਈ ਪੀਐਨ ਹੈ, ਕੋਈ ਲੇਬਰ ਦਾ ਬੰਦਾ ਆ, ਉਹਨਾਂ ਨੂੰ ਘੱਟੋ ਘੱਟ ਤਨਖਾਹ ਦਾ ਇੱਕ ਐਕਟ ਸੀਗਾ, ਉਹ ਖਤਮ ਕਰਕੇ ਹੁਣ ਕਰ ਦਿੱਤਾ ਕਿ ਘੰਟਿਆਂ ਸੰਬੰਧੀ ਤਨਖਾਹ ਮਿਲੇਗੀ। ਤੇ ਜਿਹੜੀ ਹਫ਼ਤਾਵਾਰ ਛੁੱਟੀ ਸੀ ਉਹ ਵੀ ਖਤਮ ਕਰਤੀ ਗਈ ਹੈ। ਜੇ ਆਪਾਂ ਨੌਕਰੀ ਕਰਾਉਂਦੇ ਹਾਂ, ਫੈਕਟਰੀ ਜਾਂਦੇ ਹਾਂ, ਤਾਂ ਹਫ਼ਤੇ 'ਚ ਇੱਕ ਛੁੱਟੀ ਮਿਲਦੀ ਹੈ। ਉਹ ਕਹਿੰਦੇ ਸਭ ਖਤਮ, ਹੁਣ ਜਿੰਨੇ ਘੰਟੇ ਕੰਮ ਕਰੋਗੇ ਉਹਦੇ ਘੰਟਿਆਂ ਦੇ ਹਿਸਾਬ ਨਾਲ ਤੁਹਾਨੂੰ ਲੇਬਰ ਮਿਲੇਗੀ। ਇੱਕ ਤਾਂ ਇਹ। ਦੂਸਰਾ ਸੀਗਾ ਕਿ ਜਿਹੜੇ ਵੱਡੇ ਵੱਡੇ ਸ਼ਹਿਰ ਹੈ, ਫੈਕਟਰੀਆਂ ਆ, ਉਹਦੇ ਵਿੱਚ 24 ਘੰਟੇ ਲਗਾਤਾਰ ਸ਼ਿਫਟਾਂ ਚੱਲਦੀਆਂ ਹੈਗੀਆਂ। ਰਾਤ ਦੀ ਸ਼ਿਫਟ ਤੇ ਔਰਤਾਂ ਦੀ ਮਨਾਹੀ ਸੀਗੀ ਕਾਨੂੰਨਨ ਕਿ ਜਿਹੜੀ ਰਾਤ ਦੀ ਸ਼ਿਫਟ ਹੈ ਉੱਥੇ ਔਰਤ ਕੰਮ ਨਹੀਂ ਕਰੇਗੀ। ਸਰਕਾਰ ਨੇ ਉਹ ਕਾਨੂੰਨ ਰੱਦ ਕਰਤਾ ਕਿ ਹੁਣ ਜੇ ਔਰਤਾਂ ਨੂੰ ਵੀ ਰਾਤ ਨੂੰ ਸ਼ਿਫਟ ਲਵਾਉਣੀ ਹੈ ਉਹ ਵੀ ਲਾਣਗੀਆਂ। ਉਹ ਕਾਨੂੰਨ ਖਤਮ ਕਰਤਾ। ਤੀਜਾ ਸੀਗਾ ਕਿ ਵੀ ਸਟਰਾਈਕ ਕਰ ਸਕਦੇ ਆ ਤੁਸੀਂ, ਜੇ ਤੁਹਾਨੂੰ ਆਪਣਾ ਲੇਬਰ ਦੇ ਸੰਬੰਧੀ ਲੇਬਰ ਨੂੰ ਇਹ ਲੱਗਦਾ ਹੈਗਾ ਕਿ ਸਾਡੇ ਬਹੁਤ ਸਾਰਾ ਜਿਹੜਾ ਸਾਡੀ ਤਨਖਾਹ ਠੀਕ ਨਹੀਂ ਹੈ, ਸਾਨੂੰ ਪੇਮੈਂਟ ਨਹੀਂ ਮਿਲ ਰਹੀ ਕਿਸੇ ਵੀ ਵਜ੍ਹਾ ਕਰਕੇ, ਤਾਂ ਤੁਸੀਂ ਸਟਰਾਈਕ ਕਰ ਸਕਦੇ ਆ ਤੇ 14 ਦਿਨ ਦਾ ਨੋਟਿਸ ਦੇ ਕੇ ਹੜਤਾਲ ਕਰ ਸਕਦੇ ਸੀਗੇ। ਲੇਕਿਨ ਹੁਣ ਉਹ ਜਿਹੜੇ ਦਿਨ ਆ ਉਹ 60 ਕਰ ਦਿੱਤੇ ਗਏ ਆ। 14 ਦਿਨਾਂ ਦੀ ਬਜਾਏ 60 ਦਿਨ ਕਰਦੇ 2 ਮਹੀਨੇ, ਯਾਨੀ 2 ਮਹੀਨਿਆਂ ਦੇ ਵਿੱਚ ਤੁਸੀਂ ਨੋਟਿਸ ਦਿਓਗੇ ਤਾਂ ਆਪਾਂ ਸਮਝਦੇ ਹਾਂ ਕਿ ਜਿਹੜਾ ਫੈਕਟਰੀ ਮਾਲਕ ਹੈ, ਇੰਡਸਟਰੀ ਦਾ ਮਾਲਕ ਹੈ, ਉਹ ਤੁਹਾਨੂੰ ਤੋੜ ਲਏਗਾ, ਸਟ੍ਰਾਈਕ ਹੋਣ ਹੀ ਨਹੀਂ ਦੇਗਾ। ਪਹਿਲਾਂ 100 ਬੰਦਾ ਇਕੱਠਾ ਹੋ ਕੇ ਯੂਨੀਅਨ ਬਣਾ ਸਕਦਾ ਸੀਗਾ, ਹੁਣ ਉਹਨੂੰ ਕਾਨੂੰਨ ਨੂੰ ਇਹ ਕਰ ਦਿੱਤਾ ਹੈਗਾ ਕਿ ਜੇ 51% ਲੋਕੀ, ਜੇ ਮੰਨ ਲਓ ਜਿੱਦਾਂ ਰੇਲਵੇ ਵਰਗਾ ਅਦਾਰਾ ਲੱਖਾਂ ਲੋਕੀ ਆ ਉਹਦੇ ਵਿੱਚ ਕੰਮ ਕਰਦੇ, ਜੇ 51% ਲੋਕੀ ਇਕੱਠੇ ਹੋ ਜਾਣਗੇ ਆਸ਼ੀਸ਼ ਗੁਪਤਾ ਤਾਂ ਤੁਸੀਂ ਬਣਾ ਸਕਦੇ ਆ। ਗੁਪਤਾ ਕੀ ਆ ਹਰ ਕਾਨੂੰਨ ਜਿਹੜਾ ਆ ਉਹ ਇੰਡਸਟਰੀ ਮਾਲਕ ਦੇ, ਫੈਕਟਰੀ ਮਾਲਕ ਦੇ ਫੇਵਰ ਵਾਸਤੇ ਬਣਾ ਦਿੱਤਾ ਗਿਆ, ਅਮੈਂਡ ਕਰ ਦਿੱਤਾ ਗਿਆ। ਹੋਰ ਤਾਂ ਹੋਰ ਕਿ ਜੇ ਮੰਨ ਲਓ ਕਿਸੇ ਨੂੰ ਆਪਣੀ ਤਨਖਾਹ ਨਹੀਂ ਮਿਲੀ, ਜੇ ਕਿਸੇ ਦਾ ਬਾਈ ਚਾਂਸ ਬਦਕਿਸਮਤੀ ਨਾਲ ਐਕਸੀਡੈਂਟ ਹੋ ਗਿਆ, ਉਹਨੂੰ ਜਿਹੜੇ ਪੈਸੇ ਮਿਲਨੇ ਸੀਗੇ, ਜੇ ਮਾਲਕ ਨਹੀਂ ਸੀ ਪੈਸੇ ਦਿੰਦਾ ਤਾਂ ਉਹ ਅਦਾਲਤ ਜਾ ਸਕਦਾ ਸੀਗਾ। ਲੇਬਰ ਕੋਰਟਸ ਬਣੀਆਂ ਹੋਈਆਂ ਹਰੇਕ ਜ਼ਿਲ੍ਹੇ ਦੇ ਵਿੱਚ, ਉਹ ਲੇਬਰ ਕੋਰਟਸ ਖਤਮ ਹੋ ਗਈਆਂ। ਲੇਬਰ ਕੋਰਟਸ ਹੁਣ ਨਹੀਂ ਰਹਿਣਗੀਆਂ, ਤੁਸੀਂ ਕੋਈ ਅਪੀਲ ਦਲੀਲ ਨਹੀਂ ਰਹੇਗੀ। ਹਾਂ, ਜੇ ਤੁਸੀਂ ਆਪਣਾ ਇੱਕ ਤੁਹਾਨੂੰ ਕੋਈ ਤਕਲੀਫ ਹੈ ਤਾਂ ਇੱਕ ਅੰਪਲਾਇਰਸ ਕੌਂਸਲ ਬਣੇਗੀ।
ਅੰਪਲਾਇਰਸ ਕੌਂਸਲ ਕਿਹਦੀ ਹੈ? ਜਿਹੜੇ ਫੈਕਟਰੀ ਮਾਲਕ ਹੈ, ਜਿਹੜੇ ਤੁਹਾਨੂੰ ਇੰਪਲਾਇਮੈਂਟ ਦਿੰਦੇ, ਉਹਨਾਂ ਦੀ ਕੌਂਸਲ ਬਣੇਗੀ। ਤੁਸੀਂ ਉਹਦੇ ਕੋਲ ਆਪਣੀ ਸ਼ਿਕਾਇਤ ਕਰ ਸਕਦੇ ਹੋ। ਹੁਣ ਤੁਸੀਂ ਇੱਕ ਬੱਕਰੀ ਦਾ ਬੱਚਾ ਆ, ਇੱਕ ਹਿਰਨ ਹੈ, ਉਹ ਜੰਗਲ ਦੇ ਵਿੱਚ ਸ਼ੇਰ ਕੋਲ ਸ਼ਿਕਾਇਤ ਲੈ ਕੇ ਜਾਏਗਾ ਕਿ ਜਨਾਬ ਮੈਨੂੰ ਇਹਨੇ ਕੁੱਟਿਆ, ਮੈਨੂੰ ਇਹਨੇ ਮਾਰਿਆ। ਕਹਿਣ ਤੋਂ ਭਾਵ ਇਹ ਹੈ ਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਕਰ ਰਿਹਾ, ਇਹਦੇ ਬਾਰੇ ਤਾਂ ਅੱਜ ਦੁਨੀਆ ਜਾਣ ਗਈ ਹੈ। ਲੇਕਿਨ ਲੇਬਰ ਜਿਹੜੀ ਹੈ, ਉਹਨਾਂ ਨੂੰ ਤਾਂ 2 ਵਕਤ ਦੀ ਰੋਟੀ ਦਾ ਸੰਦੇ ਪੈ ਰਹਿੰਦੇ ਆ। ਉਹ ਆਰਗੇਨਾਈਜ਼ ਨਹੀਂ ਹੈ, ਉਹ ਆਪਸ ਵਿੱਚ ਹੀ ਇਕਜੁੱਟ ਨਹੀਂ ਹੈ, ਉਹਨਾਂ ਦੀ ਕੋਈ ਯੂਨੀਅਨ ਸਟਰੋਂਗ ਨਹੀਂ ਹੈ, ਉਹਨਾਂ ਦੀ ਗੱਲ ਹੀ ਨਹੀਂ ਹੋ ਰਹੀ, ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਅਸੀਂ ਜਿਹੜੀ 28 ਤਰੀਕ ਨੂੰ ਮਹਾ ਪੰਚਾਇਤ ਰੱਖੀ ਹੈ, ਉਹਦੇ ਵਿੱਚ ਕਿਸਾਨਾਂ ਦੇ ਨਾਲ ਅਸੀਂ ਲੇਬਰ ਤੇ ਕਿਰਤੀ ਦੀ ਵੀ ਗੱਲ ਕਰਨੀ ਹੈ, ਕਾਨੂੰਨਾਂ ਬਾਰੇ ਦੱਸਣਾ ਹੈ। ਸੁਪਰੀਮ ਕੋਰਟ ਦੇ ਵਕੀਲ ਜਿਹੜੇ ਆ, ਉਹ ਲੋਕਾਂ ਨੂੰ ਆ ਕੇ ਇਹਨਾਂ ਬਾਰੇ ਦੱਸਣਗੇ ਕਿ ਇਹ ਕਿਹੜੇ ਕਾਲੇ ਕਾਨੂੰਨ ਹੈ ਕਿਸਾਨਾਂ ਦੇ ਤੇ ਕਿਹੜੇ ਕਾਲੇ ਕਾਨੂੰਨ ਹੈ ਲੇਬਰ ਦੇ ਤੇ ਕਿਰਤੀਆਂ ਦੇ, ਜਿਹੜੇ ਸਰਕਾਰ ਇਹਨਾਂ ਦੇ ਖਿਲਾਫ ਲੈ ਕੇ ਆਈ ਹੈ। ਹੁਣ ਇਹ ਤੁਸੀਂ ਪੁੱਛੋਗੇ ਕਿ ਜੇ ਸਰਕਾਰ ਕੀ ਅਸੀਂ ਸਰਕਾਰ ਨੂੰ ਚੁਣਿਆ ਤੇ ਸਾਡੇ ਖਿਲਾਫ ਹੀ ਸਰਕਾਰ ਕਾਨੂੰਨ ਕਿਉਂ ਲੈ ਕੇ ਆ ਰਹੀ ਹੈ? ਸਾਡੇ ਪਬਲਿਕ ਦੇ ਖਿਲਾਫ ਹੀ ਕਾਨੂੰਨ ਕਿਉਂ ਲੈ ਕੇ ਆ ਰਹੀ ਹੈ ਸਰਕਾਰ? ਤਾਂ ਸਾਥੀਓ, ਤੁਹਾਨੂੰ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅति ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਗੁਰੂ ਨਾਨਕ ਦੇਵ ਜੀ ਨੇ ਤਾਂ ਛੋਟੇ ਤੋਂ ਛੋਟੇ, ਗਰੀਬ ਤੋਂ ਗਰੀਬ, ਛੋਟੀ ਜਾਤ ਦੇ ਬੰਦੇ ਦਾ ਸਾਥ ਦੇਣ ਦੀ ਗੱਲ ਕਹੀ ਸੀਗੀ। ਲੇਕਿਨ ਇਹ ਸਰਕਾਰ ਅਮੀਰਾਂ ਦੀ ਸਰਕਾਰ ਹੈ। ਕਿਉਂ ਅਮੀਰਾਂ ਦੀ ਸਰਕਾਰ ਹੈ? ਕਿਉਂਕਿ ਉੱਥੋਂ ਪੈਸਾ ਮਿਲਦਾ ਹੈ। ਉਹਨਾਂ ਨੂੰ ਆਪਣੀਆਂ ਸਾਰੀਆਂ ਜਿਹੜੀਆਂ ਵੱਡੀਆਂ ਚੀਜ਼ਾਂ ਆ ਸਾਡੇ ਮੁਲਕ ਦੀਆਂ ਪਿਛਲੇ 70 ਸਾਲ ਦੇ ਵਿੱਚ ਬੜੀ ਮਿਹਨਤ ਨਾਲ ਬਣਾਈਆਂ ਸੀਗੀਆਂ, ਉਹ ਭਾਵੇਂ ਰੇਲਵੇ ਆ, ਉਹ ਭਾਵੇਂ ਸਾਡੀਆਂ 에ਅਰਪੋਰਟਸ ਹੈ, ਉਹ ਭਾਵੇਂ ਸਾਡੇ ਹੋਰ ਬਹੁਤ ਸਾਰੇ ਅਦਾਰੇ ਆ, LIC ਆ, ਜਿਨ੍ਹਾਂ ਦੇ ਵਿੱਚੋਂ ਹਜ਼ਾਰਾਂ ਲੱਖਾਂ ਕਰੋੜਾਂ ਦੀ ਇਨਕਮ ਸੀ ਸਰਕਾਰ ਨੂੰ, ਉਹ ਜਿਹੜੇ ਅਦਾਰੇ ਆ ਉਹ ਇਹਨਾਂ ਨੂੰ ਵੇਚੇ ਜਾ ਰਹੇ ਆ। ਅਡਾਨੀ ਦਾ ਤੁਸੀਂ ਕੱਲ੍ਹ ਦੀਆਂ ਅਖਬਾਰਾਂ ਕੱਢ ਕੇ ਦੇਖ ਲਿਓ, ਸਾਰੀ ਦੁਨੀਆ ਦੇ ਅਮੀਰਾਂ ਦੇ ਵਿੱਚੋਂ ਉਹਦੀ ਜਿਹੜੀ ਇਨਕਮ ਹੈ ਉਹ ਸਭ ਤੋਂ ਵੱਧ ਵਧੀ ਹੈ। ਪੂਰੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਇਨਕਮ ਕਿਸੇ ਦੀ ਵਧੀ ਆ, ਉਹ ਸਭ ਤੋਂ ਵੱਧ ਸਾਡੇ ਜਿਹੜਾ ਗੁਜਰਾਤ ਦਾ ਇੱਕ ਅਡਾਨੀ ਹੈ, ਗੌਤਮ ਅਡਾਨੀ, ਉਹਦੀ ਵਧੀ ਹੈ। ਇਹ ਅਡਾਨੀ ਉਹ ਹੈ, ਅੱਜ ਬਾਈ ਚਾਂਸ ਪਤਾ ਨਹੀਂ ਕਿਉਂ ਅਮਰਜੀਤ ਸਿੰਘ ਘੱਗਾ ਜੀ ਨੇ ਆਉਣਾ ਸੀਗਾ, ਇੱਥੋਂ ਤੁਹਾਡੇ ਘੱਗਾ ਪਿੰਡ ਦੇ ਰਹਿਣ ਵਾਲੇ ਆ। ਇਹ ਗੁਜਰਾਤ ਦੇ ਵਿੱਚ IAS ਆਫੀਸਰ ਜਿਵੇਂ ਸਾਡੇ ਜਗਤਾਰ ਸਿੰਘ ਜੀ, ਉੱਥੇ ਪੋਸਟਿੰਗ ਰਹੀ ਉਹਨਾਂ ਦੀ, ਔਰ ਉੱਥੇ ਉਹਨਾਂ ਨੇ ਦੱਸਿਆ ਕਿ 20 ਸਾਲ ਪਹਿਲਾਂ ਜਿਹੜਾ ਅਡਾਨੀ ਆ, ਇਹ ਟੈਂਟ ਲਾਉਂਦਾ ਹੁੰਦਾ ਸੀ, ਟੈਂਟ ਦਾ ਬਿਜ਼ਨਸ ਸੀ ਇਹਦਾ ਆਪਣਾ ਸੂਰਤ ਸ਼ਹਿਰ ਦੇ ਵਿੱਚ। ਲੇਕਿਨ ਅੱਜ ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਦੀ ਬਦੌਲਤ ਇਹੋ ਜਿਹੀ ਦੋਸਤੀ ਪਾ ਲਈ ਹੈ ਕਿ ਉਹ ਦੁਨੀਆ ਦੇ ਅਮੀਰ ਬੰਦਿਆਂ ਦੇ ਵਿੱਚੋਂ ਆ ਗਿਆ ਹੈਗਾ, ਅਮੀਰਾਂ ਤੋਂ ਅਮੀਰਾਂ ਦੇ ਵਿੱਚ ਆ ਗਿਆ ਹੈਗਾ। ਸੋ ਇਹ ਉਹਨਾਂ ਤੋਂ ਪੈਸੇ ਲੈਂਦੇ ਹੈ। ਜੇ ਉਹਨਾਂ ਤੋਂ 1 ਕਰੋੜ ਰੁਪਈਆ ਲਿਆ ਤੇ 100 ਕਰੋੜ ਰੁਪਏ ਦੀ ਮਦਦ ਕਰਦੇ ਹੈ, 1000 ਕਰੋੜ ਰੁਪਏ ਦੀ ਮਦਦ ਕਰਦੇ ਹੈ। ਉਹਨਾਂ ਨੂੰ ਆਪਣੇ ਕੋਇਲੇ ਦੀਆਂ ਖਾਣਾ ਦੇ ਰਹੇ ਆ, ਉਹਨਾਂ ਨੂੰ ਤੇਲਾਂ ਦੇ ਖੂਹ ਦੇ ਰਹੇ ਆ। ਲੇਕਿਨ ਇਹ ਜਿਹੜੇ ਤੇਲ ਆ, ਇਹ ਜਿਹੜੇ ਕੋਇਲੇ ਦੇ ਬਿਜ਼ਨਸ ਹੈ, ਇਹ ਆਉਣ ਵਾਲੇ, ਕਿਉਂਕਿ ਜ਼ਮੀਨ ਚੋਂ ਨਿਕਲਦੇ ਆ, ਇੱਕ ਦਿਨ ਇਹ ਖਤਮ ਹੋ ਜਾਣੇ ਆ, ਤਾਂ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹੋ ਜਿਹਾ ਪ੍ਰਬੰਧ ਕਰ ਰਹੇ ਆ ਕਿ ਆਪਣਾ ਉਹਨਾਂ ਦਾ ਤਾਂ ਜ਼ਿੰਦਗੀ, ਅਨਾਜ ਤਾਂ ਤੁਸੀਂ ਜਿੰਨਾ ਚਿਰ ਆਪਾਂ ਇਨਸਾਨ ਜਿੰਦਾ ਇਸ ਧਰਤੀ ਤੇ, ਅਨਾਜ ਤਾਂ ਖਾਣਾ ਹੀ ਖਾਣਾ ਹੈ। ਸੋ ਅਨਾਜ ਦਾ ਬਿਜ਼ਨਸ ਉਹਨਾਂ ਨੂੰ ਸੌਂਪ ਰਿਹਾ ਕਿ ਤੁਸੀਂ ਆਪਣੇ ਸੀਲੋਜ਼ ਬਣਾਓ। ਤੁਸੀਂ ਦੇਖੇ ਹੋਣੇ ਇੱਥੇ, ਕਿਸੇ ਨੇ ਤੁਹਾਡੇ ਤੋਂ ਦੇਖਿਆ ਸੀਲੋ ਬਣੇ ਹੋਏ? ਮੋਗੇ, ਕੋਟਕਪੂਰੇ, ਮਾਨਸਾ ਸਾਈਡ ਦੇ ਦੇਖੇ ਆ। ਉਹ ਸੀਲੋ ਦੇ ਵਿੱਚ ਲੱਖਾਂ ਟਨ ਤੁਹਾਡੀਆਂ ਜਿੰਨੀਆਂ ਮੰਡੀਆਂ ਸਾਰੀਆਂ ਉਹਦੇ ਵਿੱਚ ਖਪਤ ਹੋ ਜਾਣਗੀਆਂ। ਉਹਨਾਂ ਦੀ ਇੰਨਾ ਢਿੱਡ ਵੱਡਾ ਬਣਾਤਾ ਕਿ ਉਹ ਭਰਨੇ ਨਹੀਂ ਹੈ। ਲੱਖਾਂ ਟਨ ਅਨਾਜ ਉਹਦੇ ਵਿੱਚ ਆਪਣਾ ਸਵਾ ਜਾਂਦਾ ਆ, ਔਰ ਜਦੋਂ ਉਹਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਅਨਾਜ ਬਚਣਾ ਨਹੀਂ ਹੈ। ਤੇ ਜਦੋਂ ਫਿਰ ਉਹ ਜੋ ਮੂੰਹ ਮੰਗਿਆ ਆਪਣਾ ਕੀਮਤ ਹੈ ਉਹ ਤੁਹਾਡੇ ਕੋਲੋਂ ਹੀ ਵਸੂਲ ਕਰਨਗੇ। ਹੁਣ ਤੁਸੀਂ ਜਦੋਂ ਜਿਹੜਾ ਤਾਂ ਜ਼ਿਮੀਦਾਰ ਹੈ ਖੇਤੀ ਕਰ ਰਿਹਾ, ਉਹ ਤਾਂ ਆਪਣੇ ਵਾਸਤੇ 4 ਬੋਰੀਆਂ ਅਨਾਜ ਦੀਆਂ ਰੱਖ ਲੂਗਾ। ਲੇਕਿਨ ਜਿਹੜਾ 100 ਦੇ ਵਿੱਚੋਂ ਬਾਕੀ 80 ਲੋਕ ਹੈ ਜਿਹੜੇ ਜ਼ਮੀਨ ਤੇ ਸਿੱਧੀ ਖੇਤੀ ਨਹੀਂ ਕਰਦੇ, ਜਾਂ ਜਿਨ੍ਹਾਂ ਦੇ ਕੋਲ ਕਣਕ ਜਾਂ ਚਾਵਲ ਨਹੀਂ ਹੈਗਾ, ਉਹ ਕਿੱਥੋਂ ਲੈ ਕੇ ਆਣਗੇ? ਉਹਨਾਂ ਨੇ ਤਾਂ ਮਾਰਕੀਟ ਚੋਂ ਲੈਣੇ ਆ। ਮਾਰਕੀਟ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਕਿ ਹਰ ਚੀਜ਼ ਵੱਡੇ ਸਟੋਰਾਂ ਤੋਂ ਮਿਲੇਗੀ। ਜੇ ਤੁਸੀਂ ਮੋਹਾਲੀ, ਚੰਡੀਗੜ੍ਹ ਵਰਗੇ ਸ਼ਹਿਰ ਗਏ ਹੋਵੋਗੇ ਤਾਂ ਉਹਨਾਂ ਦੇ ਵਿੱਚ ਰਿਲਾਇੰਸ ਦੇ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਆਪਣਾ ਇਹੋ ਜਿਹੇ ਵੱਡੇ ਸਟੋਰ ਹੈ ਜਿੱਥੋਂ ਹਰ ਚੀਜ਼ ਮਿਲਦੀ ਹੈ। ਉਹਦੇ ਵਿੱਚ ਸਬਜ਼ੀ ਕੀ, ਫਲ ਕੀ, ਕੱਪੜਾ ਕੀ,
हर चीज़ दुनिया की उन्होंने मालों के विचों मिलती है। उत्ते सेब के उत्ते भी स्टिकर लगे हुए हैं तो आने वाले समय के उत्ते आलू के भी स्टिकर लगे मिलेगा, प्याज के भी मिलेगा, बैंगन के भी मिलेगा, गोभी के फुल से भी मिलेगा। कहने तो भाव यह है कि जी अज 5 रुपए किलो गोभी है वो तुहानू मॉल के विच जाके 100 रुपए किलो मिलेगी। आलू भी एक एक पीस करके तुहानू अपना 10 रुपए का, 15 रुपए का, 20 रुपए का आलू मिलेगा। तो तुसी अपना चाह के भी रोटी अपना गुजारा नहीं कर पाओगे। अज जे तुहाडा 100 रुपए के विच रसोई का खर्चा चल जाता एक दिन का, तुसी 500 रुपए के विच भी नहीं चला पाओगे। इस करके मैं दस रहा कि हर कंज्यूमर जिहड़ा भी आपां रोटी खाने आपां कंज्यूमर है। ਆਪਾਂ ਜਿਹੜੀ भी समान ਭਾਵੇਂ ਆਪਾਂ रोटी बनाने वास्ते, सब्जी बनाने वास्ते कोई तेल लेके आने, भावें ਆਪਾਂ कोई होर ਆਪਾਂ हल्दी मिर्च जो भी चीज़ लेके आने जो घर ਦੇ ਵਿੱਚ नहीं मिल सकती वो ਆਪਾਂ लेके आने बाजारों, वो हर चीज़ ਤੁਹਾਨੂੰ बहुत महंगे रेटा ਤੇ मिलेगी। और वो देगा कौन? ये लोग देंगे अडानी अंबानी। क्यों देंगे? क्योंकि इन्हों को पैसा है, ये स्टोर बना सकते हैं। ये ਤੁਹਾਡਾ जिन्ना करियाने वाला छोटे तो छोटा दुकानदार है ये खत्म हो जाएगा। जिहड़ा जिमीदार है वो अपना खत्म हो जाएगा। वो इस तरह खत्म होएगा कि तुसी कहोगे कि जी कानून दे विच तां ये नहीं हैगा कि आपां जमीन खोलेगी सरकार जां अडानी खोलेगा, नहीं हैगा। लेकिन तुसी करोगे क्या? अज जे तुहानू मान लो कोई कणक दा भाव 100 रुपये क्विंटल मिल रहा तां वो की करेगा? जिहड़े इहदे उत्ते 4% मार्केट फीस लगती है। मार्केट फीस सरकार लेंदी है, तुसी मंडी च लेके जाते हो उत्थे मार्केट फीस लगती है। वो मार्केट फीस नहीं लेगा क्योंकि तुसी सीधा सीलो दे विच ले गए। वो 4% वो भी तुहानू दे देगा। जिहड़ी अपनी 2000 वाली कणक है ਉਹਦੇ ਉੱਤੇ ਤੁਹਾਨੂੰ 100 रुपया 200 रुपया 400 रुपया एक्स्ट्रा मिलेगा। तुसी खुश हो जाओगे कि सानू जिहड़ी मार्केट फीस देनी पैंदी सी वो देने की लोड़ नहीं पई और ये सानू पैसा सगों वही पैसा सानू दे रहा अडानी अंबानी। तां की होएगा? फिर हौली हौली की होएगा? मंडियां बंद हो जाएगियां, मंडी दे विच जिन्स जाएगी नहीं, मंडियां दा स्टाफ खत्म हो जाएगा, अंपलॉयमेंट खत्म हो जाएगी, महकमा खत्म हो जाएगा, सरकार की इनकम खत्म हो जाएगी। जिहड़ी मंडी फीस तो आती सी, जिहड़ी सड़कों की रिपेयर होती सी वो खत्म हो जाएगी। इत्थे टोए टिब्बे पैसे तुहानू मिलणगे और सरकार का इंफ्रास्ट्रक्चर खत्म हो जाएगा और वो अनएम्पलॉयमेंट बढ़ेगी। जिहड़ा नौजवान अपना उत्थे जाके नौकरी करता सी, आने वाली पीढ़ियां वो बेरोजगार हो जाएगियां, पल्लेदार खत्म हो जाएगा, जिहड़ा लेबर करता वो खत्म हो जाएगा, जिहड़ा ट्रांसपोर्ट करता सी वो भी खत्म हो जाएगा। सो तुसी इमेजिन नहीं कर सकते इस जिहड़ा समाज है ये कितनी भयानक अवस्था वाल नूं चला जाएगा। अडानी तो तुहानू सड़कां बना के नहीं देगा। अडानी ने रेलां खरीदियां आ, रेलवे के डब्बे अपने सरकार दे ही साडे महकमे जिहड़ा अपना रेलवे का डिपार्टमेंट है पुराने डब्बे लैके वो चला रहा। लेकिन बई जे रेलवे चलानी आ, साडे मानयोग प्राइम मिनिस्टर ने उन्होंने रेलवे चलाने देनी है दोस्तों तो देन, जम जम देन, पर उस तो पहले जमीन खरीदन जिते रेलवे बिछानी है, फिर रेलवे बिछान, फिर बिजली का प्रबंध करन ते फिर जाके अपनी रेलवे चलान, फिर पता लगूगा कि रेलवे चलानी कितनी सौखी है। लेकिन जदों तुसी कार करा के सारा देता कि आ जाओ जनाब तुहानू रेलवे देती चलाने लई, तां जेड़ी अपनी 100 रुपए की चीज़ है तुहानू 5 रुपए सौंप रही है सरकार। हर चीज़ बेची जा रही है, हर चीज़ बेच रही है सरकार। ये सरकार जेड़ी है ये वो सरकार है उस पॉलिसी ते चल रही है जिहदे खिलाफ साडे गुरु नानक देव जी ने होका दिता सी। की कहा सीगा गुरु नानक देव जी ने? राजेशी मुकद्दम कुत्ते बाणी च है। कोई कह सकता कि नहीं हैगा? दसो जी, किसी को पता है इस गल का कि ये बाबा नानक ने बाणी च लिखा है? जे किसी को पता है तो हाथ खड़ा कर दो। भाई बाणी तो पढ़िया करो, सुनिया करो। गुरु नानक देव जी ने कहा सी बाबर नू, पाप दी जंज लै काबलों धाया, जोरी मंगे दान वे लालो, सरम धर्म दोई शुभ खलोए, कूड़ फिरे प्रधान वे लालो। जे तुसी बाणी च नहीं पढ़िया तो फिर 10वीं 11वीं की किताबों च भी लिखा हुआ गुरु नानक देव जी की बाणी। बाणी बारे जरूर पढ़िया करो, सारा कुछ ही बाणी दे विच हैगा अपना। ये वही राज है आ रहा जिहड़ा मनुस्मृति नूं लागू करना चाहता है, जिहड़ा ऊच नीच नूं लागू करना चाहता है, जिहड़ा हैव्स एंड हैव नॉट्स नूं प्रमोट करता हैगा। जिहड़ा एक इन्हां दा आरएसएस दा एक गुरु गोलवालकर होया, उन्हें अपनी एक किताब दे विच लिखिया कि जे तुसी राज करना आ
ਤਾਂ 95% ਲੋਕਾਂ ਨੂੰ ਰੋਟੀ ਪਾਣੀ ਤੋਂ ਉੱਪਰ ਸੋਚਣ ਦੀ ਇਜਾਜ਼ਤ ਨਾ ਦਿਓ। ਉਹਨਾਂ 95% ਲੋਕਾਂ ਕੋਲ ਆਪਣਾ ਜਿਹੜੇ ਸਾਧਨ ਹੈ, ਧਨ ਹੈ, ਉਹ ਇੰਨਾ ਕੁ ਹੋਣਾ ਚਾਹੀਦਾ ਕਿ ਉਹ ਸਵੇਰ ਦੀ ਰੋਟੀ ਵਾਸਤੇ ਦੂਜੇ ਦਿਨ ਦੀ ਰੋਟੀ ਦੀ ਫਿਕਰ ਕਰਨ, ਉਹ ਵੱਡੇ ਵੱਡੇ ਸੁਪਨੇ ਨਾ ਲੈਣ। ਤੋ ਇਸ ਕਰਕੇ ਅੱਜ ਇਹ ਜਿਹੜਾ ਸਿਸਟਮ ਹੈ, ਕਿਉਂਕਿ ਤਕਲੀਫ ਕਿਸਾਨ ਨੂੰ ਹੋਈ ਹੈ, ਇਸ ਕਰਕੇ ਕਿਸਾਨ ਨੇ ਦਿੱਲੀ 'ਚ ਜਾ ਕੇ ਡੇਰਾ ਲਾ ਲਿਆ। ਲੇਕਿਨ ਸਾਡੇ ਇੱਥੇ ਜਿਹੜੀ ਪਾਰਟੀ ਸੀ, ਜਿਹੜੀ ਆਪਣੀ ਮੈਂ ਕਿਸੇ ਦੇ ਖਿਲਾਫ ਨਹੀਂ ਹੈ, ਪਲੀਜ਼ ਇਹਨੂੰ ਨਾ ਇਸ ਤਰ੍ਹਾਂ ਲਈਓ ਕਿ ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਖਿਲਾਫ ਹਾਂ, ਲੇਕਿਨ ਜਦੋਂ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਕਿ ਅਸੀਂ ਪੰਥ ਦੀ ਪਾਰਟੀ ਹੈ, ਪੰਥਕ ਪਾਰਟੀ ਹੈ, ਤੇ ਪੰਥਕ ਪਾਰਟੀ ਤਾਂ ਉਹੀ ਹੋ ਸਕਦੀ ਹੈ ਜਿਹੜਾ ਸਿੱਖ ਪੰਥ ਦੀ ਗੱਲ ਕਰੇ, ਸਿੱਖ ਵਿਚਾਰਧਾਰਾ ਦੀ ਗੱਲ ਕਰੇ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇ। ਤਾਂ ਗੁਰੂ ਗ੍ਰੰਥ ਸਾਹਿਬ ਤਾਂ ਸਭ ਸਾਂਝੀਵਾਲਤਾ ਦੀ ਗੱਲ ਕਰਦਾ, ਮਾਨਸ ਕੀ ਜਾਤ ਸਭ ਏਕੋ ਪਹਿਚਾਨੋ ਦੀ ਗੱਲ ਕਰਦਾ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੀ ਗੱਲ ਕਰਦਾ। ਤੇ ਜੇ ਅਸੀਂ ਆਰਐਸਐਸ ਦੇ ਨਾਲ ਜੋਟੀ ਪਾ ਕੇ ਕਹਿੰਦੇ ਆ ਕਿ ਸਾਡਾ ਨੂੰਹ ਮਾਸ ਦਾ ਰਿਸ਼ਤਾ ਹੈ, ਤੇ ਫਿਰ ਅੱਜ ਨੂੰਹ ਮਾਸ ਦਾ ਰਿਸ਼ਤਾ ਅਲੱਗ ਕਿਉਂ ਕਰ ਲਿਆ? ਨੂੰਹ ਮਾਸ ਦਾ ਰਿਸ਼ਤਾ ਤਾਂ ਸਮਝਦੇ ਨਾ ਆਪਾਂ, ਨੂੰਹ ਤੇ ਮਾਸ ਨੂੰ ਅਲੱਗ-ਅਲੱਗ ਕਰਾਂਗੇ ਤਾਂ ਤਕਲੀਫ ਕਿੰਨੀ ਹੁੰਦੀ ਹੈ। ਲੇਕਿਨ ਉਹ ਜਿਹੜਾ ਰਿਸ਼ਤਾ ਸੀ ਉਹ ਕੁਰਸੀ ਦਾ ਰਿਸ਼ਤਾ ਸੀ। ਸਾਡੇ ਚਲੋ ਮੈਂ ਜ਼ਿਆਦਾ ਇਸ ਗੱਲ ਨੂੰ ਤੁਸੀਂ ਸਮਝਦੇ ਤਾਂ ਸਾਰੇ ਹੀ ਆ, ਜਦੋਂ ਕੁਰਸੀ ਦੀ ਲੋੜ ਸੀਗੀ ਤਾਂ ਅਸੀਂ ਉਹਨਾਂ ਦੇ ਨਾਲ ਆਪਣੇ ਜਿਹੜੇ ਕਿਸਾਨੀ ਕਾਨੂੰਨ ਵੀ ਪਾਸ ਕਰਦੇ। ਪਹਿਲਾਂ ਆਰਡੀਨੈਂਸ ਪਾਸ ਕੀਤੇ, ਫਿਰ ਐਕਟ ਪਾਸ ਕਰ ਦਿੱਤੇ, ਤੇ ਜਦੋਂ ਲੱਗਿਆ ਕਿਸਾਨ ਤਾਂ ਸੜਕਾਂ ਤੇ ਆ ਗਏ ਆ ਤੇ ਸਾਡੀ ਕੁਰਸੀ ਜਾਂਦੀ ਹੁਣ ਕਾਇਮ ਨਹੀਂ ਰਹਿਣੀ, ਤੇ ਅਸੀਂ ਫਿਰ ਉਹ ਤੋਂ ਬਾਹਰ ਆ ਗਏ। ਤੋ ਇਸ ਕਰਕੇ ਅੱਜ ਕਿਸਾਨ ਆਪਣਾ ਘਰ ਛੱਡ ਕੇ ਪਹਿਲਾਂ ਤਾਂ ਦਿੱਲੀ ਪਹੁੰਚਿਆ, ਹੁਣ ਦਿੱਲੀ ਛੱਡ ਕੇ ਉਹ ਕਲਕੱਤੇ ਪਹੁੰਚ ਗਿਆ, ਉੱਥੇ ਇਹ ਦੱਸਣ ਵਾਸਤੇ ਕਿ ਭਰਾਵੋ ਤੁਸੀਂ ਕਿਸ ਨੂੰ ਵੋਟ ਪਾਣੀ ਆ, ਅਸੀਂ ਉਹਦਾ ਫੈਸਲਾ ਨਹੀਂ ਕਰਨਾ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕਿਹਨੂੰ ਵੋਟ ਪਾਓ, ਲੇਕਿਨ ਬੀਜੇਪੀ ਨੂੰ ਵੋਟ ਨਾ ਪਾਇਓ। ਕਿਉਂ ਨਾ ਪਾਇਓ ਬੀਜੇਪੀ ਨੂੰ ਵੋਟ? ਕਿਉਂਕਿ ਬੀਜੇਪੀ ਇੱਕ ਉਹ ਸਰਕਾਰ ਹੈ ਜਿਹੜੀ ਲੋਕ ਮਾਰੂ ਨੀਤੀਆਂ ਲੈ ਕੇ ਆਈ ਹੈ, ਜਿਹੜੀ ਲੋਕਾਂ ਦੇ ਭਲੇ ਲਈ ਨਹੀਂ, ਲੋਕਾਂ ਦੇ ਨੁਕਸਾਨ ਲਈ ਕੰਮ ਕਰ ਰਹੀ ਹੈ। ਦਿਨ ਰਾਤ ਬੀਜੇਪੀ ਦਾ ਇੱਕੋ ਏਜੰਡਾ ਆ ਕਿ ਕਿਵੇਂ ਨਾ ਕਿਵੇਂ ਜਿਹੜੇ ਸਾਡੇ ਕੋਲ ਸਰਕਾਰੀ ਅਦਾਰੇ ਆ, ਸਰਕਾਰੀ ਸੰਪਤੀਆਂ ਆ, ਇਹ ਅਸੀਂ ਵੇਚ ਦਈਏ ਇਹਨਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਜਿਹਨਾਂ ਦੀ ਦੌਲਤ ਦਿਨੋਂ ਦਿਨ ਰਾਤ ਚੌਗਣੀ। ਮੇਰਾ ਖਿਆਲ ਤਾਂ ਹਨੂਮਾਨ ਜੀ ਦੀ ਪੂਛ ਵੀ ਇੰਨੀ ਤੇਜ਼ੀ ਨਾਲ ਵਧੀ ਸੀ ਜਿੱਦਾਂ ਉਹਨਾਂ ਦੀ ਦੌਲਤ ਵਧ ਰਹੀ ਹੈ, ਔਰ ਜਿਹੜਾ ਗਰੀਬ ਹੈ ਉਹ ਗਰੀਬ ਹੋਈ ਜਾ ਰਿਹਾ। ਤੁਸੀਂ ਬਿਲੀਵ ਨਹੀਂ ਕਰੋਗੇ ਕਿ ਕਿੰਨੇ ਲੋਕੀ ਬੇਰੁਜ਼ਗਾਰ ਹੋ ਗਏ ਆ, ਕਿੰਨੇ ਲੋਕਾਂ ਦੀਆਂ ਛੋਟੀਆਂ ਫੈਕਟਰੀਆਂ ਬੰਦ ਹੋ ਗਈਆਂ ਆ, GST ਕਰਕੇ, ਡੀਮੋਨੇਟਾਈਜੇਸ਼ਨ ਕਰਕੇ, ਨੋਟਬੰਦੀ ਕਰਕੇ। ਸੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਸਰਕਾਰ ਕਿਹੜੀ ਚੁਣਨੀ, ਤੁਸੀਂ, ਇਹ ਤੁਹਾਡੀ ਮਰਜ਼ੀ ਹੈ, ਲੇਕਿਨ ਉਹ ਸਰਕਾਰ ਜਿਹੜੀ ਲੋਕਾਂ ਦੇ ਨੁਕਸਾਨ ਬਾਰੇ ਹਰ ਵੇਲੇ ਦਿਨ ਰਾਤ ਕੰਮ ਕਰੇ। ਤੁਸੀਂ ਦੱਸੋ, ਸਾਡੀ ਆਪਣੀ 135 ਕਰੋੜ ਦੀ ਆਬਾਦੀ ਦੇ ਵਿੱਚੋਂ ਸਾਡੀ 70% ਆਬਾਦੀ ਪਿੰਡਾਂ ਦੀ ਹੈ। ਕੋਈ ਇੱਕ ਮੰਤਰੀ ਦਾ ਨਾਮ ਲੈ ਦਿਓ ਜਿਹੜਾ ਪਿੰਡਾਂ ਦਾ ਰਹਿਣ ਵਾਲਾ ਹੋਵੇ, ਕੈਬਨਿਟ ਦੇ ਵਿੱਚ, ਭਾਰਤ ਸਰਕਾਰ ਦੇ ਵਿੱਚ, ਕਿਸਾਨੀ ਨਾਲ ਸੰਬੰਧਿਤ ਹੋਵੇ, ਮਜ਼ਦੂਰਾਂ ਨਾਲ ਸੰਬੰਧਿਤ ਹੋਵੇ। ਇੱਕ ਵੀ ਵਜ਼ੀਰ ਨਹੀਂ ਹੈ, ਇੱਕ ਵੀ ਵਜ਼ੀਰ ਨਹੀਂ ਹੈ ਜਿਹਦਾ ਪਿਛੋਕੜ ਪਿੰਡਾਂ ਦਾ ਹੋਵੇ। ਤੁਹਾਡੀ ਗੱਲ ਕੌਣ ਕਰੇਗਾ? ਤੁਹਾਡੇ ਵਾਸਤੇ ਫੈਸਲੇ ਜਦੋਂ ਲਏ ਜਾਂਦੇ ਆ, ਉਸ ਤਰ੍ਹਾਂ ਤੁਹਾਡੇ ਵਾਸਤੇ ਹਾਂ ਦਾ ਨਾਰਾ ਕੌਣ ਮਾਰੇਗਾ? ਉੱਥੇ ਤਾਂ ਹਰ ਫੈਸਲਾ ਤੁਹਾਡੇ ਖਿਲਾਫ ਲਿਆ ਜਾਂਦਾ ਹੈ ਤੇ ਤੁਹਾਨੂੰ ਗੁਲਾਮੀ ਵੱਲ ਧੱਕਣ ਦੇ ਵਾਸਤੇ ਪ੍ਰਬੰਧ ਕੀਤਾ ਜਾਂਦਾ। ਜਿਵੇਂ ਤੁਸੀਂ ਕੋਈ ਇਨਸਾਨ ਨਹੀਂ ਹੈਗੇ, ਤੁਸੀਂ ਜਾਨਵਰ ਹੋ, ਤੁਸੀਂ ਆਪਣਾ ਕੋਈ ਕਿਸੇ ਬਾਹਰਲੇ ਮੁਲਕ ਦੇ ਬੰਦੇ ਹੋ। ਇਹੋ ਜਿਹੀਆਂ ਨੀਤੀਆਂ ਲਿਆਈਆਂ ਜਾ ਰਹੀਆਂ ਕਿ ਇਨਸਾਨ ਦੀ ਖਿਦਮਤ ਕਰੇਗਾ, ਗੁਲਾਮੀ ਕਰੇਗਾ। ਬਾਬਾ ਸਾਹਿਬ ਅੰਬੇਡਕਰ ਨੇ ਜੋ ਸੰਵਿਧਾਨ ਲਿਖਿਆ ਸੀ ਉਹਦੇ ਵਿੱਚ ਔਰਤਾਂ ਲਈ, ਅਛੂਤਾਂ ਲਈ ਬਰਾਬਰਤਾ ਦਾ ਅਧਿਕਾਰ ਦਿੱਤਾ ਸੀਗਾ। ਜਦੋਂ ਕਿ ਜਿਹੜੀ ਸਾਡੀ ਮਨੂ ਸਮਿਰਤੀ ਆ, ਇਹ ਤਾਂ ਕਹਿੰਦੀ ਆ ਕਿ ਔਰਤ ਦਾ ਕੋਈ ਰਾਈਟ ਹੀ ਨਹੀਂ ਹੈ, ਅਛੂਤ ਜਿਹੜੇ ਇਹਨਾਂ ਦਾ ਕੋਈ ਰਾਈਟ ਨਹੀਂ ਹੈ, ਸ਼ੂਦਰਾਂ ਦਾ ਕੋਈ ਰਾਈਟ ਨਹੀਂ ਹੈ। ਲੇਕਿਨ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਲਿਖਿਆ, ਉਹਨਾਂ ਨੇ ਕਿਹਾ there would be no discrimination based on caste, sex and creed, untouchability punishable by law ਕਰਤੀ। 17 ਆਰਟੀਕਲ ਜਿਹੜਾ ਹੈਗਾ ਸੰਵਿਧਾਨ ਦਾ, ਉਹਦੇ ਵਿੱਚ ਇੱਕ ਕ੍ਰਾਈਮ ਕਰ ਦਿੱਤਾ ਕਿ ਕਿਸੇ ਨਾਲ ਛੂਆ-ਛਾਤ ਹੋਏਗੀ। ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ। ਤੁਹਾਡੇ ਜ਼ਿਲ੍ਹੇ ਦੇ ਕਿਸਾਨਾਂ ਨੇ, ਮੈਨੂੰ ਇਹ ਮਾਣ ਹੈ ਕਿ ਮੈਂ ਤੁਹਾਡੇ ਇਸ ਜ਼ਿਲ੍ਹੇ ਦਾ DC ਰਿਹਾ। ਇਸ ਜ਼ਿਲ੍ਹੇ ਦੇ ਜਿਹੜੇ ਤੁਹਾਡੇ ਆਗੂ ਹੈ ਕਿਸਾਨ, ਉਹ ਪੂਰੇ ਦੇਸ਼ ਨੂੰ ਲੀਡ ਕਰ ਰਹੇ ਆ।
ਮਾਨਸਾ ਜ਼ਿਲ੍ਹੇ 'ਚ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਬਤੌਰ ਡੀਸੀ। ਉੱਥੋਂ ਦੇ ਵੀ ਆਗੂ ਜਿਹੜੇ ਪੂਰੇ ਸਾਡੇ ਦੇਸ਼ ਨੂੰ ਕਿਸਾਨ ਮੂਵਮੈਂਟ ਨੂੰ ਲੀਡ ਕਰ ਰਹੇ ਆ। ਸੋ ਅਸੀਂ ਉਸ ਸਿਲਸਿਲੇ ਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਜਗਤਾਰ ਸਿੰਘ ਵੀ ਮੈਂ ਵੀ, ਸਾਨੂੰ ਤਾਂ ਅਸੀਂ ਨੌਕਰੀ ਕੀਤੀ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ, ਔਰ ਅੱਜ ਦੇ ਦਿਨ 'ਚ ਲੱਖ ਤੋਂ ਉੱਪਰ ਪੈਨਸ਼ਨ ਲੈ ਰਹੇ ਹਾਂ ਰਿਟਾਇਰਮੈਂਟ ਤੋਂ ਬਾਅਦ ਵੀ। ਸਾਡਾ ਲੇਕਿਨ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਅਫਸਰ ਸਮਾਜ ਜਿਸ ਸਮਾਜ 'ਚੋਂ ਆਏ ਆ ਉਸ ਸਮਾਜ ਦੀ ਬਾਂਹ ਨਹੀਂ ਪਕੜਦੇ ਅਗਰ ਸੇਵਾ ਮੁਕਤੀ ਤੋਂ ਬਾਅਦ, ਤਾਂ ਉਹ ਇਨਸਾਨ ਨਹੀਂ ਹੈ, ਉਹ ਪਸ਼ੂ ਹੈ। ਬਾਬਾ ਸਾਹਿਬ ਅੰਬੇਡਕਰ ਅਗਰ ਚਾਹੁੰਦੇ ਤਾਂ ਉਹ ਇੰਨੇ ਪੜ੍ਹੇ ਲਿਖੇ ਸੀ, ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਸੀਗੇ, ਲੇਕਿਨ ਉਹਨਾਂ ਨੇ ਆਪਣੇ ਸਮਾਜ ਵਾਸਤੇ, ਆਪਣੇ ਦੇਸ਼ ਵਾਸਤੇ ਜੋ ਸੰਘਰਸ਼ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉਹਨਾਂ ਦੇ 4 ਬੱਚੇ ਗਰੀਬੀ ਕਰਕੇ ਮੌਤ ਦੇ ਮੂੰਹ 'ਚ ਜਾ ਪਏ। 4 ਬੱਚੇ, 3 ਬੇਟੇ 1 ਬੇਟੀ, ਲੇਕਿਨ ਉਹਨਾਂ ਨੇ ਆਪਣੇ ਸਮਾਜ, ਆਪਣੇ ਦੇਸ਼ ਦੇ ਲੋਕਾਂ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਦਿਨ ਰਾਤ ਇੱਕ ਕਰਦੇ ਰਹਿੰਦੇ ਸੀ, ਪੜ੍ਹਦੇ ਸੀਗੇ, ਲਿਖਦੇ ਸੀ, ਔਰ ਸਵੇਰ ਤੱਕ ਇਹੋ ਜਿਹਾ ਪਤਾ ਨਹੀਂ ਸੀ ਹੁੰਦਾ ਕਿ ਰਾਤ ਕਦੋਂ ਹੋਗੀ ਤਾਂ ਸਵੇਰਾ ਕਦੋਂ ਹੋਗਾ। ਜੇ ਉਹਨਾਂ ਨੇ ਇੰਨਾ ਕੁਝ ਕੀਤਾ, ਅਸੀਂ ਉਹਨਾਂ ਦੀ ਬਦੌਲਤ ਇੰਨੇ ਵੱਡੇ ਵੱਡੇ ਅਹੁਦੇ ਮਾਨੇ ਆ, ਤਾਂ ਸਾਡਾ ਫਰਜ਼ ਬਣਦਾ, ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਆ ਕਿ ਇਹ ਇੱਕ ਵਕਤ ਹੈ, ਜੇ ਅੱਜ ਆਪਾਂ ਨਾ ਜਾਗੇ ਤਾਂ ਅਸੀਂ ਸਦੀਆਂ ਦੀ ਗੁਲਾਮੀ, ਨਾ ਜਾਗਣ ਕਰਕੇ ਸਾਡੇ ਪੁਰਖਿਆਂ ਨੇ ਗੁਲਾਮੀ ਸਹੀ। ਜਦੋਂ ਵਕਤ ਸੀਗਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਗਾਇਆ, ਔਰ ਆਪਾਂ ਅੱਜ 5 ਪਿਆਰਿਆਂ ਤੋਂ ਕਰੋੜਾਂ ਦੀ ਗਿਣਤੀ 'ਚ ਹੋ ਗਏ ਆ। ਪੰਜਾਬ ਨੇ ਲੀਡ ਲਈ ਹੈ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਘੇਰਾ ਪਾ ਲਿਆ, ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੇ ਹੈਗੇ ਆ ਕਿ 200 ਤੋਂ ਵੱਧ ਸਾਡੇ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ। ਇਹ ਕੋਈ ਛੁਪੀ ਹੋਈ ਗੱਲ ਨਹੀਂ ਹੈ, ਲੇਕਿਨ ਜੇ ਅਸੀਂ ਜਾਗਦੇ ਜੀ ਅੱਜ ਇੱਥੇ ਬੈਠ ਕੇ ਹਾਂ ਦਾ ਨਾਰਾ ਮਾਰਾਂਗੇ ਇਕੱਠੇ ਹੋ ਕੇ, ਤਾਂ ਇਹਦਾ ਜਿਹੜਾ ਮੈਸੇਜ ਆ, ਇਹਦਾ ਜਿਹੜਾ ਸੁਨੇਹਾ ਆ, ਇਹ ਘਰ ਘਰ ਤੱਕ ਜਾਏਗਾ। ਇਹੀ ਤਰੀਕਾ ਆ ਅੱਜ ਦੇ ਦਿਨ ਦੇ ਵਿੱਚ, ਇਹੀ ਤਰੀਕਾ ਆ ਆਪਣਾ ਡੈਮੋਕ੍ਰੇਸੀ ਵਿੱਚ ਕੰਮ ਕਰਨ ਦਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰੀਏ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀਗਾ ਕਿ ਜੇ ਨਹੀਂ ਬੋਲੋਗੇ ਤਾਂ ਇਹੋ ਜਿਹੇ ਕਾਨੂੰਨ ਆਣਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਗੂੰਗੀਆਂ ਹੋ ਜਾਣਗੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਕਿਸਾਨ ਭਰਾਵਾਂ ਨੂੰ ਭਾਵੇਂ ਅਸੀਂ ਕਹੀਏ ਕਿ ਉਹ ਘੱਟ ਪੜ੍ਹੇ ਲਿਖੇ ਆ, ਪਰ ਉਹ ਸਾਡੇ ਤੋਂ ਵੱਧ ਸਿਆਣੇ ਆ, ਜਿਨ੍ਹਾਂ ਨੇ ਇਸ ਨੂੰ ਪਹਿਚਾਨਿਆ, ਇਸ ਚੀਜ਼ ਨੂੰ ਪਹਿਚਾਨਿਆ। ਕੱਲ ਅਸੀਂ ਇੱਕ ਸੈਮੀਨਾਰ ਸੀਗਾ ਚੰਡੀਗੜ੍ਹ ਦੇ ਵਿੱਚ, ਬਹੁਤ ਸਾਰੇ IAS ਅਫਸਰ, ਬਹੁਤ ਸਾਰੇ IPS ਅਫਸਰ, ਆਰਮੀ ਦੇ ਅਫਸਰ ਇਕੱਠੇ ਹੋ ਕੇ ਉੱਥੇ ਗੱਲਾਂ ਕਰਦੇ ਸੀ, ਬੋਲਦੇ ਸੀਗੇ। ਤੇ ਸਾਰੇ ਮੈਨੂੰ ਵੀ ਟਾਈਮ ਦਿੱਤਾ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਦੇਖੋ ਆਪਾਂ ਜਿੰਨੇ ਮਰਜ਼ੀ ਆਪਾਂ ਮੜਕਾ ਮਾਰ ਲਈਏ, ਪਰ ਅਸੀਂ ਕਿਸਾਨ ਤੋਂ ਨਾ ਤਾਂ ਵੱਧ ਸਿਆਣੇ ਆ ਤੇ ਨਾ ਹੀ ਵੱਧ ਬਹਾਦਰ ਹੈ। ਉਹ ਜਿਹੜਾ ਦਿਨ ਰਾਤ ਉੱਥੇ ਕੱਟ ਰਿਹਾ ਨਾ ਟਿਕਰੀ ਬਾਰਡਰ ਤੇ, ਗਾਜੀਪੁਰ ਬਾਰਡਰ ਤੇ ਆਪਣੇ ਸਿੰਘੂ ਬਾਰਡਰ ਤੇ, ਉਹਨੂੰ ਪਤਾ ਆ ਉਹ ਅਸਲੀ ਫੌਜ ਦਾ ਸਿਪਾਹੀ ਆ ਜਿਹੜਾ ਉੱਥੇ ਲੜਾਈ ਲੜ ਰਿਹਾ। ਆਪਾਂ ਇੱਥੇ ਬੈਠ ਕੇ ਭਾਵਾਂ ਤੁਸੀਂ, ਮੇਰਾ ਖਿਆਲ ਹੈ ਤੁਹਾਡੇ ਚੋਂ ਸਾਰੇ ਹੀ ਤਕਰੀਬਨ ਗਏ ਹੋਣੇ ਆ ਸਿੰਘੂ ਬਾਰਡਰ ਜਾਂ ਦੂਜੇ ਬਾਰਡਰਾਂ ਤੇ, ਗਏ ਹੋ ਕਿ ਨਹੀਂ? ਹੱਥ ਖੜੇ ਕਰੋ ਜਿਹੜੇ ਜਿਹੜੇ ਗਏ। ਇਹ ਸਾਰਿਆਂ ਨੂੰ ਜਾਣਾ ਚਾਹੀਦਾ। ਮੈਂ 4 ਵਾਰੀ ਜਾ ਚੁੱਕਾ, ਸਾਰਿਆਂ ਨੂੰ ਜਾਣਾ ਚਾਹੀਦਾ ਹੈਗਾ। ਉਹਦੇ ਨਾਲ ਕੀ ਹੁੰਦਾ ਆ ਕਿ ਉਹਨਾਂ ਦਾ ਹੌਸਲਾ ਵੱਧਦਾ ਆ ਕਿ ਯਾਰ ਸਾਡੇ ਨਾਲ ਸਾਡੇ ਭਰਾ ਇਹ ਵੀ ਆਗੇ ਹੈਗੇ ਆ। ਘਰ ਬੈਠ ਕੇ ਕੀ ਕਰਾਂਗੇ, ਇੱਕ ਵਾਰੀ ਜਾਈਓ, ਕੀ ਫਰਕ ਪੈਂਦਾ ਹੈਗਾ। ਆਪਾਂ ਜੇ ਆਪਣਾ ਕੋਈ ਰਿਸ਼ਤੇਦਾਰ ਬਿਮਾਰ ਹੋਵੇ ਉਹਦੀ ਵੀ ਤਾਂ ਖਬਰ ਲੈਣ ਜਾਈਦਾ ਕਿ ਨਹੀਂ ਜਾਈਦਾ? ਉੱਥੇ ਵੀ ਜਾ ਕੇ ਆਓ, ਉਹ ਆਪਣੇ ਭਰਾ ਆ, ਉਹਨਾਂ ਨੂੰ ਹੌਸਲਾ ਹੋਵੇਗਾ ਕਿ ਅਸੀਂ ਇਕੱਲੇ ਨਹੀਂ ਆ। ਮੈਂ ਤਾਂ ਜਦੋਂ ਜਾਣਾ ਆ 5 ਮਿੰਟ 10 ਮਿੰਟ ਉੱਥੇ ਉਹਨਾਂ ਨੂੰ ਬੋਲ ਕੇ ਆਣਾ ਹੈ ਉਹਨਾਂ ਦੀ ਸਟੇਜ ਤੇ ਕਿ ਮੈਂ ਸਿਰਫ ਇਹ ਮੈਸੇਜ ਦੇਣ ਆਇਆ ਕਿ ਮੈਂ ਤੁਹਾਡੇ ਨਾਲ ਆ। ਹੋਰ ਸਾਡੇ ਵਰਗੇ ਡਾਕਟਰ ਜਗਤਾਰ ਸਿੰਘ ਵੀ 2 ਵਾਰੀ ਮੇਰੇ ਨਾਲ ਜਾ ਕੇ ਆਏ ਹੈਗੇ, ਇਕੱਲੇ ਵੀ ਜਾ ਕੇ ਆਏ ਹੈਗੇ। ਅਸੀਂ ਇਹ ਮੈਸੇਜ ਦੇਣ ਜਾਂਦੇ ਕਿ ਜਦੋਂ ਤੁਹਾਨੂੰ ਲੋੜ ਹੈ ਸਾਨੂੰ ਬੁਲਾ ਲਿਓ, ਅਸੀਂ ਆਵਾਂਗੇ। ਜੇ ਸਰਕਾਰ ਦੇ ਨਾਲ ਗੱਲ ਕਰਨੀ ਅਸੀਂ ਕਰਾਂਗੇ। ਅਸੀਂ ਕਾਨੂੰਨ ਪੜ੍ਹੇ ਹੋਏ ਆ, ਕਾਨੂੰਨ ਬਣਾਉਂਦੇ ਰਹੇ ਆ ਸਰਕਾਰ ਵਾਸਤੇ, ਅਸੀਂ ਇਹਨਾਂ ਨੂੰ ਪੜ੍ਹ ਕੇ ਦੱਸ ਦਾਂਗੇ ਕਿ ਇਸ ਕਾਨੂੰਨਾਂ ਦੇ ਵਿੱਚ ਕੀ ਗਲਤ ਹੈ ਕੀ ਸਹੀ ਹੈ। ਸੋ ਇਸ ਕਰਕੇ ਮੈਂ ਹੁਣ ਲਾਸਟਲੀ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ, ਗੱਲ ਤਾਂ ਹੋ ਗਈ ਆ, ਕਿ ਅਸੀਂ ਇੱਕ ਜਿਹੜੀ 28 ਤਰੀਕ ਨੂੰ ਲੁਧਿਆਣੇ ਦੇ ਵਿੱਚ ਮਹਾ ਪੰਚਾਇਤ ਕਰ ਰਹੇ ਹਾਂ, ਉਹਦੇ 'ਚ ਇਹੀ ਮੈਸੇਜ ਦੇਣਾ ਆ ਕਿ ਸਰਕਾਰ, ਕੇਂਦਰ ਸਰਕਾਰ ਉਹ ਧੱਕੇ ਨਾਲ ਸਾਡਾ ਭਲਾ ਨਾ ਕਰੇ, ਅਸੀਂ ਨਹੀਂ ਚਾਹੁੰਦੇ। ਕਹਿੰਦੇ ਨਾ ਤੁਹਾਡਾ ਭਲਾ ਹੋਣਾ ਇਹਨਾਂ ਕਾਨੂੰਨਾਂ ਰਾਹੀਂ, ਇਹਨਾਂ 'ਚ ਤੁਹਾਡੀ ਇਨਕਮ ਡਬਲ ਹੋ ਜਾਣੀ ਹੈ। ਇਨਕਮ ਡਬਲ ਹੋ ਜਾਣੀ, ਕੁਝ ਕਿਸਾਨਾਂ ਨੂੰ 600 ਰੁਪਈਆ ਮਹੀਨੇ ਦਾ, 6000 ਹੈ ਕਿ 600 ਹੈ 600 ਰੁਪਈਆ ਹੈ ਜੀ, 2000
4 ਮਹੀਨੇ ਬਾਅਦ 2000 ਰੁਪਏ 2400 6000 ਇੱਕ ਸਾਲ ਦਾ ਇੱਕ ਸਾਲ ਦਾ। ਇੱਕ ਸਾਲ ਦਾ 6000 ਇੱਕ ਸਾਲ ਦਾ। ਕਈ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਦੇ ਕਹਿੰਦੇ ਖਾਤੇ 'ਚ ਪਾਣੇ ਆ ਤੇ ਤੁਹਾਡੀ ਜੇਬ 'ਚੋਂ ਕੱਢਣੇ ਕਿੰਨੇ ਆ? ਤੁਹਾਡਾ ਜਿਹੜਾ ਗੈਸ ਦਾ ਸਿਲੰਡਰ ਹੈ 1 ਮਹੀਨੇ 'ਚ 200 ਰੁਪਏ ਵਧਾਤਾ ਹੈ। ਕਿੰਨੇ ਸਿਲੰਡਰ ਖਰਚ ਕਰਨੇ ਤੁਸੀਂ ਸਾਲ ਦੇ ਵਿੱਚ ਹਿਸਾਬ ਲਾ ਲਓ। ਡੀਜ਼ਲ ਜਿਹੜਾ ਆ ਉਹ ਤਕਰੀਬਨ 100 ਰੁਪਏ ਨੂੰ ਹੋ ਗਿਆ। ਉਹ ਕਿੰਨੇ ਪੈਸੇ ਤੁਹਾਡੀ ਜੇਬ 'ਚੋਂ ਕੱਢਣੇ, ਇਹਦਾ ਕੋਈ ਹਿਸਾਬ ਨਹੀਂ ਹੈ। ਸਰਕਾਰ ਜਿਹੜੀ ਹੈ ਇਹ 30-35 ਰੁਪਏ ਲੀਟਰ ਪੈਂਦਾ ਹੈਗਾ ਸਰਕਾਰ ਨੂੰ। ਡੀਜ਼ਲ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 30 ਤੋਂ 35 ਰੁਪਏ ਲੀਟਰ ਹੈ, ਜਿਹੜਾ ਤੁਹਾਨੂੰ 80-90 ਰੁਪਏ ਨੂੰ ਅੱਜ ਮਿਲ ਰਿਹਾ ਹੈਗਾ ਮਾਰਕੀਟ ਦੇ ਵਿੱਚ। ਸਰਕਾਰ ਜਨਤਾ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ। ਸਰਕਾਰ 3000 ਕਰੋੜ ਰੁਪਏ ਦਾ 3000 ਕਰੋੜ ਰੁਪਏ ਕਿੰਨਾ ਹੁੰਦਾ ਯਾਰ? 0 ਲਾ ਕੇ ਕਿਤੇ ਘਰ ਬੈਠ ਕੇ ਦੇਖਿਓ। ਆਪਣਾ ਇੱਕ ਬੁੱਤ ਲਾਤਾ ਹੈ, ਚਾਈਨਾ ਤੋਂ ਬਣਵਾਇਆ ਸਰਦਾਰ ਪਟੇਲ ਦਾ ਬੁੱਤ ਲਿਆ 3000 ਕਰੋੜ ਰੁਪਏ ਦਾ। ਜਦੋਂ ਕਿ ਪੀਜੀਆਈ ਵਰਗਾ ਹਸਪਤਾਲ 100 ਕਰੋੜ ਰੁਪਏ ਚ ਬਣ ਸਕਦਾ ਤੇ ਤੁਸੀਂ 300 ਹਸਪਤਾਲ ਇਹੋ ਜਿਹੇ ਬਣਾ ਸਕਦੇ ਆ ਜਿੱਥੇ ਗਰੀਬਾਂ ਦਾ ਇਲਾਜ ਹੋਵੇ। ਲੇਕਿਨ 3000 ਕਰੋੜ ਰੁਪਏ ਦਾ ਜਿਹੜਾ ਸਟੈਚੂ ਬਣਾਇਆ ਪਟੇਲ ਦਾ, ਉਹਨੇ ਕੀ ਦੁੱਧ ਦੇਣਾ ਹੈ ਬਈ? ਸਰਕਾਰ ਤੁਸੀਂ ਇਸ ਕਰਕੇ ਨਹੀਂ ਚੁਣੀ ਕਿ ਤੁਹਾਡੇ ਪੈਸੇ ਬੁੱਤਾਂ ਦੇ ਉੱਤੇ ਖਰਚ ਕੀਤੇ ਜਾਣ, ਜਾਂ ਇਸ ਤਰ੍ਹਾਂ ਦੇ, ਜਾਂ ਤੁਹਾਡੀ ਜਿਹੜੀ ਸੰਪਤੀ ਹੈ ਇਹ ਤੁਹਾਡੀ ਸੰਪਤੀ ਹੈ, ਚਾਹੇ ਉਹ ਰੇਲਵੇ ਹੈ, ਚਾਹੇ 에ਅਰਪੋਰਟ ਹੈ, ਚਾਹੇ ਲਾਲ ਕਿਲਾ ਹੈ, ਇਹ ਤੁਹਾਡੀ ਸੰਪਤੀ ਹੈ, ਤੁਹਾਡੀ ਜਾਇਦਾਦ ਹੈ। ਜੇ ਤੁਹਾਡੀ ਜਾਇਦਾਦ ਆ ਕੇ ਜਿੱਦਾਂ ਤੁਹਾਡੇ ਕੋਲ ਮੰਨ ਲਓ ਤੁਸੀਂ 2 ਏਕੜ ਦੇ ਮਾਲਕ ਹੈ ਤੇ ਤੁਹਾਡੇ 2 ਏਕੜ ਖੋ ਕੇ ਕਿਸੇ ਅਵਾਨੀ ਅਡਾਨੀ ਨੂੰ ਦੇ ਦਿਓਗੇ ਤਾਂ ਕੀ ਤੁਸੀਂ ਖੁਸ਼ ਹੋ ਜਾਓਗੇ? ਅਸੀਂ ਆਪਣੀ ਸਰਕਾਰੀ ਪ੍ਰਾਪਰਟੀ ਨੂੰ ਵਿੱਚ ਵੇਚਦਿਆਂ ਦੇਖ ਕੇ ਕੌਡੀਆਂ ਦੇ ਭਾਅ ਆਪਾਂ ਚੁੱਪ, ਆਪਾਂ ਬੋਲਦੇ ਹੀ ਨਹੀਂ ਹੈ। ਆਪਾਂ ਸੋਚਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ। ਸਾਥੀਓ, ਜੇ ਗੁਰੂ ਗੋਬਿੰਦ ਸਿੰਘ ਜੀ ਵੀ ਸੋਚਦੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂ ਉਹ ਕਦੇ ਗੁਰੂ ਤੇਗ ਬਹਾਦਰ ਨੂੰ ਦਿੱਲੀ ਨਾ ਭੇਜਦੇ ਸੀਸ ਦੇਣ ਵਾਸਤੇ। ਜੇ ਉਹਨਾਂ ਨੇ ਸੀਸ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨੇ 4 ਬੱਚੇ ਬਾਰੇ ਮਾਤਾ ਦਾ ਬਲੀਦਾਨ ਦਿੱਤਾ, ਤਾਂ ਹੀ ਅੱਜ ਆਪਾਂ ਇੱਥੇ ਸਾਰੇ ਬੈਠੇ ਉਹਨਾਂ ਦੇ ਵਾਰਸ ਬਣ ਕੇ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਭੈ ਕਾਹੂ ਕੋ ਦੇਤ ਨਾਹੀ, ਗੁਰਬਾਣੀ 'ਚ ਲਿਖਿਆ ਹੋਇਆ, ਭੈ ਕਾਹੂ ਕੋ ਦੇਤ ਨਾਹੀ, ਨਾਹੀ ਭੈ ਮਾਨ ਤਾਨ, ਕਿ ਮੈਂ ਨਾ ਕਿਸੇ ਨੂੰ ਡਰਾਉਂਦਾ ਆ, ਮੈਂ ਨਾ ਕਿਸੇ ਤੋਂ ਡਰਦਾ ਹਾਂ। ਮੈਂ ਡਰਦਾ ਵੀ ਨਹੀਂ ਕਿਸੇ ਤੋਂ, ਮੈਂ ਕਿਸੇ ਨੂੰ ਡਰਾਉਂਦਾ ਵੀ ਨਹੀਂ। ਮੇਰਾ ਕੀ ਹੱਕ ਹੈ ਕਿ ਮੈਂ ਕਿਉਂ ਕਿਸੇ ਨੂੰ ਡਰਾਵਾਂ? ਤਾਂ ਇਸ ਕਰਕੇ ਨਾ ਹੀ ਮੈਂ ਡਰਦਾ ਆ। ਤਾਂ ਇਸ ਕਰਕੇ ਅਸੀਂ ਨਾ ਡਰਾਣਾ ਹੈਗਾ ਕੇਂਦਰ ਸਰਕਾਰ ਨੂੰ ਤੇ ਅਸੀਂ ਡਰਨਾ ਵੀ ਨਹੀਂ ਹੈ। ਤਾਂ ਇਸ ਕਰਕੇ ਜੇ ਉਸ ਸਚਾਈ ਦੇ ਰਾਹ ਦੇ ਉੱਤੇ ਕੁਰਬਾਨੀ ਵੀ ਦੇਣੀ ਪੈ ਜਾਏ ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਗੁਰਬਾਣੀ ਦੇ ਵਿੱਚ ਬਾਬਾ ਫਰੀਦ ਨੇ ਲਿਖਿਆ, ਬੁੱਢਾ ਹੋਇਆ ਸ਼ੇਖ ਫਰੀਦ ਕੰਬਨ ਲੱਗੀ ਦੇ, ਜੇ 100 ਵਰਿਆ ਜੀਵਨਾ ਵੇਤਨ ਹੋ ਸਕੇ। ਇਥੋਂ ਦੁਨੀਆ ਤੇ ਤਾਂ ਕਿਸੇ ਨੇ ਸਦਾ ਵਾਸਤੇ ਤਾਂ ਕੀਲਾ ਨਹੀਂ ਨਾ ਕੱਢਿਆ ਹੋਇਆ ਕਿ ਇੱਥੇ ਆਪਾਂ ਸਦਾ ਲਈ ਰਹਿਣਾ ਹੈਗਾ। ਜਾਣਾ ਤਾਂ ਇੱਕ ਹੈ, ਜੇ ਸੱਚ ਦੇ ਹੱਕ ਦੇ ਰਸਤੇ ਤੇ ਜਾਨ ਵੀ ਜਾਂਦੀ ਹੈ, ਜਿਵੇਂ 200 ਕਿਸਾਨਾਂ ਨੇ ਸ਼ਹਾਦਤ ਪਾਈ ਹੈ, ਤਾਂ ਇਹ ਇਤਿਹਾਸ ਵਿੱਚ ਲਿਖਿਆ ਜਾਣਾ ਆ। ਕਿਸਾਨਾਂ ਨੂੰ ਕੋਈ ਖਾਲਿਸਤਾਨੀ ਕਦੇ ਕਹਿੰਦਾ ਮੀਡੀਆ, ਗੋਦੀ ਮੀਡੀਆ, ਕਦੇ ਕਹਿੰਦੇ ਇਹ ਟੈਰਰਿਸਟ ਹੈਗੇ ਆ, ਕਦੇ ਕਹਿੰਦੇ ਇਹ ਦੇਸ਼ ਵਿਰੋਧੀ ਆ, ਕਦੇ ਕਹਿੰਦੇ ਦੇਸ਼ ਧਰੋਹੀ ਆ। ਸ਼ੁਕਰ ਹੈ ਕਿ ਮੁਸਲਮਾਨ ਨਹੀਂ ਉਹਦੇ ਵਿੱਚ ਜ਼ਿਆਦਾ, ਨਹੀਂ ਤਾਂ ਕਹਿਣਾ ਸੀ ਇਹਨਾਂ ਨੂੰ ਪਾਕਿਸਤਾਨ ਭੇਜ ਦਿਓ। ਸੋ ਅਸੀਂ, ਸਾਡਾ ਦੇਸ਼ ਉਨਾ ਹੀ ਹੈ ਜਿੰਨਾ ਮੋਦੀ ਦਾ ਹੈ, ਜਿੰਨਾ ਅਮਿਤ ਸ਼ਾਹ ਦਾ, ਰਾਦਰ ਸਾਡਾ ਉਹਨਾਂ ਤੋਂ ਵੱਧ ਹੈ। 12% ਦੇਸ਼ ਦੇ ਫੌਜੀ, 12% ਕੱਲਾ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਹੈ। ਹਰ 8ਵਾਂ ਫੌਜੀ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਹੈ। ਤਾਂ ਅਸੀਂ ਕੁਰਬਾਨੀਆਂ ਦਿੰਦੇ ਆ। ਜਦੋਂ ਕਿਤੇ ਲੜਾਈ ਹੁੰਦੀ ਹੈ, ਚਾਈਨਾ ਨਾਲ ਹੋ ਜਾਏ, ਪਾਕਿਸਤਾਨ ਨਾਲ ਹੋ ਜਾਏ, ਝੜਪ ਹੋ ਜਾਏ, ਤਾਂ ਜਿਹੜਾ ਸ਼ਹੀਦ ਹੋਣ ਵਾਲਾ ਬੱਚਾ ਆ ਉਹ ਕਿਸੇ ਕਿਸਾਨ ਦਾ ਬੱਚਾ ਆ, ਪੰਜਾਬ ਦਾ ਜਾਂ ਹਰਿਆਣੇ ਦਾ। ਗੁਜਰਾਤ ਦਾ ਤਾਂ ਬੱਚਾ ਕਦੇ ਕੋਈ ਉੱਥੇ ਫੌਜ 'ਚ ਜਾਂਦਾ ਹੀ ਨਹੀਂ। ਉੱਥੇ ਉਹਨਾਂ ਨੂੰ ਤਾਂ ਕੋਈ ਤਕਲੀਫ ਹੀ ਨਹੀਂ ਆ। ਦੇਸ਼ ਧਰੋਹੀ ਉਹ ਦੂਜਿਆਂ ਨੂੰ ਕਹਿੰਦੇ ਹੈਗੇ ਆ। ਇਸ ਕਰਕੇ ਜੋ ਬੋਲਦੇ ਆ, ਬੋਲੀ ਜਾਂਦੇ ਆ, ਉਹੀ ਬਕਵਾਸ ਕਰੀ ਜਾਂਦੇ ਆ। ਸੋ ਇਸ ਕਰਕੇ ਸਾਥੀਓ, ਕੱਟ ਸ਼ਾਰਟ ਅਸੀਂ ਸੰਗਰੂਰ ਵੀ ਜਾਣਾ ਆ। ਆਪਣੀ ਗੱਲ ਅਸੀਂ ਤੁਹਾਨੂੰ ਕਹੀ ਜਾਂਦੇ ਆ, ਲੇਕਿਨ ਅਸੀਂ ਇਹ ਫੀਲ ਕਰਦੇ ਆ ਕਿ ਇਹ ਜਿਹੜਾ ਲੜਾਈ ਆ ਇਕੱਲੇ ਕਿਸਾਨ ਦੀ ਨਹੀਂ ਹੈ, ਇਹ ਆਪਣੀ ਸਭ ਦੀ ਲੜਾਈ ਹੈ। ਸਾਨੂੰ ਜਦ ਤੱਕ ਸਾਰੇ ਇੱਕ ਮੁੱਠ ਹੋ ਕੇ ਆਪਾਂ ਕਿਸਾਨ ਦਾ ਸਾਥ ਨਹੀਂ ਦੇਵਾਂਗੇ,
ਤਾਂ ਕਿਸਾਨ ਕਾਮਯਾਬ ਨਹੀਂ ਹੋਏਗਾ, ਉਹ ਮੋਰਲੀ ਡਾਊਨ ਹੋ ਜਾਏਗਾ। ਕਿਸਾਨ ਜੇ ਇਹ ਕਹੀਏ ਕਿ ਕਿਸਾਨ ਨੂੰ ਸਾਡੀ ਲੋੜ ਨਹੀਂ, ਕਿਸਾਨ ਨੂੰ ਸਾਰਿਆਂ ਦੀ ਲੋੜ ਹੈ। ਜਿੰਨੀ ਸਪੋਰਟ ਹੋ ਜਾਏ ਉਹਨੂੰ ਉਨੀ ਲੋੜ ਹੈ, ਕਿਉਂਕਿ ਉਹ ਵੀ ਇਨਸਾਨ ਹੈ। ਉਹਦਾ ਹੌਸਲਾ ਬੁਲੰਦ ਕਰਨ ਦੇ ਵਾਸਤੇ ਜਦੋਂ ਆਪਾਂ 5000 ਦਾ, 10000 ਦਾ, 20000 ਦਾ ਇਕੱਠ ਕਰਕੇ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਤੁਹਾਡੇ ਨਾਲ ਹਾਂ, ਤਾਂ ਫਿਰ ਉਹ ਚੜ੍ਹਦੀ ਕਲਾ ਚ ਆ ਜਾਏਗਾ। ਉੱਥੇ ਵੱਡੀ ਉਮਰ ਦੇ ਮੈਂ ਉਗਰਾਹਾਂ ਸਾਹਿਬ ਨੂੰ ਵੀ ਮਿਲ ਕੇ ਆਇਆ, ਆਪਣੇ ਰਾਜੇਵਾਲ ਸਾਹਿਬ ਨੂੰ ਵੀ ਕਈ ਵਾਰੀ ਮਿਲੇ ਆ। ਬਜ਼ੁਰਗ ਬੰਦੇ ਆ, ਸਾਡੀ ਉਮਰ ਤੋਂ ਵੀ ਵੱਡੇ ਆ, ਲੇਕਿਨ ਚੜ੍ਹਦੀ ਕਲਾ ਚ ਸਾਡੀ ਲੜਾਈ ਲੜ ਰਹੇ ਆ। ਉਹਨਾਂ ਨੇ ਕੋਈ ਆਪ ਨਾ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬਹਿਣਾ ਹੈ, ਨਾ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣਾ। ਉਹ ਸਾਰੇ ਕਿਸਾਨਾਂ ਦੀ, ਸਾਰੇ ਦੇਸ਼ ਦੀ ਲੜਾਈ ਲੜ ਰਹੇ ਆ। ਇਸ ਕਰਕੇ ਆਪਾਂ ਉਹਨਾਂ ਦਾ ਸਾਥ ਦੇਣਾ ਹੈਗਾ। ਅਸੀਂ ਕੁਝ ਬੈਨਰ ਵੀ ਬਣਾ ਕੇ ਲਿਆਏ ਤੁਹਾਡੇ ਵਾਸਤੇ, ਕੁਝ ਅਸੀਂ ਪੈਂਫਲੇਟ ਵੀ ਬਣਾ ਕੇ ਲਿਆਏ ਆ। ਹੋਰ ਚਾਹੀਦੇ ਹੋਏ ਹੋਰ ਭੇਜ ਦਿਆਂਗੇ। ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਠੀਕ ਸਮਝਦੇ ਹੋ ਉਹਨਾਂ ਨੂੰ ਲਾ ਲਿਓ। ਤੇ ਬੇਨਤੀ ਤੁਹਾਨੂੰ ਇਹ ਹੈਗੀ ਆ ਕਿ ਤੁਸੀਂ ਭੈਣਾਂ ਨੂੰ ਵੀ ਨਾਲ ਲੈ ਕੇ ਆਣਾ, ਤੇ ਤੁਸੀਂ ਆਪ ਵੀ ਆਣਾ, ਤੇ ਹੋਰਨਾਂ ਦੋਸਤਾਂ ਮਿੱਤਰਾਂ ਨੂੰ ਵੀ ਜਿੰਨੇ ਵੱਡੀ ਗਿਣਤੀ ਚ ਆ ਸਕਦੇ ਹੋ। ਜਲੰਧਰ ਬਾਈਪਾਸ ਤੇ ਦਾਣਾ ਮੰਡੀ ਹੈ, ਬਹੁਤ ਵੱਡੀ ਹੈ, ਸ਼ੈੱਡ ਹੈਗੀ, ਇੱਕ ਸ਼ੈੱਡ ਜਿਹੜੀ ਹੈਗੀ 5-7 ਹਜ਼ਾਰ ਬੰਦੇ ਦੀ ਬਹਿਣ ਵਾਲੀ ਸ਼ੈੱਡ ਹੈ। 4-5 ਸ਼ੈੱਡ ਹੈਗੀਆਂ, ਉਹਨਾਂ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਸੋ ਇਸ ਕਰਕੇ ਤੁਸੀਂ ਜ਼ਰੂਰ, ਤੁਹਾਨੂੰ ਅਸੀਂ ਇਕੱਠੇ ਹੋ ਕੇ ਇਹ ਬੇਨਤੀ ਕਰਨ ਆਏ ਆ ਕਿ ਤੁਸੀਂ ਉੱਥੇ ਦਰਸ਼ਨ ਦੇਣੇ ਆ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੂੰ ਹੀ ਡਿਸਕਸ ਕਰਨ ਵਾਸਤੇ ਆਏ ਹਾਂ, ਕਿਉਂਕਿ ਕੋਈ ਵੀ ਸੰਘਰਸ਼ ਹੈ, ਕੋਈ ਅੰਦੋਲਨ ਹੈ, ਉਹਦੀ ਕਾਮਯਾਬੀ ਸਾਡੇ ਇਕੱਠੇ ਹੋਣ ਨਾਲ ਹੀ ਹੋ ਸਕਦੀ ਹੈ। ਜੇ ਅਸੀਂ ਅਲੱਗ-ਅਲੱਗ ਰਵਾਂਗੇ ਤਾਂ ਕਾਮਯਾਬ ਨਹੀਂ ਹੋ ਸਕਦੇ ਕਿਸੇ ਵੀ ਅੰਦੋਲਨ ਦੇ ਵਿੱਚ, ਕਿਸੇ ਵੀ ਮੂਵਮੈਂਟ ਦੇ ਵਿੱਚ। ਵੈਸੇ ਤਾਂ ਪੰਜਾਬ ਨੇ ਲੀਡ ਲਈ ਹੋਈ ਹੈ। ਅਸੀਂ ਦੇਖਦੇ ਹਾਂ ਸਤੰਬਰ ਤੋਂ ਹੀ ਪੰਜਾਬ ਵਿੱਚ ਰੇਲ ਬੰਦ ਕਰਕੇ ਤੇ ਜੇ ਕਿਸਾਨੀ ਜਿਹੜੇ ਕਾਨੂੰਨ ਸੀ ਉਹਨਾਂ ਦੇ ਅਗੇਂਸਟ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਇਕੱਠੇ ਹੋਏ। ਪਰ ਉਸ ਤੋਂ ਬਾਅਦ ਦਿੱਲੀ ਤੇ ਵੀ ਜਾ ਕੇ ਹੁਣ ਮੇਰੇ ਖਿਆਲ 100 ਦਿਨ ਤੋਂ ਵੀ ਉੱਪਰ ਹੋ ਚੁੱਕਿਆ, 3 ਮਹੀਨੇ ਤੋਂ ਉੱਪਰ ਚੌਥਾ ਮਹੀਨਾ ਚੱਲ ਪਿਆ, ਪਰ ਸਰਕਾਰ ਦੇ ਹਲੇ ਕੰਨ ਤੇ ਕੋਈ ਜੂ ਨਹੀਂ ਸਰਕ ਰਹੀ। ਉਹ ਸਰਕਾਰ ਨੂੰ ਜਗਾਉਣ ਵਾਸਤੇ ਹੀ ਜਿਹੜੇ ਮਹਾ ਪੰਚਾਇਤ ਕਈ ਜਗ੍ਹਾ ਹੋ ਰਹੀ ਹੈ, ਤੇ ਉਹਦੇ ਵਿੱਚ ਸਾਨੂੰ ਹਰ ਇੱਕ ਨੂੰ ਤਨ ਮਨ ਤੇ ਧਨ ਦੇ ਨਾਲ ਯੋਗਦਾਨ ਦੀ ਜ਼ਰੂਰਤ ਹੈ। ਤੇ ਇਸੇ ਹੀ ਲੜੀ ਵਿੱਚ 28 ਤਰੀਕ ਨੂੰ ਇੱਕ ਐਤਵਾਰ ਛੱਡ ਕੇ ਦੂਸਰਾ ਐਤਵਾਰ ਜਿਹੜਾ ਆ ਰਿਹਾ ਹੈ, 28 ਮਾਰਚ ਲੁਧਿਆਣਾ ਜਲੰਧਰ ਬਾਈਪਾਸ ਦੇ ਦਾਣਾ ਮੰਡੀ ਵਿੱਚ ਬਹੁਤ ਵੱਡਾ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਹਦੇ ਵਿੱਚ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਤੁਸੀਂ ਜ਼ਿੰਮੇਵਾਰੀ ਲੈਣੀ ਹੈ ਇੱਥੋਂ ਗੁਰੂ ਘਰ ਤੋਂ ਕਿ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਯੋਗਦਾਨ ਦੇ ਸਕਦੇ ਹੋ, ਕਿਉਂਕਿ ਵੱਧ ਤੋਂ ਵੱਧ ਜੇ ਅਸੀਂ ਉੱਥੇ ਇਕੱਠੇ ਹੋਵਾਂਗੇ, ਪ੍ਰਦਰਸ਼ਨ ਕਰਾਂਗੇ, ਉਹੀ ਹੀ ਪ੍ਰੈਸ਼ਰ ਜਿਹੜਾ ਬਣਦਾ ਹੈ ਸਰਕਾਰ ਦੇ ਉੱਪਰ, ਇਹ ਕਾਨੂੰਨਾਂ ਨੂੰ ਵਾਪਸ ਕਰਨ ਦਾ ਹੋ ਸਕਦਾ ਹੈ। ਜੇ ਅਸੀਂ ਅਲੱਗ ਤਰ੍ਹਾਂ ਕੇ ਰਵਾਂਗੇ ਤਾਂ ਸਰਕਾਰ ਨੇ ਕਿਸੇ ਦੀ ਗੱਲ ਨਹੀਂ ਸੁਣਨੀ, ਕਿਉਂਕਿ ਉਹਨਾਂ ਨੂੰ ਇੱਕ ਡਿਵਾਈਡ ਐਂਡ ਰੂਲ ਦਾ ਜਿਹੜਾ ਫਾਰਮੂਲਾ ਹੈ ਉਹ ਹਰ ਸਰਕਾਰ ਯੂਜ਼ ਕਰਦੀ ਹੈ। ਜਿੱਥੇ ਵੀ ਜਾਓ ਉਹਨਾਂ ਨੇ ਡਿਵਾਈਡ ਕਰਕੇ, ਪਹਿਲਾਂ ਜਿਹੜਾ ਸੀਏ ਵਾਲਾ ਕਾਨੂੰਨ ਸੀਗਾ ਉਹ 'ਚ ਮੁਸਲਮਾਨਾਂ ਨੂੰ ਅਲੱਗ ਕਰ ਦਿੱਤਾ ਗਿਆ, ਤੇ ਮੁਸਲਮਾਨ ਇਕੱਲੇ ਉਹ ਲੜਾਈ ਨਹੀਂ ਲੜ ਸਕਦੇ, ਉਹਨਾਂ ਨਾਲ ਵੀ ਉੱਥੇ ਬੈਠ ਕੇ ਆਪਣੇ ਹਿੱਤ ਤੋਂ ਕਿਸਾਨਾਂ ਨੇ, ਮਜ਼ਦੂਰਾਂ ਨੇ, ਹੋਰ ਆਪਣੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਪਰ ਕਰੋਨਾ ਦੇ ਦੌਰਾਨ ਕਰੋਨਾ ਨੂੰ ਇੱਕ ਬਣਾ ਕੇ ਮੁੱਖ ਵੀ ਕਰੋਨਾ ਹੈ ਜੀ, ਇੱਥੇ ਇਕੱਠੇ ਨਹੀਂ ਹੋਣਾ, ਹੋਰ ਨਹੀਂ ਹੋਣਾ, ਉਹ ਚੀਜ਼ਾਂ ਨੂੰ ਨਾਲ ਲੈ ਕੇ ਉਹ ਮੂਵਮੈਂਟ ਨੂੰ ਫੇਲ ਕੀਤਾ ਗਿਆ। ਸਾਡੀ ਕੋਰਟਾਂ ਵੀ ਉਹਦੇ ਵਿੱਚ ਦਖਲ ਨਹੀਂ ਦੇ ਰਹੀਆਂ, ਸਰਕਾਰ ਗਲਤ ਆ ਉਹ ਕਹਿਣ ਦੇ ਉਹਨਾਂ ਵਿੱਚ ਜ਼ਰੂਰਤ ਨਹੀਂ ਹੈ, ਉਹ ਵੀ ਸਰਕਾਰ ਦੇ ਪੱਖ ਦੇ ਵਿੱਚ ਹੀ ਬਿਆਨ ਦੇ ਦਿੰਦੀਆਂ ਨੇ, ਉਹੀ ਫੈਸਲਾ ਕਰ ਦਿੰਦੀਆਂ ਨੇ ਵੀ ਖਾਲੀ ਕਰ ਦਿਓ ਜੀ। ਹੁਣ ਜਿਹੜਾ ਇਹ ਚੱਲ ਰਿਹਾ ਅੰਦੋਲਨ ਆਪਣਾ ਬਾਈਪਾਸ ਦੇ ਉੱਪਰ, ਸਾਰੇ ਚਾਰੇ ਪਾਸੋਂ ਦਿੱਲੀ ਨੂੰ ਘਿਰਿਆ ਹੋਇਆ, ਤੇ ਕੱਲ ਤੋਂ 12 ਤਰੀਕ ਤੋਂ ਲੈ ਕੇ ਆਪਣਾ ਜਿਹੜਾ ਬੰਗਾਲ ਦਾ ਵੀ ਤੁਸੀਂ ਦੇਖ ਲਿਆ ਹੋਊਗਾ, ਬੰਗਾਲ ਦੇ ਵਿੱਚ ਇੱਕ ਤਰ੍ਹਾਂ ਦੀ ਹੁਣ ਸਰਕਾਰ ਨੂੰ ਭਾਜੜ ਪਾਈ ਹੋਈ ਹੈ। ਉੱਥੇ ਜਿਹੜਾ ਲੈਕਚਰ ਆਪਣੇ ਇਧਰੋਂ ਲੀਡਰ ਜਾ ਕੇ ਦੇ ਰਹੇ ਨੇ, ਉਹਨਾਂ ਦੇ ਇਹੀ ਆ ਵੀ ਅਸੀਂ ਬੀਜੇਪੀ ਨੂੰ ਹਰਾਉਣਾ ਹੈ, ਤਾਂ ਕਿ ਇਹਨਾਂ ਨੂੰ ਪਤਾ ਲੱਗੇ, ਪ੍ਰੈਸ਼ਰ ਇਹਨਾਂ ਦੇ ਉੱਪਰ ਪਵੇ, ਸਾਡੇ ਕਾਨੂੰਨ ਵਾਪਸ ਕਰਕੇ ਨਵੇਂ ਕਾਨੂੰਨ ਬਣਾਏ ਜਾਣ। ਉਹਦਾ ਇੱਕ ਬਹੁਤ ਵੱਡਾ ਅਸਰ ਬਣਨਾ ਹੈ। ਬੰਗਾਲ ਦੀ ਜਿਹੜੀ ਹਾਰ ਹੈ ਇਹਨਾਂ ਦੀ, ਉਹ ਇੱਕ ਪੂਰਾ ਇਹਨਾਂ ਨੂੰ ਇੱਕ ਸਬਕ ਮਿਲ ਜਾਊਗਾ, ਅਸਾਮ ਤੇ ਬੰਗਾਲ, ਕਿਉਂਕਿ ਕੇਰਲਾ ਦੇ ਵਿੱਚ ਤੇ ਤਮਿਲਨਾਡੂ ਜਿਹੜੇ ਇਹਨਾਂ ਦਾ ਕੋਈ ਬੋਲਬਾਲਾ ਨਹੀਂ ਹੈਗਾ।
ਪੌਂਡੀਚੇਰੀ ਬਹੁਤ ਛੋਟਾ ਜਿਹਾ ਸਟੇਟ, ਜਿਹੜੀ ਪੌਂਡੀਚੇਰੀ ਉਹ ਤਾਂ ਚੰਡੀਗੜ੍ਹ ਜਿੰਨਾ ਕੁ ਹੈਗਾ ਸਿਟੀ, ਤੇ ਉਹ ਜਿਹੜਾ ਬੰਗਾਲ ਦੇ ਉੱਪਰ ਨਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨੂੰ ਬਹੁਤ ਵੱਡੀ ਇੱਕ ਸਾਡੇ ਵੱਲੋਂ ਜਿਹੜੀ ਹੈਗੀ ਹਰਾਉਣ ਦੀ ਕੋਸ਼ਿਸ਼ ਹੈ। 294 ਸੀਟਾਂ ਨੇ ਉੱਥੇ, 294 ਹੀ ਗਰੁੱਪ ਬਣਾ ਕੇ ਹਰ ਬਲਾਕ ਦੇ ਵਿੱਚ ਭੇਜੇ ਗਏ ਨੇ, ਤੇ ਉਹਨਾਂ ਨੂੰ ਦੱਸਿਆ ਜਾਵੇ ਲੋਕਾਂ ਨੂੰ ਵੀ ਆਹ ਦੇਖੋ ਤੇ ਸਰਕਾਰ ਕਿੱਦਾਂ ਧੱਕਾ ਕਰ ਰਹੀ ਹੈ। ਤੇ ਉਸ ਕਰਕੇ ਹੀ ਜਿਹੜਾ ਇਹ ਆਪਣਾ 28 ਤਰੀਕ ਨੂੰ ਮਹਾ ਪੰਚਾਇਤ ਰੱਖਿਆ ਹੈ, ਇਹਦੇ ਵਿੱਚ ਬਹੁਤ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਮਜ਼ਦੂਰਾਂ ਦੀ ਜ਼ਿਆਦਾ ਸਟਰੈਂਥ ਸ਼ੋ ਕਰਨੀ ਅਸੀਂ, ਕਿਉਂਕਿ ਕਿਸਾਨ ਆਲਰੇਡੀ ਚੱਲ ਰਿਹਾ, ਪਰ ਕਿਸਾਨਾਂ ਦੇ ਨਾਲ ਮਜ਼ਦੂਰ ਤੇ ਆਪਣੇ ਮਲੇਰਕੋਟਲੇ ਵੀ ਜਾਵਾਂਗੇ, ਉੱਥੋਂ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਟੋਪੀ ਇੱਕ ਨਜ਼ਰ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਹ ਇੱਕ ਮੈਸੇਜ ਜਾਣਾ ਚਾਹੀਦਾ ਹੈ ਕਿ ਇਕੱਲੇ ਕਿਸਾਨ ਨਹੀਂ ਹੈ, ਮਜ਼ਦੂਰ ਤੇ ਹੋਰ ਵਰਗ, ਮਿਨੋਰਟੀਜ਼ ਸਾਰੇ ਇਕੱਠੇ ਹੋ ਰਹੇ ਨੇ। ਜਿੰਨਾ ਚਿਰ ਉਹਨਾਂ ਨੂੰ ਇਕੱਠ ਨਹੀਂ ਸ਼ੋ ਹੁੰਦਾ, ਕਿਉਂਕਿ ਡਿਵਾਈਡ ਐਂਡ ਰੂਲ ਦੇ ਫਾਰਮੂਲੇ ਨਾਲ ਉਹਨਾਂ ਨੇ ਦੇਖ ਲਿਆ ਕਿ ਅਸੀਂ ਇਹਨਾਂ ਨੂੰ ਅਲੱਗ-ਅਲੱਗ ਕਰਕੇ ਮਾਰਾਂਗੇ। ਅੱਜ ਕਿਸਾਨ ਨੂੰ ਹੈ, ਕੱਲ ਮਜ਼ਦੂਰ ਨੂੰ ਹੈ, ਪਰਸੋਂ ਨੂੰ ਮੁਸਲਮਾਨ, ਤਾਂ ਪਹਿਲੇ ਹੀ ਉਹਨਾਂ ਨੇ ਸ਼ੁਰੂ ਕਰਤਾ, ਤੇ ਉਹ ਉਸ ਨੂੰ ਬਚਾਉਣ ਵਾਸਤੇ ਸਾਰੇ ਵਰਗ ਨੂੰ ਇਕੱਠਾ ਹੋਣਾ ਪਊਗਾ। ਬਹੁਤ ਜ਼ੋਰਦਾਰ ਅਪੀਲ ਤੁਹਾਨੂੰ ਸਾਰਿਆਂ ਨੂੰ ਹੈ, ਕਿਉਂਕਿ ਸਾਰੇ ਕਾਨੂੰਨਾਂ ਬਾਰੇ ਆਪਾਂ ਹੁਣ ਡਿਸਕਸ ਨਹੀਂ ਕਰਦੇ, ਤੁਹਾਨੂੰ ਸਾਰਿਆਂ ਨੂੰ ਪਤਾ ਫਾਰਮਰ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਨਾਲ ਹੀ ਮਜ਼ਦੂਰ ਦੇ ਕਾਨੂੰਨ ਨੇ। ਮਜ਼ਦੂਰਾਂ ਨੂੰ ਬਿਲਕੁਲ ਉਹਨਾਂ ਨੇ ਉਹ ਲਾਤਾ 1947 ਤੋਂ ਪਹਿਲਾਂ ਦੇ ਕਾਨੂੰਨ ਲਿਆਂਦੇ ਵੀ ਉਹਨਾਂ ਦਾ ਕੋਈ ਸੁਣਵਾਈ ਨਹੀਂ। ਲੇਬਰ ਕੋਰਟ ਸੀਗੀ, ਲੇਬਰ ਕੋਰਟ ਮੈਂ ਖਤਮ ਕਰ ਦਿੱਤੀ, ਕਿਤੇ ਕੋਰਟ 'ਚ ਵੀ ਨਹੀਂ ਜਾ ਸਕਦੇ ਤੁਸੀਂ, ਉਹ ਕਿਉਂਕਿ ਗਰੀਬ ਬੰਦਾ ਨੂੰ ਪਤਾ ਹੀ ਨਹੀਂ ਹੈ ਵੀ ਸਾਡਾ ਚੇਂਜ ਹੋਊਗੀ। ਉਹਨਾਂ ਨੂੰ ਵੀ ਜਾਗਰਤ ਕਰਕੇ ਆਪਣੇ ਨਾਲ ਲਾ ਕੇ, ਆਪਣੇ ਮੋਢੇ ਨਾਲ ਮੋਢਾ ਲਗਾ ਕੇ, ਉਹ ਉਹਨਾਂ ਦਾ ਵੀ ਜਿਵੇਂ ਲੱਕੜੀ ਦੇ ਰਸਕ ਲੋਹਾ ਤਰਜਨ ਹੈ, ਤੇ ਬਾਕੀਆਂ ਨੂੰ ਵੀ ਆਪਾਂ ਤਾਰਨਾ। ਕਿਸਾਨ ਅੰਦੋਲਨ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ, ਪੂਰੇ ਹਿੰਦੁਸਤਾਨ 'ਚ, ਪੂਰੀ ਦੁਨੀਆ ਵਿੱਚ ਇਹਦਾ ਨਾਮ ਚੱਲ ਰਿਹਾ, ਕਿਉਂਕਿ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ 90 MP ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਉਹਨਾਂ ਦਾ ਆਉਣਾ ਸੀ, ਇੱਥੇ ਆਉਣ ਨਹੀਂ ਦਿੱਤਾ ਹੈਗਾ। ਜਿਹੜਾ ਇਹਨਾਂ ਦਾ ਆਪਣਾ 26 ਜਨਵਰੀ ਨੂੰ ਚੀਫ ਗੈਸਟ ਸੀਗਾ ਇੰਗਲੈਂਡ ਦਾ ਪ੍ਰਧਾਨ ਮੰਤਰੀ, ਉਹਨਾਂ ਨੂੰ ਆਉਣ ਨਹੀਂ ਦਿੱਤਾ, ਉਹਨਾਂ ਨੂੰ ਮਨਾ ਕਰਨਾ ਪੈ ਗਿਆ, ਜੋ ਕਿ ਇਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਸੀਗੀ। ਪਰ ਇਹ ਸਮਝਣ ਵਾਲੇ ਨਹੀਂ ਹੈਗੇ ਬੰਦੇ, ਇਹਨਾਂ ਨੂੰ ਹੋਰ ਸਮਝਾਉਣ ਵਾਸਤੇ ਸਾਨੂੰ ਅੱਗੇ ਆਉਣਾ ਪਊਗਾ, ਸਾਰਿਆਂ ਨੂੰ ਜ਼ੋਰ ਲਾਉਣਾ ਪਊਗਾ। ਤੇ 28 ਤਰੀਕ ਦਾ ਜਿਹੜਾ ਲੁਧਿਆਣੇ ਦਾ ਪ੍ਰੋਗਰਾਮ ਹੈ ਮਹਾ ਪੰਚਾਇਤ, ਇਹਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਹੈ, ਤੇ ਤੁਸੀਂ ਕੁਝ ਬੰਦੇ ਆਪਣੇ ਵਿੱਚੋਂ ਬਹੁਤ ਵਾਰ ਜ਼ਿੰਮੇਵਾਰੀ ਲਓ ਕਿ ਆਪਣੇ ਇੱਥੋਂ ਕੀ ਆਪਾਂ ਕਿੰਨਾ ਬੰਦੇ ਇੱਥੋਂ ਭੇਜਾਂਗੇ, ਕਿ ਬੀਬੀਆਂ ਦਾ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਟਿਕਰੀ ਬਾਰਡਰ ਦੇ ਉੱਪਰ ਜਿਹੜਾ ਆਪਣਾ 8 ਤਰੀਕ ਨੂੰ ਮਹਿਲਾ ਦਿਵਸ ਸੀਗਾ, ਉਸ ਦਿਨ ਬਹੁਤ ਵੱਡੀ ਗਿਣਤੀ ਵਿੱਚ ਬੀਬੀਆਂ ਉੱਥੇ ਪਹੁੰਚੀਆਂ ਨੇ, ਔਰ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ। ਇਕੱਲੇ ਮਰਦਾਂ ਨਾਲ ਨਹੀਂ ਹੋਣਾ, ਬੀਬੀਆਂ ਨੂੰ ਵੀ ਅਸੀਂ ਭਾਗੀਦਾਰ ਬਹੁਤ ਵੱਡੇ ਲੈਵਲ ਦੇ ਵਿੱਚ, ਬੜੇ ਉਹਨਾਂ ਦੇ ਵਿੱਚ ਜੋਸ਼ ਆ ਤੇ ਪਹੁੰਚਦੀਆਂ ਨੇ। ਤੇ ਆਪਾਂ ਨੂੰ ਇੱਥੋਂ ਕਿੰਨੀਆਂ ਬੀਬੀਆਂ, ਕਿੰਨੇ ਇੱਥੋਂ ਗੱਡੀਆਂ ਚੱਲਣਗੀਆਂ, ਇਹ ਹੁਣ ਤੁਸੀਂ ਦੱਸਣਾ, ਤੁਸੀਂ ਹੱਥ ਖੜੇ ਕਰਕੇ ਆਪਣੇ ਵਿੱਚੋਂ ਜ਼ਿੰਮੇਵਾਰੀ ਲੈਣੀ ਹੈ ਵੀ ਅਸੀਂ ਇੱਥੋਂ ਆਪਣੇ ਏਰੀਏ ਦੇ ਵਿੱਚੋਂ ਵੀ ਉੱਥੇ ਪਹੁੰਚਣਾ। ਇੱਕ ਟਾਈਮ ਦੀ ਪਾਬੰਦੀ ਜ਼ਰੂਰ ਰੱਖੋ, ਕਿਉਂਕਿ ਟਾਈਮ ਸਾਰਿਆਂ ਕੋਲੇ ਬਹੁਤ ਲਿਮਟਡ ਹੈ। ਰਾਜੇਵਾਲ ਸਾਹਿਬ ਨੇ ਤੇ ਖੁਦ ਵੀ ਲੱਗੇ ਹੋਏ ਨੇ, ਉਹ ਫਿਰ ਉੱਥੇ ਆਪਣੇ ਪਹੁੰਚਣਗੇ, ਲੁਧਿਆਣੇ ਪਹੁੰਚਣਾ। ਕਾਦੀਆਂ ਹਰਮੀਤ ਕਾਦੀਆਂ, ਉਹ ਵੀ ਉੱਥੇ ਲੁਧਿਆਣੇ ਕੋਲੇ ਪਿੰਡ ਆ, ਉਹ ਉਸ ਏਰੀਏ ਦੇ ਬਹੁਤ ਵੱਡੇ ਲੀਡਰ ਹੈ, ਉਹਨਾਂ ਨੇ ਵੀ ਉੱਥੇ ਪਹੁੰਚਣਾ। ਐਡਵੋਕੇਟ ਭਾਨੂ ਪ੍ਰਸ਼ਾਦ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਉੱਥੇ ਪਹੁੰਚਣਾ। ਉਹ ਲੜਕੀ ਨਵਦੀਪ ਕੌਰ ਜਿਹੜੀ ਉੱਥੇ ਇਹਨਾਂ ਨੇ ਅਰੈਸਟ ਕੀਤੀ ਹੋਈ ਸੀਗੀ, ਉਹ ਵੀ ਉੱਥੇ ਸਪੈਸ਼ਲ ਪਹੁੰਚ ਰਹੀ ਹੈ। ਦੂਸਰੇ ਇੱਕ ਮਿਸਟਰ ਸ਼ਾਹ ਹੈਗੇ ਐਡਵੋਕੇਟ ਸੁਪਰੀਮ ਕੋਰਟ ਦੇ, ਉਹ ਵੀ ਉੱਥੇ ਸਪੈਸ਼ਲ ਪਹੁੰਚਣਗੇ। ਪ੍ਰੋਫੈਸਰ ਮਨਜੀਤ ਸਿੰਘ ਉਧਰ ਗਏ ਹੋਏ ਨੇ, ਉਹਨਾਂ ਨੇ ਸਾਰਿਆਂ ਨੇ ਉੱਥੇ ਪਹੁੰਚਣਾ, ਤੇ ਉਹਨਾਂ ਨੂੰ ਸੁਣਨ ਵਾਸਤੇ ਵੀ। ਤੇ ਜਿੰਨਾ ਵੀ ਅਸੀਂ ਟਾਈਮਲੀ ਆਪਾਂ 10 ਵਜੇ ਦਾ ਆਪਾਂ ਦੇਖੀਏ, ਆਪਾਂ 9:30 ਵਜੇ ਉੱਥੇ ਪਹੁੰਚਣਾ। 9:30 ਵਜੇ ਅਸੀਂ ਪਹੁੰਚ ਕੇ ਪੂਰਾ ਆ ਕੇ ਸਾਰਿਆਂ ਨੂੰ ਅਸੀਂ ਸੁਣ ਵੀ ਸਕੀਏ। ਚਾਹ ਪਾਣੀ ਦਾ ਪ੍ਰਬੰਧ ਤੇ ਲੰਗਰ ਦਾ ਪ੍ਰਬੰਧ ਉੱਥੇ ਸਪੈਸ਼ਲ ਕੀਤਾ ਗਿਆ। ਬੈਠਣ ਦਾ ਅਰੇਂਜਮੈਂਟ ਹੋਊਗਾ, ਬੜੇ ਸ਼ੈਡ ਨੇ ਉਹ ਜਿਹੜੇ ਦਾਣਾ ਮੰਡੀ ਦੇ ਨੇ, ਤੇ ਉਹਦੇ ਵਿੱਚ ਆਪਾਂ ਨੂੰ ਕੋਈ ਮੇਰਾ ਤਕਲੀਫ ਨਹੀਂ ਆਊਗੀ। ਨਾਲ ਵਾਲੇ ਸਾਰੇ ਸ਼ੈਡ ਜਿਹੜੇ ਹੈਗੇ ਨੇ, ਉਹ ਤਿੰਨੋਂ ਜਗ੍ਹਾ ਖਾਲੀ ਕੀਤਾ ਹੋਇਆ, ਉਧਰ ਪਰਮਿਸ਼ਨ ਵੀ ਲੈ ਲਈ ਗਈ ਹੈ। ਤੇ ਇਹਨੂੰ ਇੱਕ ਕਾਮਯਾਬੀ ਜਿਹੜੀ ਸਾਡੀ ਇਹਦੀ ਪ੍ਰਦਰਸ਼ਨ ਐਡਾ ਵੱਡਾ ਹੋ ਜਾਏ ਕਿ ਉਹਨਾਂ ਦੇ ਘੱਟੋ ਘੱਟ ਸਰਕਾਰ ਨੂੰ ਵੀ ਪਤਾ ਲੱਗ ਜਾਏ ਵੀ ਇਕੱਲਾ ਕਿਸਾਨ ਦਾ ਨਹੀਂ ਹੈਗਾ, ਇਹ ਮਜ਼ਦੂਰ ਤੇ ਮਿਨੋਰਟੀਜ਼ ਨਾਲ ਮੁਸਲਮਾਨ ਭਾਈਚਾਰਾ ਵੀ, ਹੋਰ ਜਿਹੜੇ ਚਾਹੇ ਈਸਾਈ ਹੈ, ਉਹ ਵੀ ਸਾਰੇ ਇਹਦੇ ਵਿੱਚ ਆਏ ਹੋਏ ਨੇ। ਉਹ ਅਸੀਂ ਇੱਕ ਜਿਹੜਾ ਇਹਦੇ ਵਿੱਚ ਘਾਟ ਲੱਗਦੀ ਸੀ ਨਾ ਆਪਣੇ ਅੰਦੋਲਨ ਵਿੱਚ, ਉੱਥੇ ਦਿਖਾਈ ਨਹੀਂ ਦਿੰਦਾ। ਕਿਸਾਨ ਮਜ਼ਦੂਰ ਆਪਾਂ ਲਿਖਿਆ ਹੋਇਆ, ਬੋਰਡ ਲੱਗੇ ਨੇ ਸਾਰੇ, ਪਰ ਮਜ਼ਦੂਰਾਂ ਦਾ ਉਹਦੇ ਵਿੱਚ ਦਿਖਾਈ ਨਹੀਂ ਦੇ ਰਿਹਾ, ਇਹ ਮਜ਼ਦੂਰ ਹੀ ਬੈਠੇ ਨੇ। ਉਹ ਮਜ਼ਦੂਰਾਂ ਦੇ ਵਿੱਚ ਇੱਕ ਸਪੈਸ਼ਲ ਨੀਲੇ ਝੰਡੇ, ਨੀਲੇ ਉਹਨਾਂ ਦੇ ਆਪਣੇ ਸਰੋਪੇ, ਹਰੇ ਰੰਗ ਦਾ, ਪੀਲੇ ਰੰਗ ਦਾ ਸਰੋਪੇ ਚੱਲ ਰਹੇ ਨੇ, ਪਹਿਲਾਂ ਨੀਲੇ ਰੰਗ ਦਾ ਵੀ ਦੇਣਾ। ਨੀਲੇ ਰੰਗ ਦਾ ਵੀ ਇੱਕ ਮਜ਼ਦੂਰਾਂ ਦਾ ਨਿਸ਼ਾਨ ਹੈ, ਉਹ ਵੀ ਨਾਲ ਜੁੜ ਗਏ। ਤੇ ਚਿੱਟੀਆਂ ਟੋਪੀਆਂ ਜਿਹੜੀਆਂ ਆਪਣੇ ਮੁਸਲਮਾਨ ਭਾਈਚਾਰੇ ਕੋਲ ਹੋਣਗੀਆਂ, ਉਹ ਵੀ ਵਿੱਚ ਲਾਉਣੀਆਂ ਨੇ ਆਪਾਂ ਨੇ, ਤਾਂ ਕਿ ਵੱਡਾ ਇੱਕ ਪ੍ਰਦਰਸ਼ਨ ਜਿਹੜਾ ਹੋਊਗਾ, ਉਹ ਜਾ ਕੇ ਇਹੀ ਕਰਕੇ ਹੀ ਸਾਨੂੰ ਕੁਝ ਜਿਹੜਾ ਇਨਸਾਫ ਮਿਲਣ ਦੀ ਆਸ ਹੋ ਸਕਦੀ ਹੈ।
ਇਲੈਕਸ਼ਨ ਹੁਣ 5 ਸਟੇਟਾਂ ਵਿੱਚ ਹੈ, ਇੱਥੋਂ ਹਾਰ ਇਹਨਾਂ ਦੀ ਹੋਗੀ ਤਾਂ ਉਦੋਂ ਮੁੜ ਕੇ ਫਿਰ ਆਪਣੀ ਆ ਰਹੀ ਹੈ ਪੰਜਾਬ ਤੇ ਯੂਪੀ ਦੀ ਇਲੈਕਸ਼ਨ। ਇਹੀ ਇੱਕ ਜਿਹੜੀ ਵੋਟ ਤੇ ਚੋਟ ਵਾਲਾ ਆਪਾਂ ਨੇ ਨਾਰਾ ਲਾਇਆ ਨਾ, ਵੋਟ ਤੇ ਚੋਟ, ਤੇ ਇਹਦੇ ਨਾਲ ਹੀ ਸਰਕਾਰ ਜਾ ਸਕਦੀ ਹੈ। ਅਦਰਵਾਈਜ਼ ਸਰਕਾਰ ਦੇ ਪ੍ਰਸ਼ਾਸਨ ਨਹੀਂ ਬੈਠੇ, ਕਹਿੰਦੇ ਬੈਠੇ ਰਹੋ, ਕੋਈ ਗੱਲ ਨਹੀਂ, ਅਸੀਂ ਗੱਲ ਕਰਨ ਨੂੰ ਤਿਆਰ ਨਹੀਂ। ਪ੍ਰਧਾਨ ਮੰਤਰੀ ਨੇ ਬੋਲਤਾ ਵੀ ਸਾਨੂੰ ਤੁਸੀਂ ਮੈਂ ਇੱਕ ਤੁਹਾਡੇ ਤੋਂ ਕਾਲ ਦੇ ਕੋਲ ਦੂਰ ਹੈ ਵੀ ਟੈਲੀਫੋਨ ਕਰੋ, ਕਿ ਉਹ ਨੰਬਰ ਕੋਈ ਨਹੀਂ ਹੈ, ਟੈਲੀਫੋਨ ਕਿਹਨੂੰ ਕੀਤਾ ਜਾਵੇ, ਉਹ ਕਿਹੜਾ ਨੰਬਰ ਹੈ ਜਿਹਦੇ ਪਰ ਟੈਲੀਫੋਨ ਕੀਤਾ ਜਾਊ, ਕੋਈ ਉਧਰੋਂ ਹਲੇ ਹਿਲਜੁਲ ਨਹੀਂ ਹੋ ਰਹੀ। ਪਰ ਜੇ ਉਹਨੇ ਆਪਾਂ ਨੇ ਜਗਾਉਣਾ ਹੈ ਤਾਂ ਇਹਦੇ ਉੱਪਰ ਹੀ ਹੈ ਵੀ ਉਹਨਾਂ ਹਾਰ ਸ਼ੁਰੂ ਹੋ ਗਈ ਉਹਨਾਂ ਦੀ। ਯੂਪੀ ਬਹੁਤ ਵੱਡਾ, ਕਿਉਂਕਿ ਸਾਰਿਆਂ ਨੂੰ ਪਤਾ 80 MP ਯੂਪੀ ਦੇ ਨੇ, ਉਹ ਹਾਰ ਉਹਨਾਂ ਨੂੰ ਝੱਲਣੀ ਫਿਰ ਹੋ ਜੂ, ਸਾਨੂੰ ਕੁਝ ਕਰਨਾ ਪਊਗਾ। ਉਹ ਨੇੜੇ ਆ ਗਈ ਇਲੈਕਸ਼ਨ, ਆਪਣੀ ਪੰਜਾਬ ਦੀ ਇਲੈਕਸ਼ਨ ਆਈ ਖੜੀ ਹੈ, ਇਦੋਂ ਖਤਮ ਹੁੰਦੀ ਹੈ ਤਾਂ ਮੁੜ ਕੇ ਪੰਜਾਬ ਦੀ ਮਈ ਦੇ ਵਿੱਚ ਰਿਜ਼ਲਟ ਆਉਣਾ ਇਹਦਾ, ਅਪ੍ਰੈਲ 6 ਅਪ੍ਰੈਲ ਤੋਂ ਸਾਰੇ ਇਲੈਕਸ਼ਨ। ਕਿਉਂਕਿ ਉਹਨਾਂ ਨੇ ਬਿਲਕੁਲ ਛੜਯੰਤਰ ਦੇ ਨਾਲ ਜਾਣਬੁੱਝ ਕੇ ਕਰ ਰਹੇ ਨੇ। ਬੰਗਾਲ ਨੂੰ 8 ਜ਼ੋਨਾਂ ਵਿੱਚ ਵੰਡ ਲਿਆ ਉਹਨਾਂ ਨੇ, ਜਦਕਿ ਤਮਿਲਨਾਡੂ 230 ਸੀਟਾਂ ਨੇ, ਬੰਗਾਲ ਦੇ ਵਿੱਚ 294 ਸੀਟਾਂ ਨੇ। 230 ਇੱਕ ਤੇ ਚੋਰੀਆਂ ਨੇ, ਉੱਥੋਂ 294 ਵਾਸਤੇ 8 ਫੇਜ਼ ਬਣਾਤੇ ਤੇ ਆਪਣੇ ਸੁਵਿਧਾ ਨਾਲ 20 ਦਾ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਨੇ, 50 JP ਨੱਡਾ ਜਿਹੜਾ ਪ੍ਰਧਾਨ ਆ, 50 ਅਮਿਤ ਸ਼ਾਹ ਦੀਆਂ ਨੇ। ਤਾਂ ਇਹਨਾਂ ਵੀ ਲੋਕਾਂ ਨੂੰ ਝੂਠ ਬੋਲ ਕੇ ਹੀ ਅਸੀਂ ਗੁੰਮਰਾਹ ਕਰਨਾ। ਪਰ ਜਿਹੜੇ ਆਪਣੇ ਹੁਣ ਉਧਰ ਕਿਸਾਨ ਵੀਰ ਹੋਰ ਇੱਥੋਂ ਚਲੇ ਗਏ ਨੇ, ਉਹਨਾਂ ਨੇ ਬੜਾ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਕਿ ਅਸੀਂ ਕਿਸੇ ਦੀ ਇੱਥੇ ਹਮਾਇਤ ਕਰਨ ਨਹੀਂ ਆਏ, ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ, ਅਸੀਂ ਇੱਕ ਏਜੰਡਾ ਲੈ ਕੇ ਆਏ ਵੀ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਇਹਨਾਂ ਨੂੰ ਹਰਾਉਣਾ ਸੀ। ਉਹਨਾਂ ਦਾ ਤੁਸੀਂ ਭਾਸ਼ਣ ਸੁਣਨਾ YouTube ਦੇ ਉੱਪਰ ਆ ਕੇ ਜਿਹੜੇ ਬੋਲ ਰਹੇ ਨੇ ਆਪਣੇ ਵੀਰ ਉੱਧਰ ਜਾ ਕਰ, ਉਹਨਾਂ ਨੇ ਇਹੀ ਕਿਹਾ ਅਸੀਂ ਕਿਸੇ ਦੀ ਹਮਾਇਤ ਕਰਨ ਵਾਸਤੇ ਨਹੀਂ, ਅਸੀਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰ ਰਹੇ, ਪਰ ਇਹਨਾਂ ਨੂੰ ਹਰਾਉਣ ਵਾਸਤੇ ਅਸੀਂ ਆਏ ਹਾਂ, ਤਾਂ ਕਿ ਇਹਨਾਂ ਦਾ ਜਿਹੜਾ ਹੰਕਾਰ ਆ ਉਹ ਦੌੜਨ, ਉਹ ਟੁੱਟੂਗਾ, ਜ਼ਰੂਰ ਟੁੱਟੂਗਾ ਜੇ ਅਸੀਂ ਆਪਾਂ ਇਕੱਠੇ ਹੋ ਜਾਵਾਂਗੇ ਸਾਰੇ। ਜੇ ਅਸੀਂ ਅਲੱਗ ਰਹੇ, ਉਹਨਾਂ ਦੀ ਇਹੀ ਨੀਤੀ ਹੈ ਅਲੱਗ ਕਰਕੇ ਜਾਤਾਂ ਦੇ ਨਾਂ ਤੇ, ਧਰਮ ਦੇ ਨਾਂ ਤੇ ਵੰਡ ਕੇ ਲੋਕਾਂ ਨੂੰ ਆਪਾਂ ਗੁੰਮਰਾਹ ਕਰਨਾ। ਜਾਤਪਾਤ ਕਿਉਂ ਨਹੀਂ ਖਤਮ ਹੋ ਰਹੀ? ਇਸ ਕਰਕੇ ਉਹਦਾ ਬੈਨੀਫਿਟ ਲੈਂਦੇ ਨੇ, ਆਹ ਜਾਤ ਦਾ ਜੀ, ਆਹ ਦੂਸਰੀ ਜਾਤ ਦਾ, ਜਾਂ ਦੂਸਰੇ ਧਰਮ ਦਾ ਜੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ, ਇਹ ਵੀ ਤਾਂ ਜਾਤਪਾਤ ਖਤਮ ਕਰਤੀ। ਇਹ ਤਾਂ ਮਾਨਸ ਕੀ ਜਾਤ ਸਭੇ ਇੱਕੋ ਪਛਾਣ ਉਹ ਹੈ, ਜਿਹੜਾ ਇਨਸਾਨ ਹੈ ਉਹਦੀ ਜਾਤ ਇੱਕੋ ਹੀ ਹੈ, ਉਹਦਾ ਧਰਮ ਇੱਕੋ ਹੀ ਹੈ। ਅਸੀਂ ਵੰਡ ਲਿਆ, ਧਰਮ ਦੇ ਨਾਂ ਦੇ ਉੱਪਰ ਵੰਡ ਰਹੇ। ਇਹਨਾਂ ਦੀ ਜਿਹੜੀ ਚਾਲਾਂ ਨੇ, ਜਿਹੜੀ ਰਾਜ ਕਰਨ ਵਾਲੀ ਨੀਤੀਆਂ ਨੇ, ਡਿਵਾਈਡ ਐਂਡ ਰੂਲ ਨੂੰ, ਉਹਨੂੰ ਹੀ ਅਸੀਂ ਇੱਕ ਸਾਈਡ ਤੇ ਰੱਖ ਕੇ ਗੁਰੂ ਸਾਹਿਬ ਦਾ ਸਹਾਰਾ ਲੈ ਕੇ ਜਿਵੇਂ ਚੱਲ ਰਹੇ ਹਾਂ, ਫਤਿਹ ਦਾ ਨਾਰਾ ਅਸੀਂ ਲਗਾ ਰਹੇ ਹਾਂ, ਤਾਂ ਫਤਿਹ ਤਾਂ ਹੀ ਹੋਊਗੀ ਜੇ ਅਸੀਂ ਇਕੱਠੇ ਹੋ ਜਾਈਏ। ਜਿਹੜੇ ਪੁਰਾਣੇ ਵਿਵਾਦ ਨੇ ਛੋਟੇ ਛੋਟੇ ਪਿੰਡਾਂ 'ਚ ਆਪਾਂ ਦੇਖਦੇ ਹਾਂ, ਕੋਈ ਲੋਕ ਆਪਾਂ ਇਹਦੀ ਹੈਲਪ ਨਹੀਂ ਕਰਨੀ ਜੀ, ਅਸੀਂ ਇਹਨਾਂ ਦੇ ਨਾਲ ਨਹੀਂ ਚੱਲਣਾ ਹੈਗਾ ਜੀ, ਉਹਨਾਂ ਨੂੰ ਭੁੱਲਣਾ ਪਊ। ਕਿਉਂਕਿ ਤੁਸੀਂ ਜਿਹੜਾ ਦੁਸ਼ਮਣ ਆ ਇੱਕੋ ਹੀ ਹੈ, ਸਾਹਮਣੇ ਜਿਹੜਾ ਟਾਰਗੇਟ ਉਹੀ ਹੈ, ਸਾਰਿਆਂ ਦਾ ਟਾਰਗੇਟ ਉਹੀ ਹੈ। ਜੇ ਉਹਨੂੰ ਇੱਥੇ ਆਪਾਂ ਰੋਕ ਲਿਆ ਤਾਂ ਅੱਗੇ ਜਿਹੜੀ ਬਰਬਾਦੀ ਹੋਣੀ ਆ ਉਹ ਤੋਂ ਬਚ ਜਾਵਾਂਗੇ। ਅਦਰਵਾਈਜ਼ ਤਾਂ ਉਹਨੇ ਜਿਹੜੀ ਬਰਬਾਦੀ ਕਰਦਾ ਇੰਨਾ ਰਾਹ ਖੁੱਲ ਗਿਆ ਸੀ, ਜੋ ਮਰਜ਼ੀ ਜਿਹੜੇ ਮਰਜ਼ੀ ਕਾਨੂੰਨ ਪਾਸ ਕਰ ਦੂ ਧੱਕੇ ਨਾਲ। ਚਾਹੇ ਤੇ ਲੋਕ ਸਭਾ ਚ ਉਹਦੀ ਮੈਜੋਰਟੀ ਹੈ, ਪਰ ਰਾਜ ਸਭਾ ਚ ਅੱਜ ਤੱਕ ਵੀ ਮੈਜੋਰਟੀ ਨਹੀਂ ਹੈ, ਉੱਥੇ ਧੱਕੇ ਨਾਲ ਹਲਾ ਲਾਲਾ ਕਰਕੇ ਬਿੱਲ ਪਾਸ ਕਰਦਾ, ਵੋਟਿੰਗ ਨਹੀਂ ਕਰਨ ਦਿੱਤੀ। ਇਹ ਧੱਕਾ ਜਿਹੜਾ ਤਾਂ ਹੀ ਰੁਕ ਸਕਦਾ ਜੇ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ। ਆਪੋਜੀਸ਼ਨ ਪਾਰਟੀ ਕੋਈ ਨਹੀਂ ਹੈ, ਕਾਂਗਰਸ ਵਿੱਚ ਕੋਈ ਦਮ ਰਿਹਾ ਨਹੀਂ, ਆਪੋਜੀਸ਼ਨ ਦੇ ਵਿੱਚ ਕੋਈ ਹੋਰ ਪਾਰਟੀ ਨਹੀਂ, ਆਪੋਜੀਸ਼ਨ ਦੀ ਹੈ ਕੋਈ। ਇਸ ਕਰਕੇ ਜੋ ਮਰਜ਼ੀ ਡਿਕਟੇਟਰਸ਼ਿਪ ਵਾਲਾ ਜਿਹੜਾ ਰਵੱਈਆ, ਤਾਨਾਸ਼ਾਹੀ ਰਵੱਈਆ, ਉਹਨੂੰ ਰੋਕਣ ਵਾਸਤੇ ਸਾਨੂੰ ਜ਼ਰੂਰੀ ਹੈ ਵੀ ਅਸੀਂ ਲੋਕ ਪੂਰੇ ਇਕੱਠੇ ਹੋ ਜਾਈਏ, ਇਕਜੁੱਟ ਹੋ ਜਾਈਏ। ਕਿਉਂ ਸਾਡਾ ਤਾਂ ਖੂਨ ਦੇ ਵਿੱਚ ਹੀ ਗੁਰੂ ਸਾਹਿਬ ਨੇ ਭਰਿਆ ਵੀ ਜਿਹੜੇ ਜਿੱਥੇ ਵੀ ਕਿਤੇ ਹਮਲਾ ਹੁੰਦਾ, ਕਿਸੇ ਦੇ ਉੱਪਰ ਧੱਕਾ ਹੁੰਦਾ, ਧੱਕਾ ਰੋਕਣ ਵਾਸਤੇ ਤਾਂ ਉਹ ਕਹਿੰਦੇ ਆਪਣੀ ਜਾਨ ਕੁਰਬਾਨ ਕੀਤੀ ਹੈ। ਗੁਰੂ ਸਾਹਿਬਾਂ ਨੇ ਸਾਰਾ ਸਾਡੇ ਸਾਹਮਣੇ ਐਗਜ਼ਾਮਪਲਾਂ ਪਈਆਂ ਨੇ। ਉਹਨਾਂ ਨੇ ਕਿਸੇ ਪ੍ਰਾਪਰਟੀ ਜਾਂ ਕਿਸੇ ਧਰਮ ਵਾਸਤੇ ਥੋੜ੍ਹਾ ਲੜਾਈ ਕੀਤੀ ਹੈ, ਉਹਨਾਂ ਤਾਂ ਜੁਰਮ ਦੇ ਕੇਸ ਲੜਾਈ ਕੀਤੀ ਹੈ। ਉਹੀ ਜੁਰਮ ਸਾਡੇ ਸਾਹਮਣੇ ਜਦੋਂ ਹੋ ਰਿਹਾ ਤਾਂ ਉਹ ਗੁਰੂ ਸਾਹਿਬ ਦਾ ਸਬਕ ਲੈ ਕੇ ਇਸ ਤੇ ਚੱਲਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉੱਥੇ ਆਪਣਾ ਸੀਸ ਕਟਾਇਆ, ਕਿਉਂ ਕਟਵਾਇਆ ਸੀਸ ਦਾ ਗੁਰਦੁਆਰਾ, ਕਿਉਂ ਉਹਦੇ ਲਾਲ ਕਿਲ੍ਹੇ ਸਾਹਮਣੇ? ਕਿਉਂਕਿ ਕਤਲੇਆਮ ਹੋ ਰਿਹਾ ਸੀਗਾ, ਇੱਕ ਧਰਮ ਨੂੰ ਖਤਮ ਕੀਤਾ ਜਾ ਰਿਹਾ ਸੀਗਾ, ਹਿੰਦ ਦੀ ਚਾਦਰ ਵੜ ਕੇ ਉਹਨਾਂ ਨੇ ਉੱਥੇ ਬਲਿਦਾਨ ਦਿੱਤਾ। ਉਹੀ ਖੂਨ ਸਾਡੇ ਵਿੱਚ ਗੁਰੂ ਸਾਹਿਬਾਂ ਦਾ ਦੌੜ ਰਿਹਾ ਹੈ। ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਅੱਜ ਜਿਹੜਾ ਹੋ ਰਿਹਾ ਹੈ ਕਤਲੇਆਮ ਹੈ ਸਾਹਮਣੇ, ਇੱਕ ਕਰੋਨਾ ਨੂੰ ਬਣਾ ਕੇ ਮੁੱਖ, ਤੁਸੀਂ ਜੋ ਮਰਜ਼ੀ ਕਾਨੂੰਨ ਪਾਸ ਕਰ ਦਿਓ। ਇਹਨਾਂ ਨੂੰ ਰੋਕਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਆਪਣਾ ਇਕੱਠ ਸ਼ੋਅ ਕਰਨਾ ਪਊਗਾ, ਇਕੱਠੇ ਹੋ ਕੇ। ਜੇ ਅਸੀਂ ਮੈਦਾਨ ਦੇ ਵਿੱਚ ਆ ਗਏ ਨਾ ਤਾਂ ਕੋਈ ਤਾਕਤ ਨਹੀਂ ਹੈਗੀ ਵੀ ਉਹਨੂੰ ਰੋਕ ਸਕੇ। ਅੱਜ ਨਹੀਂ ਕੱਲ ਨੂੰ ਹੋਊਗਾ, ਇਹ ਕਾਨੂੰਨ ਖਤਮ ਹੋਣਗੇ ਤੇ ਇੱਕ ਨਵਾਂ ਕਾਨੂੰਨ, ਨਵੀਂ ਵਿਵਸਥਾ ਜ਼ਰੂਰ ਬਣੇਗੀ। ਜਿਨ੍ਹਾਂ ਨੇ ਕਰਨਾ ਹੈ, ਜਿਨ੍ਹਾਂ ਦੇ ਵਾਸਤੇ ਬਣਾ ਰਹੇ ਆ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦਾ, ਤੇ ਤੁਹਾਨੂੰ ਧੱਕੇ ਨਾਲ ਅਸੀਂ ਦੇ ਰਹੇ ਹਾਂ, ਤੁਹਾਡੀ ਇਨਕਮ ਅਸੀਂ ਡਬਲ ਕਰਨੀ ਹੈ ਜੀ। ਜਿਨ੍ਹਾਂ ਨੂੰ ਡਬਲ ਚਾਹੀਦੀ ਹੈ ਇਨਕਮ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀ, ਸਾਨੂੰ ਇਹਦੇ ਨਾਲ ਠੀਕ ਹੈ ਸਾਡਾ ਕਾਨੂੰਨ। ਮੰਡੀਆਂ ਦਾ ਜਿਹੜਾ ਹੈਗਾ MSP ਆ, ਸਾਰਾ ਕੁਝ ਖਤਮ ਹੋ ਜੂ, ਕੰਟਰੈਕਟ ਫਾਰਮ ਹੋਊਗੀ, ਤਾਂ ਕੰਟਰੈਕਟਰ ਹੈ ਵੱਡਾ।
बड़े बड़े उन्होंने सैलो बन गए, गोडाउन बन गए, ऑलरेडी पहला बन चुके हैं सारे स्टेटों में। उत्थे ही उन्होंने एक बार अपन वधिया लगूगी प्राइवेट मंडी आ गई, तो दूजी बारी तीजी बार उन्होंने खरीद नहीं करनी। वो कहते इस 500 रुपये देवांगे जी, साढ़े को की जा रहा है बंदा उत्थे लेके गया ट्राली, कोई लैण वाला है नहीं। इस करके इहनूं असीं बचाउण वास्ते बहुत बड़ा संघर्ष है। कला अपना पंजाब दा कमोडी सूबा बन गया, असीं उहनूं लीड कर रहे हैं, पर हुण सारे हिंदुस्तान विच दी जिहड़ी अग लगी हुई है, हर स्टेट दे विच पहुंचा है मैसेज, ते लोकां नूं समझ भी आउण लग गया। ये साडे वास्ते बैठे ने, अपने वास्ते नहीं है, अपना तो हैगा ही है विच, क्योंकि खेती प्रधान सूबा साडा, पर बाकी सानूं ये भी पता लग गया कि सानूं भी इहदे विच बेनीफिट सानूं होगा ज़्यादा। अपना तो छोटा सूबा, बाकी स्टेटां कितनियां वड्डियां ने, बहुत बड़ा बड़ा एरिया उन्होंने कोले, तो उन्होंने तो मिल नहीं रहा। साढ़े सामने एग्जाम्पल रही है, 800 रुपये जो उत्थे झोना लैके इत्थे 1800 बेचे, बड़े बड़े ट्राले आके इधर लियाते रहे, वो पैसा किहनूं गया? व्यापारी नूं, ਉਹਦੇ ਕੋਲ ਤਾਂ ਹੈ ਨਹੀਂ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਜੇਬਾਂ ਚਲਾ ਗਿਆ ਉਹ ਪੈਸਾ। ਜਿਹੜਾ ਕਿਸਾਨ ਜਿਹਨੇ ਉਗਾਇਆ ਸੀਗਾ ਝੋਨਾ 6 ਮਹੀਨੇ ਉਹਦੀ ਪ੍ਰੋਟੈਕਸ਼ਨ ਕੀਤੀ ਆ, ਪਾਣੀ ਲਗਾਇਆ, ਖਾਦ ਪਾਈ ਆ, ਬੀਜ ਪਾਇਆ, ਉਹਨੂੰ ਤਾਂ ਮਿਲਿਆ ਹੀ ਕੁਛ ਨਹੀਂ। ਉਹਦਾ ਘਾਟਾ ਪੈ ਗਿਆ 800 ਰੁਪਏ ਵੇਚ ਕੇ, ਪਰ ਉਹਦੀ ਮਜਬੂਰੀ ਹੋ ਗਈ, ਕੰਮ ਤੇ ਖਰੀਦਣ ਵਾਲਾ ਕੋਈ ਨਹੀਂ ਹੈਗਾ। ਜਿੱਥੇ ਵੀ MSP ਤੇ ਮੰਡੀਆਂ ਖਤਮ ਕੀਤੀਆਂ ਬਿਹਾਰ ਦੇ ਵਿੱਚ ਇਹਨਾਂ ਨੇ ਆਲਰੇਡੀ, ਉਹ ਉੱਥੇ ਬਿਲਕੁਲ ਹੀ ਨਾਸ ਹੋ ਗਿਆ ਉਹਦਾ। ਹੁਣ ਉੱਥੇ ਦਾ ਜਿਹੜਾ 5 ਏਕੜ ਵਾਲਾ ਕਿਸਾਨ ਹੈ ਬਿਹਾਰ ਦਾ, ਆਪਣੇ ਇੱਥੇ 2 ਏਕੜ ਵਾਲੇ ਕੋਲ ਦਿਹਾੜੀ ਕਰ ਰਿਹਾ ਸੀ, ਕਿਉਂਕਿ ਉਹਦੇ ਕੋਲ ਹੈ ਹੀ। ਉਹ ਜੇ ਕੋਈ ਚੀਜ਼ ਪ੍ਰੋਡਿਊਸ ਕਰੂਗਾ ਉਹਨੂੰ ਕੁਝ ਮਿਲਣਾ ਨਹੀਂ ਉਹਦੇ ਵਿੱਚੋਂ, प्रॉफिट का लॉस हो रहा तो क्या खादी खेती करूंगा बंदा वो भी हाल जो अपना नहीं रोक सके आप साड़ी भी ही दिहाड़ीदार भी नहीं ऐसी कर सकते 86% तो ਵੱਧ लोग अपने पंजाब ਦੇ ਵਿੱਚ ਵੀ 2-2.5 ਏਕੜ ਤੋਂ ਘੱਟ ਫਾਰਮ ਹੈਗੀ ਜਿਹੜੀ 2-2.5 ਏਕੜ ਤੋਂ ਘੱਟ ਸਾਡੇ ਕੋਲ ਫਾਰਮ ਜਿਹੜੇ ਹੈਗੇ ਤੇ 2.5 ਏਕੜ ਤੋਂ ਕੀ ਅਸੀਂ ਕਮਾਵਾਂਗੇ ਕੀ ਛੱਡਾਂਗੇ ਉਹ ਵੀ ਸਾਡੇ ਕੋਲੋਂ ਨਿਕਲ ਗਿਆ ਇੱਕੋ ਮਗਰਮੱਛ ਨੇ ਆ ਕੇ ਸੰਭਾਲ ਲਿਆ ਤਾਂ ਸਾਰੇ ਤੇ ਕੁਝ ਵੀ ਨਹੀਂ ਰਹਿਣਾ ਹੈਗਾ ਇਹਦੇ ਵਾਸਤੇ ਹੀ ਆਪਾਂ ਨੂੰ ਜਿਹੜਾ ਹੈਗਾ ਜਿਹੜੀ ਸਾਡੀ ਸਟਰੈਂਥ ਹੈ ਇਕੱਠੇ ਹੋਣਾ ਉਹ ਬਹੁਤ ਜ਼ਰੂਰੀ ਹੈ ਪਰ ਇੱਕ ਪੰਕਚੁਅਲਿਟੀ ਜ਼ਰੂਰ ਰੱਖੋ ਜੇ 9 ਵਜੇ ਮਤਲਬ 9 ਵਜੇ ਬਸ फिर आप नींद नहीं होनी चाहिए रात में आप पहुंचना उत्थे 9 का 10 बजे आ गए 11 बज गए आप 12 बज गए चलांगे जी एतवार छुट्टी है जेडे ये चीज़ां ने यही सानू पिछे लैके जांदियां ने जेड़ा कुछ करना है काम टाइम ते जाना है तो उत्थे जरूर आप पहुंचीए अच्छा 4 जगह असीं जाना है जो सरूर वाला दिता है टाइम 10:30 का 5 मिनट पहले उन्होंने चले जाना धूरी वाला 12:30 बजे का उत्थे उन्होंने को 12:15 बजे पहुंच जाना उधर मलेरकोटले 3 बजे का 3:30 बजे उन्होंने को 3:15 बजे पहुंच जाना 15 मिनट पहले जाके तुम बैठो ताकि आप साझ करिए एक दूसरे नाल अपने मुद्दे डिस्कस कर लीए अपनी रिस्पोंसिबिलिटी लईए भी असीं आ काम करना है ये असीं तुहाडे नाल खड़े ये चीज़ां जिहड़ियां ये बहुत ही बड़ा योगदान साडा रहूगा ते गुरु साहब साडे नाल इन्हां दा हत्थ है तो मेरे ख्याल सानूं कोई हार दा मूंह नहीं देखना पऊगा हमारा कृपा ਦੇ ਨਾਲ ਜਦੋਂ ਆਪਾਂ ਜਾਂਦੇ ਆ ਉੱਥੇ ਜਾ ਕੇ ਦੇਖੋ ਜਿਹੜੇ ਨਹੀਂ ਵੀ ਗਿਆ ਜਾ ਕੇ ਜ਼ਰੂਰ ਦੇਖੋ ਇੰਨਾ ਡਿਸਪਲਿਨ ਦੇ ਨਾਲ ਕਿਸੇ ਬਾਰਡਰ ਤੇ ਚਲੇ ਜਾਓ ਸਿੰਘੂ ਬਾਰਡਰ ਚਲੇ ਜਾਓ ਟਿਕਰੀ ਬਾਰਡਰ ਦੇ ਉੱਪਰ ਇੰਨਾ ਵਧੀਆ ਸਿਸਟਮ ਦੇ ਨਾਲ ਆਪਣੇ ਬੱਚੇ ਉੱਥੇ ਇੰਨਾ ਵਧੀਆ ਕੰਮ ਕਰਦੇ ਸਫਾਈ ਦਾ ਕੰਮ ਹਰ ਕੰਮ ਪੂਰੀ ਸਿਸਟਮੈਟਿਕ ਢੰਗ ਦੇ ਨਾਲ ਇੰਨੀਆਂ ਗੱਡੀਆਂ ਜਾ ਰਹੀਆਂ ਨੇ ਐ ਨਹੀਂ ਕਿਸੇ ਦੇ ਵਿੱਚ ਵੀ ਕੋਈ ਲੜਦਾ ਝਗੜਦਾ ਵਿੱਚ ਉਹਨੂੰ ਇਧਰ ਨੂੰ ਵੀਰ ਇਧਰ ਨੂੰ ਕੱਢ ਲੈ ਇਧਰ ਨੂੰ ਕੱਢ ਲੈ ਇਹ ਪੂਰਾ ਡਾਇਰੈਕਸ਼ਨ ਦੇ ਨਾਲ ਉਹਨੂੰ ਉਹ ਕਰਦੇ ਨੇ ਹਰ ਕੰਮ ਦੇ ਵਿੱਚ ਉੱਥੇ ਇੱਕ ਡਿਸਪਲਿਨ ਆ ਗਿਆ ਲੋਕਾਂ ਵਿੱਚ ਧਰਮ ਦੇ ਜਾਤਾਂ ਤੋਂ ਉੱਪਰ ਉੱਠ ਕੇ ਉੱਥੇ ਚੱਲ ਰਿਹਾ ਲੰਗਰ ਦੇ ਵਿੱਚ ਬੈਠਾ ਕੋਈ ਹੋਵੇ ਕੋਈ ਉੱਥੇ ਜਾਤ ਨਹੀਂ ਪੁੱਛ ਰਿਹਾ ਕੋਈ ਧਰਮ ਨਹੀਂ ਪੁੱਛ ਰਿਹਾ ਚਾਹੇ ਮੁਸਲਮਾਨ ਵੀਰ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਕੋਈ ਕਿਸੇ ਦੀ ਜਾਤ ਨਹੀਂ ਪੁੱਛ ਕੇ ਕਦੇ ਇੱਧਰ ਤੁਸੀਂ ਲੈ ਨਾਲ ਲਗਾ ਤੇਰੀ ਦੂਸਰੀ ਹੈ ਸਾਰਿਆਂ ਦੇ ਵਿੱਚ ਕੱਟਾ ਵੱਡਾ ਉੱਥੇ ਇੱਕ ਸਾਨੂੰ ਇਹਦੇ ਅੰਦੋਲਨ ਨੇ ਸੁਨੇਹਾ ਦਿੱਤਾ ਵੀ ਆਹੀ ਗੁਰੂ ਸਾਹਿਬ ਦੀ ਸਿੱਖਿਆ ਇਹਨੂੰ ਅਸੀਂ ਫੋਲੋ ਕਰ ਲਈਏ ਮਾਨਸੀ ਜਾਤ ਨੂੰ ਇੱਕੋ ਮੰਨ ਲਈਏ ਫਿਰ ਤਾਂ ਧੋਖਾ ਹੀ ਨਹੀਂ ਹੈ ਕੋਈ हर इंसान को सत्कार दे प्यार नाल बोलना शुरू कर लीए फिर केड़ा अपने सामने खड़ जूगा फिर किसी चीज की घाट नहीं रह सकती इस करके तुसी जरूर अपने विचों यार साहब 5-7 बंदे 10 अपनी जिम्मेवारी लाओ किन्ने बंदे अपना किन्नियां बसां हो जानियां किन्ने होर बीबियां दी योगदान बहुत जरूरी है 28 तरीक का जिहड़ा फंक्शन है बहुत बड़े लेवल ते है ਇਹਦਾ मैसेज पूरे हिंदुस्तान में जाना सारे अपने ਜਿਹੜੇ ਉਧਰੋਂ ਹੈਗੇ ਨੇ ਕਿਸਾਨ ਯੂਨੀਅਨ ਵਾਲੇ ਬੰਦੇ ਉਹਨਾਂ ਨੇ ਸਹੂਲੀਅਤ ਕਰਨੀ ਆ ਉਹਦੇ ਵਿੱਚ ਉਹਨਾਂ ਨੂੰ ਆਪਾਂ ਸੁਣਨਾ ਵੀ ਉਹਨਾਂ ਨੂੰ ਅਸੀਂ ਉਹਨਾਂ ਨਾਲ ਇੱਕ ਢਾਲ ਬਣਨਾ ਉਹਨਾਂ ਦੇ ਨਾਲ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੁਸੀਂ ਅੱਗੇ ਚੱਲੋ ਅਸੀਂ ਤੁਹਾਡੇ ਨਾਲ ਆ
तो होर ज़्यादा गल्लां आपां एक बारी फिर कर लांगे इहदे बारे ਜਿਹੜੇ ਕਰੋਨਾ ਬਾਰੇ ਤਾਂ ਕਾਫੀ ਕੁਝ ਹੋ ਰਿਹਾ ਪੇਪਰਾਂ 'ਚ ਆਪਾਂ ਰੋਜ਼ ਪੜ੍ਹਦੇ ਹਾਂ ਉਹਦੇ ਬਾਰੇ ਡਿਸਕਸ ਨਹੀਂ ਕਰਦੇ ਪਰ ਹੁਣ ਆਪਣਾ ਅੱਜ ਦਾ ਜਿਹੜਾ ਏਜੰਡਾ ਹੈ ਉਹੀ ਆ ਕਿ ਆਪਾਂ ਨੇ ਉੱਥੇ ਜਾ ਕੇ ਇਹਨੂੰ ਜਿਹੜੀ ਇੱਕ ਵੱਡੀ ਮੂਵਮੈਂਟ ਦੇ ਵਿੱਚ ਪ੍ਰਦਰਸ਼ਨ ਕਰਨਾ ਜਿਹੜੀ ਸਮੂਲੀਅਤ ਜਿਹੜੀ ਕਿ ਹਰ ਧਰਮ ਹਰ ਵਰਗ ਤੇ ਕਿਰਤੀ ਕਿਸਾਨ ਦੇ ਜਿਹਨੂੰ ਲੈ ਵੀ ਕਿਰਤੀਆਂ ਨੂੰ ਵੀ ਆਪਾਂ ਨਾਲ ਜੋੜਨਾ ਅੱਗੇ ਉਹਨਾਂ ਨੂੰ ਵੋਟਾਂ ਦਾ ਸਰਕਾਰ ਨੂੰ ਇਹ ਵੀ ਇਹਨਾਂ ਨੂੰ ਅਸੀਂ ਜਿਹੜੇ ਕਿਰਤੀ ਨੇ ਇਹਨਾਂ ਨੂੰ ਗਰੀਬ ਬੰਦੇ ਇਹਨਾਂ ਨੂੰ ਅਸੀਂ ਜੋੜ ਲਾਂਗੇ ਇਹਨਾਂ ਨੂੰ ਲਾਗੇ ਗਰੁੱਪ ਬਣਾ ਦਾਂਗੇ ਪਰ ਜੇ ਆਪਾਂ ਪ੍ਰਦਰਸ਼ਨ ਕਰਕੇ ਸ਼ੋਅ ਕਰਕੇ ਨਹੀਂ ਇਹ ਸਾਰੇ ਇਕੱਠੇ ਹੋ ਗਏ ਫਿਰ ਉਹਦੇ ਉੱਪਰ ਬਹੁਤ ਵੱਡਾ ਇਫੈਕਟ ਪਊਗਾ ਉਹ ਕਿਸਾਨ ਜਿਹੜੇ ਇਕੱਲੇ ਆਪਣੇ ਹੈਗੇ ਨੇ ਆਪਣੇ ਪੰਜਾਬ ਦੇ ਨਾਲੋਂ 10-15% ਪੋਪੂਲੇਸ਼ਨ ਹੈ ਔਰ ਦੂਸਰੇ ਜਿਹੜੇ ਹੈਗੇ ਨੇ ਕਿਰਤੀ ਨੂੰ 85% ਨੇ ਚਲੋ ਦੇਖੋ 85% ਦੇ ਨਾਲ ਨਹੀਂ ਪ੍ਰਦਰਸ਼ਨ ਹੁੰਦਾ ਉਨੀ ਦੇਰ ਸਾਨੂੰ ਕਾਮਯਾਬੀ ਨਹੀਂ ਮਿਲਣੀ ਹੈਗੀ ਤੇ ਜ਼ਰੂਰਤ ਹੈ ਵੀ ਅਸੀਂ ਇਹਨਾਂ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਪ੍ਰਦਰਸ਼ਨ ਕਰਕੇ ਮੁਸਲਮਾਨ ਚਾਹੇ ਵੀ ਸਾਡੇ ਕੋਲ ਘੱਟ ਨੇ ਪੰਜਾਬ ਪੋਪੂਲੇਸ਼ਨ ਨਹੀਂ ਹੈਗੀ ਪਰ ਉਹਨਾਂ ਦੇ ਪ੍ਰਦਰਸ਼ਨ ਵਿੱਚ ਬਹੁਤ ਵੱਡਾ ਯੋਗਦਾਨ ਰਹੂਗਾ ਉਹ ਵੀ ਹੋਗੇ ਵੀ ਇਹ ਵੀ ਨਾਲ ਜੁੜ ਕੇ ਜਦੋਂ ਅਸੀਂ ਸਾਰੇ ਇਕੱਠੇ ਹੋ ਗਏ ਤਾਂ ਇਹਦਾ ਰਿਜ਼ਲਟ ਸਾਡੇ ਸਾਹਮਣੇ ਆਊਗਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਪਰ ਇਹਨੂੰ ਆਪਾਂ ਨੇ ਇੱਕ ਮੂਵਮੈਂਟ ਨੂੰ ਅੱਗੇ ਲਿਜਾਣ ਵਾਸਤੇ ਹਰ ਇੱਕ ਦਾ ਤਨ ਮਨ ਧਨ ਦੇ ਨਾਲ ਯੋਗਦਾਨ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਤੇ ਹੋਰ ਭਲਾ ਚੁੱਕਾ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅਸੀਂ ਅੱਜ ਇੱਕ ਵਿਸ਼ੇਸ਼ ਮਕਸਦ ਦੇ ਵਾਸਤੇ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਮਕਸਦ ਇਹ ਹੈਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੇਂਦਰ ਸਰਕਾਰ ਨੇ ਜੋ ਕਾਨੂੰਨ ਕਿਸਾਨਾਂ ਦੇ ਕਿਸਾਨੀ ਦੇ ਖਿਲਾਫ ਲੈ ਕੇ ਆਂਦੇ ਹੈ ਉਹ ਕਾਨੂੰਨ ਇਕੱਲੇ ਕਿਸਾਨੀ ਦੇ ਖਿਲਾਫ ਨਹੀਂ ਹੈ ਉਹ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਮਜ਼ਦੂਰ ਹੈ ਉਹਦੇ ਖਿਲਾਫ ਵੀ ਹੈ ਔਰ ਕੰਜ਼ਿਊਮਰ ਜਿਹੜੀ ਕਿ 100% ਵਸੋਂ ਹੈ ਭਾਰਤ ਦੀ ਉਹਦੇ ਖਿਲਾਫ ਵੀ ਹੈ ਕਿਸਾਨਾਂ ਦਾ ਮੈਂ ਧੰਨਵਾਦ ਕਰਦਾ ਮੈਂ 4 ਵਾਰੀ ਸਿੰਘੂ ਬਾਰਡਰ ਵੀ ਟਿੱਲੀ ਬਾਰਡਰ ਵੀ ਜਾ ਕੇ ਆਇਆ ਉਹਨਾਂ ਨੂੰ ਮਿਲ ਕੇ ਵੀ ਆਇਆ ਉਹਨਾਂ ਦੇ ਨਾਲ ਉੱਥੇ ਉਹਨਾਂ ਨੇ ਬੋਲਣ ਦਾ ਵੀ ਮੈਨੂੰ ਮੌਕਾ ਦਿੱਤਾ ਉਹਨਾਂ ਦੀ ਸਟੇਜ ਤੋਂ ਵੀ ਇਹ ਗੱਲ ਕਹਿ ਕੇ ਆਇਆ ਕਿ ਅਸੀਂ ਤੁਹਾਡੇ ਧੰਨਵਾਦੀ ਹਾਂ ਤੁਸੀਂ ਜੋ ਸੰਘਰਸ਼ ਵਿੱਢਿਆ ਜਿਹਦੇ ਵਿੱਚ ਤਕਰੀਬਨ 200 ਤੋਂ ਉੱਪਰ ਕਈ ਕਿਸਾਨਾਂ ਦੀਆਂ ਜਾਨਾਂ ਪੰਜਾਬ ਦੇ ਵੀ ਆ ਹਰਿਆਣਾ ਹਿਮਾਚਲ ਤੇ ਯੂਪੀ ਦੇ ਵੀ ਹੈ ਜਿਨ੍ਹਾਂ ਦੀਆਂ ਜਾਨਾਂ ਚਲੇ ਗਈਆਂ ਬਹੁਤ ਵੱਡੀ ਕੁਰਬਾਨੀ ਹੈ ਇੱਕ ਦੇਸ਼ ਦੀ ਆਜ਼ਾਦੀ ਦੀ ਲੜਾਈ ਵਰਗੀ ਲੜਾਈ ਚੱਲ ਰਹੀ ਹੈ ਤੁਹਾਡੇ ਵਿੱਚੋਂ ਕੌਣ ਜਾਏ ਹੈਗੇ ਆ ਉੱਥੇ ਬਾਰਡਰ ਦੇ ਉੱਤੇ ਕੋਈ ਹੱਥ ਖੜੇ ਕਰੋ 1 2 3 ਸੋ ਆਪਾਂ ਬਹੁਤ ਥੋੜੇ ਗਏ ਆ ਤੇ ਲੇਕਿਨ ਕੋਈ ਗੱਲ ਨਹੀਂ ਜੇ ਤੁਸੀਂ ਇੱਥੇ ਵੀ ਸਾਡੇ ਕੋਲ ਆਏ ਹੋ ਅੱਜ ਆਪਾਂ ਗੱਲ ਕਰ ਰਹੇ ਹਾਂ ਤਾਂ ਇਹ ਵੀ ਇੱਕ ਕਿਸਮ ਦੀ ਸ਼ਮੂਲੀਅਤ ਹੈ ਇਸੇ ਸਿਲਸਿਲੇ ਦੇ ਵਿੱਚ ਅਸੀਂ ਇੱਕ ਜਿਹੜੇ ਲੋਕੀ ਨਹੀਂ ਜਾ ਸਕਦੇ ਬਾਰਡਰ ਤੇ ਨਹੀਂ ਜਾ ਸਕਦੇ ਕਈ ਰੁਝੇਵਿਆਂ ਦੇ ਕਾਰਨ ਕਈ ਹੋਰ ਕੋਈ ਘਰੇਲੂ ਸਮੱਸਿਆਵਾਂ ਹੁੰਦੀਆਂ ਆ ਤੇ ਅਸੀਂ ਇੱਕ ਇੱਥੋਂ ਤੁਹਾਡੇ ਧੂਰੀ ਤੋਂ ਨਿਕਲ ਰਹੇ ਸੀਗੇ ਸੰਗਰੂਰ ਤੋਂ ਆਏ ਸਵੇਰੇ ਪਹਿਲਾਂ ਭਵਾਨੀਗੜ੍ਹ ਗਏ ਫਿਰ ਸੰਗਰੂਰ ਫਿਰ ਧੂਰੀ ਫਿਰ ਤੁਹਾਡੇ ਕੋਲ ਆਏ ਧੂਰੀ ਕੋਲੋਂ ਜਦੋਂ ਅਸੀਂ ਨਿਕਲ ਰਹੇ ਸੀ ਤਾਂ ਇੱਕ ਸਾਈਡ ਦੇ ਉੱਤੇ ਜਿੱਥੇ ਟੋਲ ਪਲਾਜ਼ਾ ਆ ਉੱਥੇ ਬਹੁਤ ਵੱਡਾ ਇਕੱਠ ਬੀਬੀਆਂ ਦਾ ਤੇ ਕਿਸਾਨ ਭਰਾਵਾਂ ਦਾ ਉੱਥੇ ਦੇਖਿਆ ਤੇ ਅਸੀਂ ਰੁਕ ਗਏ ਅਸੀਂ ਉੱਥੇ 15-20 ਮਿੰਟ ਲਾਏ ਗੱਲਬਾਤ ਕੀਤੀ ਉਹਨਾਂ ਨਾਲ ਉਹਨਾਂ ਨੂੰ ਅਸੀਂ ਰਿਕੁਐਸਟ ਵੀ ਕੀਤੀ ਕਿ ਅਸੀਂ ਸਾਨੂੰ ਥੋੜਾ ਮਾਈਕ ਦਿਓ 5 ਮਿੰਟ ਲਈ ਅਸੀਂ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਨੂੰ ਜੋ ਗੱਲਬਾਤ ਜਿਵੇਂ ਤੁਹਾਡੇ ਨਾਲ ਕਰ ਰਹੇ ਹਾਂ ਅਸੀਂ ਉਹਨਾਂ ਨਾਲ ਵੀ ਗੱਲ ਕਰਕੇ ਆਏ ਉਹ ਬੜਾ ਖੁਸ਼ ਹੋਏ ਖੁਸ਼ ਇਸ ਕਰਕੇ ਹੋਏ ਕਿ ਉਹਨਾਂ ਨੂੰ ਲੱਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਸੰਗਰੂਰ ਦੇ ਵਿੱਚ ਤੁਹਾਡੇ ਪਹਿਲਾਂ ਇੱਥੇ ਡੀਸੀ ਰਹਿ ਚੁੱਕਾ ਸਮਾਂ ਹੋ ਗਿਆ ਪਰ ਕਈ ਲੋਕਾਂ ਨੂੰ ਯਾਦ ਸੀ ਕਈਆਂ ਨੂੰ ਨਹੀਂ ਯਾਦ ਸੀ ਤਾਂ ਗੱਲ ਇਸ ਤੇ ਖੁਸ਼ੀ ਉਹਨਾਂ ਨੂੰ ਇਸ ਗੱਲ ਦੀ ਹੋਈ ਹੈ ਕਿ ਇੱਕ ਪੜ੍ਹੇ ਲਿਖੇ ਵੱਡੇ ਅਫਸਰ ਉਹ ਵੀ ਸਾਡੇ ਨਾਲ ਇਸ ਤਕਲੀਫ ਨੂੰ ਮਹਿਸੂਸ ਕਰ ਰਹੇ ਸੋ ਇਹ ਤਕਲੀਫ ਜਿਹੜੀ ਆ ਜਿੱਦਾਂ ਮੈਂ ਪੁੱਛਿਆ ਕਿ ਤੁਸੀਂ 3 ਬੰਦੇ ਜਾ ਕੇ ਆਏ ਹੋ 3 ਬੰਦੇ ਆਪਾਂ ਬੰਦੇ ਜਿੰਨੇ ਵੀ ਇੱਥੇ 20-25 ਬੰਦੇ 30 ਬੰਦੇ ਬੈਠੇ ਆ ਤਾਂ ਆਪਾਂ ਜਿਹੜੇ ਜਾ ਸਕਦੇ ਆ ਜ਼ਰੂਰ ਕੋਈ ਟਾਈਮ ਕੱਢ ਕੇ ਭਾਵੇਂ ਸਵੇਰੇ ਜਾਓ ਸ਼ਾਮ ਨੂੰ ਮੁੜਿਓ ਜ਼ਰੂਰ ਜਾਣਾ ਚਾਹੀਦਾ ਉਹਦੇ ਨਾਲ ਉਹਨਾਂ ਲੋਕਾਂ ਦਾ ਹੌਸਲਾ ਵੱਧਦਾ ਹੈ ਇਹਨਾਂ ਲੋਕਾਂ ਦਾ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਉਸੇ ਤਰ੍ਹਾਂ ਦਾ ਹੈ ਜਿਵੇਂ ਆਜ਼ਾਦੀ ਦਾ ਸੰਘਰਸ਼ ਸੀ ਆਜ਼ਾਦੀ ਅੱਜ ਆਪਾਂ ਸਾਰੇ ਮੰਨ ਰਹੇ ਹਾਂ ਸਾਡੇ ਬਜ਼ੁਰਗਾਂ ਨੇ ਉਸ ਵਕਤ ਜਾਂ ਸਾਡੇ ਦਾਦਾ ਜੀ ਦੇ ਟਾਈਮ ਸੀਗਾ ਜਦੋਂ ਆਜ਼ਾਦੀ ਦੇ ਵਾਸਤੇ ਲੋਕ ਸੰਘਰਸ਼ ਕਰ ਰਹੇ ਸੀ ਸੰਘਰਸ਼ ਦੇ ਵਿੱਚ ਕੋਈ ਮਿਲਾ ਕੇ 20,000 ਤੋਂ ਲੈ ਕੇ 50,000 ਵੱਧ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ
20,000 ਤੋਂ ਲੈ ਕੇ 50,000। ਉਸ ਵੇਲੇ 40 ਕਰੋੜ ਦੀ ਆਬਾਦੀ ਸੀ, ਪਾਕਿਸਤਾਨ ਬੰਗਲਾਦੇਸ਼ ਵੀ ਹਿੱਸਾ ਸੀਗਾ, ਤੇ ਉਸ ਵੇਲੇ 20 ਤੋਂ 50,000 ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ। ਅੱਜ ਜਿਹੜਾ ਆਪਣਾ ਕਿਸਾਨ ਉੱਥੇ ਜਾ ਕੇ ਬੈਠਾ ਹੈ, ਉਹ ਜਿਹੜਾ ਸਵੇਰ ਤੋਂ ਸ਼ਾਮ ਰਾਤ ਦੁੱਖ ਤਕਲੀਫ ਸਰਦੀਆਂ ਦੇ ਵਿੱਚ ਉਹਨਾਂ ਨੇ ਉਹ ਝੱਲਿਆ, ਆਪਣਾ ਠੰਡ ਜਦੋਂ ਕਿ ਆਪਾਂ ਰਜਾਈਆਂ ਦੇ ਵਿੱਚ ਹੀਟਰ ਲਾ ਕੇ ਬੈਠੇ ਸੀਗੇ ਤਾਂ ਉਹ ਉੱਥੇ ਠੋਠੋ ਕਰ ਰਹੇ ਸੀਗੇ, ਲੇਕਿਨ ਇੱਕ ਉਹਨਾਂ ਦਾ ਹੌਸਲਾ ਸੀਗਾ, ਦ੍ਰਿੜ ਹੌਸਲਾ ਸੀਗਾ ਕਿ ਅਸੀਂ ਇਹਨੂੰ ਬਿਨਾਂ ਕਾਨੂੰਨ ਵਾਪਸ ਕਰਾਏ ਨਹੀਂ ਜਾਣਾ। ਅੱਜ ਦੇ ਦਿਨ ਦੇ ਵਿੱਚ ਉੱਥੇ ਉਹਨਾਂ ਦੇ ਕੋਲ ਗਰਮੀ ਆ ਰਹੀ ਆ ਤੇ ਕੋਈ ਏਸੀ ਨਹੀਂ ਹੈਗੇ, ਕੋਈ ਕੂਲਰ ਨਹੀਂ ਹੈਗੇ, ਕੋਈ ਪੱਖੇ ਨਹੀਂ ਹੈਗੇ। ਗਰਮੀ ਦੇ ਵਿੱਚ ਉਹਨਾਂ ਨੇ ਇਹ ਟਾਈਮ ਪਤਾ ਨਹੀਂ ਕਦੋਂ ਆਪਣਾ ਇਹ ਸਮੱਸਿਆ ਦਾ ਹੱਲ ਹੁੰਦਾ ਆ, ਤਾਂ ਉਹ ਉੱਥੇ ਡਟ ਕੇ ਬੈਠੇ ਹੈਗੇ ਆ। ਉਹਨਾਂ ਦੀ ਗੱਲਬਾਤ ਕੋਈ ਮੈਨੂੰ ਲੱਗਦਾ ਹੈਗਾ ਉਹ ਇੰਨੀ ਚੜ੍ਹਦੀ ਕਲਾ 'ਚ ਹੈ ਕਿ ਉਹ ਗਰਮੀ ਸਰਦੀ ਬਾਰਿਸ਼ ਇਹਨਾਂ ਚੀਜ਼ਾਂ ਦੀ ਪਰਵਾਹ ਕੀਤੇ ਬਿਨਾਂ ਉਹ ਆਪਣਾ ਮੈਦਾਨ ਛੱਡ ਕੇ ਭੱਜਣ ਵਾਲੇ ਨਹੀਂ। ਸਮੱਸਿਆਵਾਂ ਬਹੁਤ ਸਾਰੀਆਂ ਹੈਗੀਆਂ ਆ। ਕੋਈ ਕਹਿੰਦਾ ਜਦੋਂ ਗੱਲ ਕਰਦੇ ਆ, ਕੋਈ ਕਰਪਸ਼ਨ ਦੀ ਗੱਲ ਕਰਦਾ ਹੈ, ਕੋਈ ਜਾਤ ਪਾਤ ਦੀ ਗੱਲ ਕਰਦਾ, ਕੋਈ ਅਸੀਂ ਇੱਕ ਸੱਜਣ ਸਾਨੂੰ ਮਿਲਿਆ ਗੁਰਦਿਆਲ ਸਿੰਘ, ਉਹਨੇ ਜਿਹੜੇ ਸਵਾਲ ਉਠਾਏ ਉਹ ਸਵਾਲ ਸੁੱਟਣ ਵਾਲੇ ਵੀ ਨਹੀਂ। ਉਹ ਸਵਾਲ ਉਠਾਏ ਉਹਨੇ ਕਿ ਸਾਨੂੰ ਤਾਂ ਜੱਟ ਨੇ ਅੱਜ ਤੱਕ ਕੁੱਟਿਆ ਮਾਰਿਆ, ਸਾਨੂੰ ਜੱਟ ਦੇ ਕਾਨੂੰਨ ਨੇ ਅਸੀਂ ਕੀ ਲੈਣਾ, ਤੁਸੀਂ ਸਾਡੇ ਕੋਲ ਕਾਹਦੇ ਵਾਸਤੇ ਆਏ। ਸੋ ਅਸੀਂ ਉਹਨਾਂ ਦੀ ਸਮੱਸਿਆ ਕੋਸ਼ਿਸ਼ ਕੀਤੀ ਕਿ ਉਹਨੂੰ ਕਿਸੇ ਤਰੀਕੇ ਨਾਲ ਤਸੱਲੀ ਕਰਵਾਈ ਜਾਵੇ, ਕਿੰਨਾ ਕੁ ਤਸੱਲੀ ਹੋਈ ਰੱਬ ਜਾਣਦਾ। ਲੇਕਿਨ ਇਹ ਸਮੱਸਿਆ ਜਿਹੜੀਆਂ ਸਮਾਜਿਕ ਸਮੱਸਿਆਵਾਂ ਵੀ ਅੱਜ ਹੀ ਆਪਾਂ ਨੂੰ ਯਾਦ ਆ ਰਹੀਆਂ, ਕਿਉਂਕਿ ਕਿਸਾਨ ਲੜਾਈ ਲੜ ਰਿਹਾ। ਮੈਂ ਬਾਰ-ਬਾਰ ਇਹ ਗੱਲ ਜਿੱਥੇ ਵੀ ਜਾਣਾ ਇਹ ਕਹਿਣਾ ਆ ਕਿ ਕਿਸਾਨ ਆਪਣੀ ਇਕੱਲਿਆਂ ਦੀ ਲੜਾਈ ਨਹੀਂ ਲੜ ਰਿਹਾ, ਉਹ ਸਾਰੇ ਸਮਾਜ ਦੀ, ਪੂਰੇ ਦੇਸ਼ ਦੀ ਲੜਾਈ ਲੜ ਰਿਹਾ। ਅੱਜ ਜੇ ਰੇਲਾਂ ਅਡਾਨੀ ਨੂੰ ਵੇਚ ਦਿੱਤੀਆਂ ਤਾਂ ਕੀ ਇਹਦਾ ਕਿਸਾਨ ਦਾ ਨੁਕਸਾਨ ਹੈ? ਜੇ ਅੱਜ LIC ਵੇਚ ਦਿੱਤੀ ਹੈ, 에ਅਰਪੋਰਟਸ ਵੇਚ ਦਿੱਤੀਆਂ, ਭਾਰਤ ਪੈਟਰੋਲੀਅਮ ਵੇਚ ਦਿੱਤਾ, ਕਿੰਨੀਆਂ ਹੀ ਕੰਪਨੀਆਂ ਜਿਹੜੀਆਂ ਆਪਣੀਆਂ ਬਾਲਕੋ ਵਰਗੀਆਂ ਜਿੱਥੇ ਹਜ਼ਾਰਾਂ ਬੰਦਾ ਕੰਮ ਕਰਦਾ ਸੀਗਾ, ਕਰੋੜਾਂ ਰੁਪਏ ਦਾ ਮੁਨਾਫਾ ਆ ਰਿਹਾ ਸੀਗਾ ਸਰਕਾਰ ਨੂੰ, ਇੱਥੇ ਆਪਣੇ HMT ਸੀਗੀ ਇੱਥੇ ਆਪਣੇ ਨੇੜੇ ਉਹ ਵੀ ਵੇਚ ਦਿੱਤੀ। ਉਹਦੇ ਨਾਲ ਕਿੰਨਾ ਲੋਕਾਂ ਨੂੰ ਨੁਕਸਾਨ ਹੋ ਰਿਹਾ, ਕਿ ਇਕੱਲਾ ਜੱਟਾਂ ਨੂੰ ਹੋ ਰਿਹਾ? ਸਭ ਦਾ ਨੁਕਸਾਨ ਹੈ, ਪੂਰੇ ਦੇਸ਼ ਦਾ ਨੁਕਸਾਨ ਹੈ। ਜੱਟ ਨਹੀਂ, ਕਿਸਾਨ ਇਕੱਲਾ ਜੱਟ ਵੀ ਹੈਗਾ, किसान मुसलमान भी है, किसान हिंदू भी है, किसान जट भी है, सैनी भी है, वो भी पता नहीं दलित भी है। जे दलित को जमीन हैगी तो खेती करना तो किसान नहीं है, किसान सारे हैं। ਜਿਹੜਾ ਲੇਬਰ ਕਰਦਾ ਹੈ ਖੇਤ ਦੇ ਉੱਤੇ ਉਹ ਵੀ ਕਿਸਾਨ ਹੈ। ਸਵਾਮੀਨਾਥਨ ਦੀ ਰਿਪੋਰਟ ਹੈ ਕਿ ਜਿਹੜਾ ਲੈਂਡਲੈਸ ਲੇਬਰਰ ਹੈ ਜਿੱਥੇ ਜ਼ਮੀਨ ਤੇ ਕੰਮ ਕਰਦਾ ਹੈਗਾ, ਭਾਵੇਂ ਮੱਝ ਵਾਸਤੇ ਪੱਠੇ ਖੋਦ ਕੇ ਜਾਂਦਾ, ਉਹ ਵੀ ਕਿਸਾਨ ਹੈ। ਸੋ ਇਸ ਕਰਕੇ ਅਸੀਂ ਮਾਰ ਖਾ ਰਹੇ ਹਾਂ ਸਦੀਆਂ ਤੋਂ, ਕਿਉਂਕਿ ਅਸੀਂ ਜਾਤ ਪਾਤ ਦੇ ਵਿੱਚ ਤੇ ਇਹਨਾਂ ਕੰਮਾਂ ਧੰਦਿਆਂ ਦੇ ਵਿੱਚ ਵੰਡੇ ਹੋਏ। ਇੰਡੀਆ ਦੇ ਵਿੱਚ 6,743 ਜਾਤੀਆਂ ਹੈ। ਪੰਜਾਬ ਦੇ ਵਿੱਚ ਜਿਹੜੀ ਸ਼ਡਿਊਲ ਕਾਸਟ ਜਾਤੀ ਹੈ, ਆਪਾਂ ਉਹਨਾਂ ਨੂੰ ਅਨੁਸੂਚਿਤ ਜਾਤੀ ਕਹਿ ਦਿੰਦੇ ਹਾਂ। ਕੋਈ ਦੱਸ ਸਕਦਾ ਹੈ ਕਿ ਉਹਦੇ ਵਿੱਚ ਕਿੰਨੀਆਂ ਜਾਤੀਆਂ ਹੈ? ਆਈਡੀਆ ਹੈ ਕਿਸੇ? ਇੱਕ ਘੱਟ 40 39 ਜਾਤੀਆਂ ਆ ਸ਼ਡਿਊਲ ਕਾਸਟ ਦੇ ਵਿੱਚ। ਤਿੰਨ ਚਾਰ ਦਾ ਪਤਾ ਹੁੰਦਾ ਸਾਰਿਆਂ ਨੂੰ, ਕੋਈ ਵਾਲਮੀਕੀ ਹੈ, ਕੋਈ ਮਜਬੀ ਸਿੱਖ ਹੈ, ਕੋਈ ਰਮਦਾਸੀਆ ਸਿੱਖ ਹੈ, ਕੋਈ ਚਮਾਰ ਹੈ, ਉਹ ਅੱਗੇ ਚੱਲੂ ਘਰਾ ਧਰਮੀ ਕਹਿੰਦੇ ਹੈਗੇ ਆ। ਆਪਣੇ ਹੋਰ ਜਾਤੀਆਂ ਹੁਣ ਰਾਏ ਸਿੰਘ ਵੀ ਆਪਕੇ ਅਨੁਸੂਚਿਤ ਜਾਤੀ 'ਚ ਮਿਲ ਗਏ ਹੈਗੇ ਆ। ਇਹਨਾਂ 5-7 ਜਾਤੀਆਂ ਤੋਂ ਇਲਾਵਾ ਤੁਹਾਨੂੰ ਜਾਤੀਆਂ ਦਾ ਨਹੀਂ ਪਤਾ ਕਿੰਨੀਆਂ ਜਾਤੀਆਂ ਹੈਗੀਆਂ ਪੰਜਾਬ ਦੇ ਵਿੱਚ। ਉਹ ਵੀ ਆਪਣੇ ਆਪ ਨੂੰ ਇੱਕ, ਉਹਨਾਂ ਦੇ ਵਿੱਚ ਵੀ ਇੱਕ ਬ੍ਰਾਹਮਣਵਾਦ ਹੈ। ਕੋਈ ਆਪਣੇ ਆਪ ਨੂੰ ਉੱਪਰ ਸਮਝਦਾ ਹੈਗਾ, ਜਵਾਬ ਕਹਿੰਦਾ ਮੈਂ ਸਾਰੇ ਮੇਰੇ ਤੋਂ ਥੱਲੇ ਹੈ। ਜਿਹੜਾ ਚਮਾਰ ਹੈਗਾ ਉਹ ਕਹਿੰਦਾ ਇਹ ਮੈਂ ਵਾਲਮੀਕੀ ਮੇਰੇ ਤੋਂ ਥੱਲੇ ਹੈ। ਜਿਹੜਾ ਰਮਦਾਸੀਆ ਸਿੱਖ ਹੈ ਉਹ ਕਹਿੰਦਾ ਇਹ ਸਾਰੇ ਮੈਂ ਗੁਰੂ ਦਾ ਸਿੱਖ ਹਾਂ, ਮੈਂ ਇਹ ਤਾਂ ਅੰਤਿਮ ਦਾ ਸਾਰੇ ਸ਼ੋਕ ਹੈਗੇ ਮੈਂ। ਇਹ ਭਾਵ ਇਹ ਹੈਗਾ ਕਿ ਸਾਰੇ ਲੋਕੀ ਆਪਸ ਵਿੱਚ ਹੀ ਇਹੋ ਜਿਹਾ ਮਨੋਭਾਵ ਨੇ ਘਰ ਕੀਤਾ ਹੋਇਆ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ। ਹਰ ਬੰਦਾ ਆਪਣੇ ਆਪ ਨੂੰ ਕਿਸੇ ਤੋਂ ਉੱਪਰ ਥੱਲੇ ਦਾ ਸੋਚਦਾ ਨਹੀਂ, ਉਹ ਸਮਾਜ ਸੋਚਦਾ ਉਹਦੇ ਬਾਰੇ ਵੀ ਇਹ ਥੱਲੇ ਆ। ਆਪਣੇ ਆਪ ਨੂੰ ਕਿਸੇ ਨੇ ਕਿਸੇ ਤੋਂ ਉੱਪਰ ਸੋਚੀ ਲੈਂਦਾ। ਲੇਕਿਨ ਦੋਸਤੋ ਇਹ ਸਮਾਂ ਇੱਕ ਇਹੋ ਜਿਹਾ ਆ ਜਿਹੜਾ ਸਾਂਝੀ ਲੜਾਈ ਲੜਨ ਦਾ ਸਮਾਂ।
ਜੇ ਕਿਸਾਨ ਜਿੱਤੇਗਾ ਤਾਂ ਦੇਸ਼ ਜਿੱਤੇਗਾ, ਕਿਉਂਕਿ ਇਹੋ ਜਿਹੀ ਵਿਵਸਥਾ ਬਣਾ ਰਿਹਾ ਹੈਗਾ ਕੌਮੀ ਸਰਕਾਰ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ, ਇਹੋ ਜਿਹੀ ਵਿਵਸਥਾ ਲੈ ਕੇ ਆ ਰਹੀ ਆ ਕਿ ਉਹਨਾਂ ਨੇ ਆਪਣੀ ਜਿਹੜੀ ਦੇਸ਼ ਦੀ ਦੌਲਤ ਹੈ ਉਹ ਥੋੜੇ ਜਿਹੇ ਕਾਰਪੋਰੇਟ ਘਰਾਣਿਆਂ ਨੂੰ ਸੇਲ ਕਰਨ ਦੇ ਉੱਤੇ ਤੁਲੀ ਹੋਈ ਹੈ, ਕਿਉਂਕਿ ਉਹਨਾਂ ਦੇ ਕੋਲ ਪਾਰਲੀਮੈਂਟ ਹੈ, ਉਹਨਾਂ ਕੋਲ ਵੀ 2 ਬੰਦਿਆਂ ਦੀ ਚੱਲਦੀ ਹੈ, ਪਹਿਲੇ 2.5 ਬੰਦੇ ਸੀ, ਜੇਤਲੀ ਵਿਚਾਰਾ ਮਰ ਗਿਆ, ਉਹ ਹੁਣ 2 ਹੀ ਰਹਿ ਗਏ ਆ, 2 ਬੰਦਿਆਂ ਦੀ ਸਰਕਾਰ ਹੈ। ਬਾਕੀ ਕਿਸੇ 'ਚ ਕੋਈ ਹਿੰਮਤ ਨਹੀਂ ਹੈ ਕਿ ਉਹਨਾਂ ਨੂੰ ਕਿੰਤੂ ਪ੍ਰੰਤੂ ਕੁਐਸਚਨ ਕਰ ਲਵੇ। ਸਭ ਤੋਂ ਵੱਡਾ ਇਸ ਸੰਘਰਸ਼ ਨੇ ਇੱਕ ਤੁਹਾਡੇ ਵਿੱਚ, ਸਾਡੇ ਵਿੱਚ, ਸਭ ਦੇ ਵਿੱਚ ਇੱਕ ਜਾਨ ਪਾਈ ਹੈ। ਅੱਜ ਤੁਸੀਂ ਖੁੱਲ੍ਹ ਕੇ ਜੋ ਮਰਜ਼ੀ ਕਹੋ, ਤੁਹਾਡੇ 'ਚ ਹਿੰਮਤ ਆ ਗਈ ਹੈ, ਪਹਿਲਾਂ ਇਹ ਹਿੰਮਤ ਨਹੀਂ ਸੀ। ਇਹ ਕਿਸਾਨ ਅੰਦੋਲਨ ਨੇ ਤੁਹਾਨੂੰ ਇਹ ਹਿੰਮਤ ਦਿੱਤੀ। ਉੱਥੇ ਤੁਸੀਂ ਚਲੇ ਜਾਓ ਤਾਂ ਉੱਥੇ ਜਿਹੜੇ ਕੁੜੀਆਂ ਮੁੰਡੇ ਆ, ਤੁਸੀਂ ਕਦੇ ਵੀਡੀਓ ਦੇਖੇ ਹੋਣੇ ਆ, YouTube ਤੇ ਦੇਖਿਆ, ਸੋਸ਼ਲ ਮੀਡੀਆ ਤੇ, ਤਾਂ ਬੜੀ ਜ਼ਬਰਦਸਤ ਉਹਨਾਂ ਦੀ ਕ੍ਰਿਟਿਸਿਜ਼ਮ ਕਰ ਰਹੇ ਆ। ਆਪਣਾ ਮੋਦੀ ਦੀ ਵੀ, ਮੋਦੀ ਸਰਕਾਰ ਦੀ ਵੀ, ਭਾਜਪਾ ਦੀ ਵੀ, ਆਰਐਸ ਜ਼ਬਰਦਸਤ ਕ੍ਰਿਟਿਸਿਜ਼ਮ ਕਰ ਰਹੇ ਆ। ਇਹ ਹਿੰਮਤ ਜਿਹੜੀ ਆ ਕ੍ਰਿਟਿਸਾਈਜ਼ ਕਰਨ ਦੀ, ਇਹ ਕਿਸਾਨ ਅੰਦੋਲਨ ਨੇ ਦਿੱਤੀ। ਕਿਸਾਨ ਅੰਦੋਲਨ ਨੇ ਉੱਥੇ ਤੁਹਾਡੀ ਜਾਤ ਪਾਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ 27 ਫਰਵਰੀ ਨੂੰ ਜਾ ਕੇ ਆਇਆ, ਗੁਰੂ ਰਵਿਦਾਸ ਜੀ ਦਾ ਜਨਮ ਦਿਨ ਉੱਥੇ ਟਿਕਰੀ ਮਨਾਇਆ ਗਿਆ, ਜਿਹੜਾ ਕਿ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਮੇਰੇ ਦੇਖਣ ਵਿੱਚ ਤਾਂ ਕਦੇ ਨਹੀਂ ਆਇਆ, ਕਿਉਂਕਿ ਪਿੰਡਾਂ ਦੇ ਵਿੱਚ ਗੁਰਦੁਆਰੇ ਅਲੱਗ-ਅਲੱਗ ਬਣੇ ਹੋਏ ਆ, ਸ਼ਮਸ਼ਾਨ ਘਾਟ ਅਲੱਗ-ਅਲੱਗ ਬਣੇ ਹੋਏ ਆ, ਆਪਣੇ ਆਪਣੇ ਸਮਾਜ ਦੇ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੱਥਾ ਸਾਰੇ ਟੇਕਦੇ ਆ। ਮੈਂ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਰਿਹਾ, ਮੈਂ ਬੜੀ ਵਾਰੀ ਗਿਆ, ਉੱਥੇ ਇੱਕ ਡਾਇਮੰਡ ਟੈਂਪਲ ਹੈ, ਗੁਰੂ ਰਵਿਦਾਸ ਜੀ ਦਾ ਮੰਦਿਰ ਹੈ 7 ਫੇਜ਼ ਦੇ ਵਿੱਚ। ਉੱਥੇ ਜਿੱਦਣ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਦਾ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਉੱਥੇ ਮੱਥਾ ਟੇਕਣ ਵਾਲੇ ਵੀ ਰਵਿਦਾਸੀਆ ਭਾਈਚਾਰੇ ਦੇ ਲੋਕੀ ਆਉਂਦੇ, ਕੋਈ ਦੂਜੇ ਭਾਈਚਾਰੇ ਦਾ ਉੱਥੇ ਭਾਈ ਤਾਂ ਸਾਰੇ ਰਹਿੰਦੇ, ਤੇ ਜਿਹੜਾ ਚੰਦਾ ਦਿੰਦੇ ਆ ਉਹ ਫੰਕਸ਼ਨ ਕਰਨ ਨੂੰ, ਆਪਣਾ ਸੈਲੀਬ੍ਰੇਟ ਕਰਨ ਨੂੰ, ਉਹ ਵੀ ਉਹੀ ਲੋਕੀ ਦਿੰਦੇ। ਲੇਕਿਨ ਇਹ ਦੀਵਾਰਾਂ ਗਿਰ ਰਹੀਆਂ ਆ। ਹੁਣ ਇਹ ਦੀਵਾਰਾਂ ਗਿਰਦੀਆਂ ਨੂੰ ਜੇ ਅਸੀਂ ਸਹਾਰਾ ਦੇਣਾ ਤਾਂ ਸਾਡੀ ਮਰਜ਼ੀ ਆ ਵੀ ਇਹ ਡਿੱਗਣ ਨਾ, ਤੇ ਜੇ ਇਹਨਾਂ ਨੂੰ ਆਪਣਾ ਹੋਰ ਆਪਾਂ ਜਾ ਕੇ ਧੱਕਾ ਲਾਈਏ ਕਿ ਡਿੱਗ ਜਾਣ ਛੇਤੀ, ਤਾਂ ਵੀ ਆਪਣੀ ਇੱਕ ਚੁਆਇਸ ਹੈ। ਮੈਨੂੰ ਭਾਈ ਰਣਜੀਤ ਸਿੰਘ ਜੀ, ਤੁਹਾਡਾ ਨਾਮ? ਦਲਜੀਤ ਸਿੰਘ ਦੀਆਂ ਗੱਲਾਂ ਮੈਨੂੰ ਬਹੁਤ ਅੱਛੀਆਂ ਲੱਗੀਆਂ, ਮੈਂ ਬੜੇ ਧਿਆਨ ਨਾਲ ਸੁਣਿਆ ਸੀਗਾ। ਮੈਨੂੰ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਹੋਈ ਗੱਲ ਇਹ ਸਮਝ ਲੱਗੀ ਹੈ ਕਿ ਇਨ ਸਿੱਖਨ ਕੋ ਦਿਓ ਪਾਤਸ਼ਾਹੀ ਯਾਦ ਕਰੇ ਹਮੜੀ ਦੁਨੀਆ। ਇਹ ਕਿਹੜੀ ਪਾਤਸ਼ਾਹੀ ਦੀ ਭੋਗਲੇ, ਫਿਰ ਵੀ ਗੱਲ ਨਹੀਂ ਸਮਝ ਲੱਗੀ। 10ਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ, ਔਰ ਉਹਨਾਂ ਨੇ ਤਾਂ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਿਸੇ ਨਾਲ ਉਹਨਾਂ ਨੇ ਭੇਦ ਨਹੀਂ ਕੀਤਾ, ਕਿਸੇ ਵੀ ਜਾਤੀ ਨਾਲ ਨਹੀਂ ਕੀਤਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਿਆ, ਸੰਪਾਦਨ ਕੀਤੀ ਹੈ, ਤਾਂ ਉਹਦੇ ਵਿੱਚ ਜਿੱਥੇ ਗੁਰੂ ਰਵਿਦਾਸ ਚਮਾਰ ਦੀ ਬਾਣੀ ਲਈ, ਉੱਥੇ ਮੁਸਲਮਾਨ ਬਾਬਾ ਫਰੀਦ ਦੀ ਤੇ ਕਬੀਰ ਸਾਹਿਬ ਦੀ ਬਾਣੀ ਵੀ ਲਈ, ਉੱਥੇ ਉਹਨਾਂ ਨੇ ਰਾਮਾਨੰਦ ਬ੍ਰਾਹਮਣ ਦੀ ਬਾਣੀ ਵੀ ਲਈ। ਉਹਨਾਂ ਨੇ ਕਿਸੇ ਨੂੰ ਜਾਤ ਪਾਤ ਕਰਕੇ ਨਹੀਂ ਉਹਨਾਂ ਦੀ ਕਿਸੇ ਦੀ ਬਾਣੀ ਲਈ, ਉਹਨਾਂ ਨੇ ਇਨਸਾਨੀਅਤ ਵਾਸਤੇ ਜੋ ਇੱਕ ਮਿਆਰ ਸੀ ਸੰਤਾਂ ਦਾ ਬਾਣੀ ਦਾ, ਉਹਦੇ ਵਿੱਚ ਪੂਰਾ ਉਤਰਿਆ, ਬਿਨਾਂ ਭੇਦਭਾਵ, ਬਿਨਾਂ ਵਰਨ ਵਿਵਸਥਾ ਉਹਨਾਂ ਨੇ ਉਹਦੇ ਵਿੱਚ ਸ਼ਾਮਿਲ ਕੀਤਾ। ਔਰ ਆਪਾਂ ਸਭ ਨੂੰ ਨਤਮਸਤਕ ਹੁੰਦੇ ਹਾਂ ਜਦੋਂ ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤਾਂ ਜਿੱਥੇ ਸਮਝਣ ਦੀ ਗੱਲ ਹੈ ਤਾਂ ਕਿ ਉੱਥੇ ਜਾਤ ਪਾਤ ਰਹਿ ਜਾਂਦੀ ਹੈ। ਜੇ ਜਾਤ ਪਾਤ ਕੋਈ ਮੰਨਦਾ ਹੈਗਾ ਤਾਂ ਇਹ ਉਹਦੀ ਸਮੱਸਿਆ ਆ, ਇਹ ਗੁਰਬਾਣੀ ਦੀ ਸਮੱਸਿਆ ਨਹੀਂ ਹੈ, ਇਹ ਇਨਸਾਨੀਅਤ ਦੀ ਸਮੱਸਿਆ ਨਹੀਂ ਹੈ। ਲੇਕਿਨ ਮੈਂ ਭਾਈ ਜੀ ਨਾਲ ਇਹ ਗੱਲ ਨਾਲ ਸਹਿਮਤ ਹਾਂ ਕਿ ਇਹ ਜਿਹੜਾ ਆਪਣਾ ਸਮਾਜ ਹੈ, ਇਹ ਆਪਸ ਵਿੱਚ ਹੀ ਵਰਗ ਵਿਵਸਥਾ ਦੀ ਵਜ੍ਹਾ ਕਰਕੇ ਕੁਛ ਵਰਗ ਇਹੋ ਜਿਹੇ, ਕੁਛ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਸਦੀਆਂ ਤੋਂ ਇਨਸਾਫ ਨਹੀਂ ਮਿਲਿਆ। ਪਰ ਮੈਂ ਉੱਥੇ ਨਾਲੋਂ ਨਾਲ ਉਹਨਾਂ ਲੋਕਾਂ ਦੇ ਬਾਰੇ ਵੀ ਕਹਿਣਾ ਚਾਹੁੰਦਾ ਹੈਗਾ ਕਿ ਉਹਨਾਂ ਨੇ ਆਪਣਾ ਬਣਦਾ ਮਾਣ ਸਤਿਕਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੇ ਵਰਗੇ ਲੋਕ ਜਿਹੜੇ ਪੜ੍ਹ ਲਿਖ ਕੇ ਚੰਗੇ ਅਹੁਦਿਆਂ 'ਤੇ ਰਹਿ ਕੇ ਵੀ ਸਮਾਜ ਨਾਲੋਂ ਕੱਟੇ ਰਹਿੰਦੇ ਆ ਤੇ ਆ ਕੇ ਸਮਾਜ ਵਿੱਚ ਵਿਚਰਦੇ ਨਹੀਂ ਹੈ ਤੇ ਸਮਾਜ ਨੂੰ ਦੱਸਦੇ ਨਹੀਂ ਹੈ, ਰਸਤਾ ਨਹੀਂ ਦਿਖਾਉਂਦੇ, ਤਾਂ ਭਾਈ ਫਿਰ ਆਪਣੇ ਆਪ ਸਮਾਜ ਕਿਵੇਂ ਸੁਧਰ ਜਾਏਗਾ। ਜੇ ਚੋਣਾਂ ਆ ਰਹੀਆਂ ਤਾਂ ਸਮਾਜ ਨੂੰ ਜਾਗਰੂਕ ਕਰਨਾ ਤਾਂ ਪੜ੍ਹੇ ਲਿਖੇ ਲੋਕਾਂ ਦਾ ਕੰਮ ਹੈ।
ਜੇ ਸਰਕਾਰ ਮਾੜੀਆਂ ਪਾਲਿਸੀ ਲੈ ਕੇ ਆ ਰਹੀਆਂ ਹੈ ਤਾਂ ਫਿਰ ਕੌਣ ਦੱਸੇਗਾ? ਪੜ੍ਹਿਆ ਲਿਖਿਆ ਬੰਦਾ ਗੱਲ ਨਹੀਂ ਕਰੇਗਾ ਤਾਂ ਕੌਣ ਕਰੇਗਾ? ਤਾਂ ਅਸੀਂ ਆਪਣਾ ਜਗਤਾਰ ਸਿੰਘ ਵੀ, ਮੈਂ ਵੀ, ਸਾਨੂੰ ਤੇ ਸਰਕਾਰ ਦੇ ਵਿੱਚ ਰਹਿੰਦੇ ਹਾਂ ਨੌਕਰੀ, 2.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਮਿਲਦੀ ਸੀ। ਹੁਣ ਵੀ ਲੱਖ ਸਵਾ ਲੱਖ ਰੁਪਈਆ, ਸਵਾ ਲੱਖ ਦੇ ਕਰੀਬ ਪੈਨਸ਼ਨ ਮਿਲ ਰਹੀ ਹੈ, ਜਿਹੜੀ ਕਿ ਅੱਜ ਦੇ ਨੌਕਰੀ ਭਾਲਣ ਜਾਓ ਤਾਂ ਇੰਨੀ ਨੌਕਰੀ ਨਹੀਂ ਮਿਲਦੀ ਹੈ ਕਿ ਜਿੰਨੀ ਸਾਨੂੰ ਪੈਨਸ਼ਨ ਮਿਲ ਰਹੀ ਹੈ। ਫਿਰ ਵੀ ਅਸੀਂ ਸਵੇਰ ਤੋਂ ਲੈ ਕੇ ਬਿਨਾਂ ਨਾਸ਼ਤਾ ਕੀਤੇ, ਸਵੇਰੇ ਅਸੀਂ ਪਹਿਲਾਂ 9 ਵਜੇ 8:30 ਵਜੇ ਅਸੀਂ ਆਪਣਾ ਭਵਾਨੀਗੜ੍ਹ ਪਹੁੰਚ ਗਏ ਸੀਗੇ। ਫਿਰ ਅਸੀਂ ਸੰਗਰੂਰ ਆਏ, ਫਿਰ ਧੂਰੀ ਆਏ, ਫਿਰ ਰਸਤੇ 'ਚ ਵੀ ਰੁਕੇ। ਹੁਣ ਅਸੀਂ ਤੁਹਾਡੇ ਕੋਲ ਆਏ, ਅਜੇ ਅਸੀਂ ਵਾਪਸ ਜਾਣਾ ਹੈ ਕਿਤੇ ਹੋਰ। ਕਹਿਣ ਤੋਂ ਭਾਵ ਇਹ ਨਹੀਂ ਹੈਗਾ ਕਿ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ, ਲੇਕਿਨ ਇਸ ਕਰਕੇ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਕਿ ਜਦੋਂ ਅਸੀਂ ਪੜ੍ਹ ਲਿਖ ਗਏ ਹਾਂ ਤਾਂ ਸਮਾਜ ਨੇ ਹੀ ਪੜ੍ਹਾਇਆ ਸਾਨੂੰ। ਸਾਡੇ ਮਾਂ ਪਿਓ ਨੇ ਤਾਂ ਯੋਗਦਾਨ ਦਿੱਤਾ ਹੀ ਦਿੱਤਾ, ਲੇਕਿਨ ਜਦੋਂ ਅਸੀਂ 10 ਪੈਸੇ ਸਕੂਲ ਦੀ ਫੀਸ ਦੇ ਕੇ ਪੜ੍ਹ ਰਹੇ ਸੀਗੇ ਤਾਂ ਉਹ ਟੀਚਰਾਂ ਦਾ ਪੈਸਾ ਕੌਣ ਦੇ ਰਿਹਾ ਸੀ? ਸਕੂਲ ਦੀ ਬਿਲਡਿੰਗ ਦਾ ਪੈਸਾ ਕੌਣ ਦੇ ਰਿਹਾ ਸੀਗਾ? ਉਹ ਸਮਾਜ ਦੇ ਰਿਹਾ ਸੀਗਾ, ਉਹ ਸਰਕਾਰ ਦੇ ਰਹੀ ਸੀ। ਤੇ ਸਰਕਾਰ ਪੈਸੇ ਕਿੱਥੋਂ ਲੈ ਕੇ ਆਉਂਦੀ? ਤੁਹਾਡੇ ਤੋਂ ਲੈਂਦੀ। ਸਾਰਿਆਂ ਤੇ ਜਿਹੜਾ ਟੈਕਸ ਲੱਗਦਾ ਆ ਉਹ ਕਲੈਕਟ ਹੁੰਦਾ, ਗਵਰਨਮੈਂਟ ਕੋਲ ਜਾਂਦਾ ਤੇ ਗਵਰਨਮੈਂਟ ਆਪਣਾ ਇਨਫਰਾਸਟ੍ਰਕਚਰ ਕ੍ਰੀਏਟ ਕਰਦੀ ਹੈ। ਭਾਵੇਂ ਉਹ ਬਿਜਲੀ ਤੇ ਖਰਚ ਕਰੇ, ਸੜਕਾਂ ਤੇ ਖਰਚ ਕਰੇ, ਪਾਣੀ ਤੇ ਖਰਚ ਕਰੇ, ਬਿਲਡਿੰਗਾਂ ਤੇ ਖਰਚ ਕਰੇ, ਉਹ ਪੈਸਾ ਪਬਲਿਕ ਦਾ ਹੀ ਪੈਸਾ ਹੁੰਦਾ ਆ। ਤਾਂ ਹੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਪਬਲਿਕ ਸਰਵੈਂਟ ਕਿਹਾ ਜਾਂਦਾ ਹੈ, ਕਿਉਂਕਿ ਪਬਲਿਕ ਦੇ ਨੌਕਰ ਹੁੰਦੇ ਆ ਉਹ। ਇਹ ਅਲੱਗ ਗੱਲ ਹੈ ਕਿ ਜਿੰਨਾ ਚਿਰ ਨੌਕਰੀ 'ਚ ਹੁੰਦੇ ਉਹ ਰਾਜ ਕਰਦੇ ਆ, ਇਹ ਅਲੱਗ ਫੀਲਿੰਗ ਨਹੀਂ ਆਉਂਦੀ। ਫੀਲਿੰਗ ਆਉਣੀ ਚਾਹੀਦੀ ਕਿ ਅਸੀਂ ਨੌਕਰੀ ਕਰਦੇ ਹਾਂ, ਕਿਉਂਕਿ ਸਾਨੂੰ ਆਪਾਂ ਆਪਣੇ ਘਰ ਨੌਕਰ ਰੱਖ ਲਈਏ, ਰੋਟੀ ਪਕਾਉਣ ਵਾਲਾ ਜਾਂ ਕੰਮ ਕਰਨ ਵਾਲੀ, ਤਾਂ ਆਪਾਂ ਉਹਨੂੰ ਮਰਜ਼ੀ ਦੇ ਨਾਲ ਕੰਮ ਵੀ ਲੈਂਦੇ ਹਾਂ ਤੇ ਪੈਸੇ ਲੈਂਦੇ ਹਾਂ। ਲੇਕਿਨ ਜਦੋਂ ਸਰਕਾਰ ਸਾਨੂੰ ਅਪੁਆਇੰਟ ਕਰ ਲੈਂਦੀ ਤਾਂ ਅਸੀਂ ਉਹ ਗੱਲ ਭੁੱਲ ਜਾਂਦੇ ਹਾਂ। ਅਸੀਂ ਕਹਿੰਦੇ ਅਸੀਂ ਹੁਣ ਮਾਲਿਕ ਨਹੀਂ ਹੈ ਅਸੀਂ ਨੌਕਰ। ਲੇਕਿਨ ਨਾ ਪਬਲਿਕ ਸਾਨੂੰ ਪੁੱਛਦੀ ਹੈ ਕਿ ਤੁਸੀਂ ਵੀ ਸਾਡੇ ਨੌਕਰ ਹੋ, ਤੁਸੀਂ ਕੰਮ ਕਿਉਂ ਨਹੀਂ ਕਰਦੇ? ਦਫ਼ਤਰ ਦੇ ਵਿੱਚ ਬੈਠਾ ਭਾਵੇਂ ਡੀਸੀ ਗੱਪਾਂ ਮਾਰੀ ਜਾਵੇ, ਉਹਨੇ ਬਾਹਰ ਬੰਦੇ ਲਾਈਨ ਲਵਾ ਰੱਖਣੀ ਹੈ ਕਿ ਲੋਕੀ ਬਾਹਰ ਖੜੇ ਰਹਿਣ। ਜਦੋਂ ਕਿ ਉਹਦਾ ਫਰਜ਼ ਬਣਦਾ ਪਹਿਲਾਂ ਲੋਕਾਂ ਨੂੰ ਮਿਲੇ, ਵਿਹਲਾ ਹੋ ਕੇ ਫਿਰ ਚਾਹੇ ਉਹ ਗੱਪ ਮਾਰੇ ਜੋ ਮਰਜ਼ੀ ਕਰੇ। ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਹੈਗੀ ਆ, ਸਾਡਾ ਆਪਣਾ ਇੱਕ ਤੁਹਾਨੂੰ ਆ ਕੇ ਬੇਨਤੀ ਕਰਨ ਦਾ ਮਕਸਦ ਹੈ ਕਿ ਅਸੀਂ ਇੱਕ 28 ਤਰੀਕ ਨੂੰ ਮਜ਼ਦੂਰ, ਕਿਰਤੀ, ਕਿਸਾਨ ਦੀ ਇੱਕ ਸਾਂਝੀ ਪੰਚਾਇਤ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਵੱਡੇ ਜਿਹੜੇ ਕਿਸਾਨ ਲੀਡਰ ਹੈ, ਰਾਜੇਵਾਲ ਸਾਹਿਬ ਵੀ ਆ ਰਹੇ ਹੈ ਤੇ ਹਰਮੀਤ ਕਾਦੀਆਂ ਵੀ ਆ ਰਹੇ ਹੈ, ਸੁਪਰੀਮ ਕੋਰਟ ਦੇ ਐਡਵੋਕੇਟ ਆ ਰਹੇ ਹੈ, ਆਪਣੇ ਭਾਨੂ ਪ੍ਰਤਾਪ ਸਿੰਘ ਤੇ ਕੁੜੀ ਵੀ ਆ ਰਹੀ ਹੈ ਆਪਣੀ ਜਿਹੜੀ ਜੇਲ੍ਹ 'ਚ ਬੰਦ ਰਹੀ 2 ਮਹੀਨੇ, ਆਪਣਾ ਮੁਕਤਸਰ ਦੀ ਨਵਦੀਪ ਕੌਰ। ਹੋਰ ਵੀ ਆਪਣਾ ਹੋ ਸਕਦਾ 2-3 ਦਿਨਾਂ ਦੇ ਵਿੱਚ ਅਸੀਂ ਜਾਵਾਂਗੇ। ਉਹ ਗਰਾਹਾਂ ਸਾਹਿਬ ਵੀ ਆਉਣਗੇ, ਅਜੇ ਗੱਲ ਨਹੀਂ ਹੋਈ ਉਹਨਾਂ ਨਾਲ। ਤੇ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਉੱਥੇ ਇੱਕ ਤਾਂ ਇਹਨਾਂ ਲੀਡਰਾਂ ਦੇ ਮੂੰਹੋਂ ਤੁਹਾਨੂੰ ਚਾਹੁੰਦੇ ਹਾਂ ਕਿ ਤੁਸੀਂ ਸੁਣੋ ਕਿ ਉਹ ਹੁਣ ਤੱਕ ਉਹਨਾਂ ਨੇ ਕੀ ਗੱਲਬਾਤ ਕੀਤੀ ਤੇ ਇਹ ਕਿਸਾਨੀ ਕਾਨੂੰਨ ਕਿਵੇਂ ਮਾੜੇ ਆ, ਨੰਬਰ 1। ਨੰਬਰ 2 ਦੇ ਉੱਤੇ ਸਮਾਜ ਦੇ ਵਿੱਚ ਇੱਕ ਬੌਂਡ ਬਣਾਉਣਾ ਚਾਹੁੰਦੇ ਹਾਂ। ਨੰਬਰ 3, ਜਿਹੜੇ ਲੇਬਰ ਸੰਬੰਧੀ ਕਾਨੂੰਨ ਪਾਸ ਕੀਤੇ ਆ ਕੇਂਦਰ ਸਰਕਾਰ ਨੇ, ਉਹਨਾਂ ਦਾ ਗਿਆਨ ਨਹੀਂ ਹੈ ਲੋਕਾਂ ਦੇ। ਉੱਥੇ ਜਿਹੜੇ ਵੀ ਤੁਸੀਂ ਲੋਕੀ ਗਏ ਹੋਵੋਗੇ, ਉੱਥੇ ਟਰਾਲੀਆਂ ਦੇ ਉੱਤੇ ਵੱਡੇ ਵੱਡੇ ਬੈਨਰ ਲੱਗੇ ਹੋਏ ਆ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ, ਨਾਰਾ ਵੀ ਲੱਗਦਾ ਹੈ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ। ਲੇਕਿਨ ਮਜ਼ਦੂਰ ਸੰਬੰਧੀ ਜਿਹੜੇ ਕਾਨੂੰਨ ਸਰਕਾਰ ਲੈ ਕੇ ਆਈ ਆ, ਉਹਨਾਂ ਬਾਰੇ ਨਾ ਮਜ਼ਦੂਰਾਂ ਨੂੰ ਗਿਆਨ ਹੈ, ਨਾ ਕਿਸਾਨਾਂ ਨੂੰ ਗਿਆਨ ਹੈ, ਨਾ ਪੜ੍ਹੇ ਲਿਖੇ ਵਿਅਕਤੀਆਂ ਨੂੰ ਗਿਆਨ ਹੈ, ਕਿਉਂਕਿ ਮਜ਼ਦੂਰ ਕਮਜ਼ੋਰ ਹੈ। ਜੇ ਕਿਸੇ ਦੀ ਰੈਜ਼ਰਵੇਸ਼ਨ ਸੰਬੰਧੀ ਸ਼ਡਿਊਲ ਕਾਸਟ ਲੋਕਾਂ ਦੀ ਰੈਜ਼ਰਵੇਸ਼ਨ ਬੰਦ ਹੋ ਜਾਏ ਤਾਂ ਫਿਰ ਰੈਜ਼ਰਵੇਸ਼ਨ ਦੇ ਸੰਬੰਧੀ 2 ਅਪ੍ਰੈਲ 2018 ਨੂੰ ਭਾਰਤ ਬੰਦ ਦਾ ਸੱਦਾ SC/ST ਸਮਾਜ ਦਿੰਦਾ ਆ, ਦੂਜਾ ਸਮਾਜ ਨਹੀਂ ਦਿੰਦਾ। ਉਹਨਾਂ ਨੂੰ ਕੀ ਫਰਕ ਹੈ? ਤੇ ਲੇਬਰ ਦੇ ਕਾਨੂੰਨਾਂ ਸੰਬੰਧੀ ਵੀ ਲੇਬਰ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਪਰ ਉਹ ਅਨਪੜ੍ਹ ਵਿਚਾਰੇ, ਰੋਜੀ ਰੋਟੀ ਦਾ ਮਸਲਾ ਹੈ, ਸਵੇਰੇ ਗਏ ਸ਼ਾਮੀ ਆ ਗਏ, ਰਾਤ ਨੂੰ ਆਏ, ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿਹੜੇ ਕਾਨੂੰਨ ਹੈ ਜਿਹੜੇ ਉਹਨਾਂ ਦੇ ਖਿਲਾਫ ਹੋ ਗਏ ਆ। ਮੈਂ ਤੁਹਾਡੇ ਨਾਲ ਥੋੜੇ ਆਪਾਂ ਲੋਕੀ ਬੈਠੇ ਆ, ਪਰ ਫਿਰ ਵੀ ਮੈਂ ਥੋੜੇ ਬਰੀਫਲੀ ਤੁਹਾਨੂੰ ਦੱਸਣਾ ਕਿ ਇੱਕ ਮਿਨੀਮਮ ਵੇਜਸ ਐਕਟ ਹੈ, ਉਹ DC ਪਾਸ ਕਰਦਾ ਹੁੰਦਾ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਅਲੱਗ-ਅਲੱਗ ਕੰਮਾਂ ਦੀ ਕੀ ਤਨਖਾਹ ਹੋਏਗੀ, ਕੀ ਉਜਰਤ ਹੋਏਗੀ, ਉਹ ਖਤਮ ਕਰ ਦਿੰਦਾ ਹੈ। ਮੰਨ ਲਓ ਮੈਂ ਕੰਪਿਊਟਰ ਆਪਰੇਟਰ ਰੱਖਣਾ ਤਾਂ ਉਹਦੀ ਤਨਖਾਹ, ਜੇ ਮੈਨੂੰ ਅੱਜ DC ਬਦਲ ਗਿਆ ਤਾਂ ਉਹਨੂੰ ਨਵੇਂ ਸਿਰੇ ਤਨਖਾਹ ਫਿਕਸ ਕਰਨ ਦੀ ਲੋੜ ਨਹੀਂ ਹੈ।
ਉਹ ਡੀਸੀ ਰੇਟ ਕਢਾਏਗਾ ਤੇ ਡੀਸੀ ਰੇਟ 'ਚ ਲਿਖਿਆ ਹੁੰਦਾ ਆ ਕਿ ਜੇ ਕੰਪਿਊਟਰ ਆਪਰੇਟਰ ਰੱਖਣਾ ਤਾਂ ਉਹਨੂੰ 12000 ਦੇਣਾ, 14000 ਦੇਣਾ, 16000 ਦੇਣਾ, 18 ਦੇਣਾ, ਕਿੰਨਾ ਦੇਣਾ। ਜੇ ਡਰਾਈਵਰ ਰੱਖਣਾ ਤਾਂ ਕਿੰਨੀ ਤਨਖਾਹ ਦੇਣੀ ਹੈ। ਜੇ ਪੀਐਨ ਰੱਖਣਾ, ਮਾਲੀ ਰੱਖਣਾ ਤਾਂ ਕਿੰਨੀ ਤਨਖਾਹ ਦੇਣੀ ਹੈ। ਜੇ ਆਪਾਂ ਈਵਨ ਜੇ ਕੈਜੂਅਲ ਲੇਬਰਰ ਹੈ, ਜੇ ਆਪਾਂ ਉਹਨੂੰ ਵੀ ਕਿੰਨੀ ਤਨਖਾਹ ਦੇਣੀ ਹੈ, ਸਭ ਉੱਥੇ ਰੇਟ ਫਿਕਸ ਹੈ ਕੰਮ ਵਰਕ ਵਾਈਜ਼। ਉਹ ਜਿਹੜਾ ਐਕਟ ਹੈ ਉਹ ਖਤਮ ਕਰਕੇ ਹੁਣ ਆਵਰਲੀ ਪੇਮੈਂਟ ਹੋਇਆ ਕਰੇਗੀ। ਘੰਟਾ ਬਾਅਦ ਜੇ ਕੰਮ ਕੀਤਾ 1 ਘੰਟੇ ਦਾ 1 ਘੰਟੇ ਦੀ ਹੋਏਗੀ, ਜੇ 5 ਘੰਟੇ ਕੀਤਾ 5 ਘੰਟੇ ਦੀ ਹੋਏਗੀ। ਜਿਹੜੀ ਹਫ਼ਤੇਵਾਰ ਛੁੱਟੀ ਹੁੰਦੀ ਸੀ ਉਹ ਖਤਮ ਕਰਦੀ ਹੈ, ਕਿਉਂਕਿ ਘੰਟਿਆਂ ਸੰਬੰਧੀ ਪੇਮੈਂਟ ਹੋਣੀ ਹੈ, ਉਹ ਖਤਮ ਕਰ ਦਿੱਤੀ ਹੈ। ਤੇ ਮਿਨੀਮਮ ਵੇਜਸ ਐਕਟ ਵੀ ਖਤਮ ਕਰਤਾ ਹੈ। ਨੰਬਰ 1। ਨੰਬਰ 2 ਦੇ ਉੱਤੇ ਔਰਤਾਂ ਦੇ ਵਾਸਤੇ ਪਾਬੰਦੀ ਸੀ। ਆਪਣੇ ਇੱਥੇ ਕੋਈ ਵੱਡੀ ਇੰਡਸਟਰੀ ਨਹੀਂ ਹੈ। ਬੰਬੇ ਕਈ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇੰਡੀਆ ਦੇ ਬਹੁਤ ਵੱਡੀਆਂ ਵੱਡੀਆਂ ਇੰਡਸਟਰੀਆਂ ਜਿਨ੍ਹਾਂ 'ਚ ਹਜ਼ਾਰਾਂ ਲੋਕੀ ਕੰਮ ਕਰਦੇ। ਆਪਣੇ ਵੀ ਇੱਥੇ 2-4 ਇੰਡਸਟਰੀਆਂ ਤੁਹਾਡੇ ਜ਼ਿਲ੍ਹੇ 'ਚ ਵੀ ਹੈਗੀਆਂ ਆ, ਜਿਵੇਂ ਤੁਹਾਡੇ ਕੀ ਮਿਲ ਵਗੈਰਾ ਹੈਗੀਆਂ ਇੱਧਰ ਆਪਣਾ ਸੰਗਰੂਰ ਲਾਗੇ, ਬਰਨਾਲੇ ਦੀ ਇੰਡਸਟਰੀ ਹੈ। ਹਜ਼ਾਰਾਂ ਦੇ ਹਿਸਾਬ ਨਾਲ ਲੋਕੀ ਟਰਾਈਡੈਂਟ ਦਾ ਬਹੁਤ ਕਈ ਹਜ਼ਾਰ ਕੰਮ ਕਰਦਾ। ਤਾਂ ਜਿਹੜੀਆਂ ਵੱਡੀਆਂ ਇੰਡਸਟਰੀਆਂ ਆ, ਜੇ ਉੱਥੇ 24 ਘੰਟੇ ਕੰਮ ਚੱਲਦਾ ਆ, ਕਈ ਇਹੋ ਜਿਹੀਆਂ ਮਸ਼ੀਨਾਂ ਆ ਜਿਵੇਂ ਐਲੂਮੀਨੀਅਮ ਵਗੈਰਾ ਜਿੱਥੇ ਬਣਦਾ ਆ ਬਾਲਕੋ ਵਗੈਰਾ ਦੇ ਵਿੱਚ, ਮੈਂ ਉਹ ਦੇਖ ਕੇ ਆਇਆ ਉੱਧਰ ਛੱਤੀਸਗੜ੍ਹ ਵੱਲ। ਉੱਥੇ 1 ਮਿੰਟ ਲਈ ਵੀ ਇੰਡਸਟਰੀ ਬੰਦ ਨਹੀਂ ਹੁੰਦੀ, ਕਿ ਸ਼ਿਫਟਾਂ 'ਚ ਕੰਮ ਹੁੰਦਾ ਹੈ 24 ਘੰਟੇ। ਤਾਂ ਪਹਿਲਾਂ ਪਾਬੰਦੀ ਸੀ ਕਿ ਔਰਤਾਂ ਸ਼ਿਫਟ ਵਿੱਚ ਕੰਮ ਨਹੀਂ ਕਰਨਗੀਆਂ, ਰਾਤ ਦੀ ਸ਼ਿਫਟ 'ਚ ਕੰਮ ਨਹੀਂ ਕਰਨਗੀਆਂ। ਹੁਣ ਉਹ ਕਾਨੂੰਨ ਕਰਕੇ ਮੋਡੀਫਾਈ ਕਰਕੇ ਔਰਤਾਂ ਨੂੰ ਅਲਾਉ ਕਰਤਾ ਹੈ। ਜਿੱਥੇ ਫੈਕਟਰੀਆਂ ਵਗੈਰਾ 'ਚ ਦਿਨ ਨੂੰ ਔਰਤ ਸੇਫ ਨਹੀਂ ਹੈਗੀ, ਉੱਥੇ ਰਾਤ ਨੂੰ ਕਿਵੇਂ ਸੇਫ ਹੋਏਗੀ? ਕੋਈ ਪਰਵਾਹ ਨਹੀਂ ਹੈ। ਉਹ ਬੱਚਿਆਂ ਦਾ ਘਰ ਦਾ ਦੇਖਭਾਲ ਕਿਵੇਂ ਕਰੇਗੀ? ਕੰਮ ਕਰਨਾ ਉਹਦੀ ਚੁਆਇਸ ਨਹੀਂ ਹੈ ਔਰਤ ਦੀ, ਉਹਦੀ ਮਜਬੂਰੀ ਹੈ। ਘਰ ਨਹੀਂ ਚੱਲਦਾ ਇਸ ਕਰਕੇ ਘਰੋਂ ਬਾਹਰ ਜਾ ਕੇ ਕੰਮ ਕਰਦੀ ਹੈ, ਖਾਸ ਕਰਕੇ ਲੇਬਰ ਦਾ। ਇਹ ਨਹੀਂ ਮੈਂ ਕਹਿੰਦਾ ਕਿ ਡੀਸੀ ਔਰਤ ਲੱਗੀ ਹੋਈ ਹੈ ਤਾਂ ਉਹ ਆਪਣਾ ਉਹਦੀ ਮਜਬੂਰੀ ਹੈ, ਉਹਦਾ ਤਾਂ ਸ਼ੌਕ ਹੈ, ਉਹਦੀ ਨੌਕਰੀ ਹੈ। ਲੇਕਿਨ ਜਿਹੜੀ ਔਰਤ ਲੇਬਰ ਕਰਦੀ ਹੈ ਕਿ ਉਹ ਆਪਣੇ ਸ਼ੌਕ ਨੂੰ ਜਾਂਦੀ ਹੈ, ਉਹ ਮਜਬੂਰੀ ਕਰਨ ਜਾਂਦੀ ਹੈ। ਉਹ ਕਰ ਦਿੱਤਾ, ਕਾਨੂੰਨ ਬੈਨ ਕਰਦਾ। ਫਿਰ ਆਪਣੇ ਕੋਲ ਸਟ੍ਰਾਈਕ ਕਰਨ ਦਾ ਅਧਿਕਾਰ ਸੀਗਾ ਲੇਬਰ ਕੋਲ। ਉਹ ਲੇਬਰ ਕੋਲ ਸਟ੍ਰਾਈਕ ਕਰਨ ਦੇ ਵਾਸਤੇ 14 ਦਿਨ ਦਾ ਪਹਿਲਾਂ ਨੋਟਿਸ ਦੇਣਾ ਪੈਂਦਾ ਸੀਗਾ। ਹੁਣ ਉਹ 60 ਦਿਨ ਕਰ ਦਿੱਤਾ ਹੈ ਕਿ 60 ਦਿਨ ਦਾ ਪਹਿਲਾਂ ਨੋਟਿਸ ਦਿਓ, ਫਿਰ ਤੁਸੀਂ ਸਟ੍ਰਾਈਕ ਕਰ ਸਕਦੇ ਹੋ। ਪਹਿਲਾਂ 100 ਬੰਦਾ ਸੀ ਤਾਂ ਤੁਸੀਂ ਯੂਨੀਅਨ ਬਣਾ ਸਕਦੇ ਸੀ, ਹੁਣ ਉਹ ਖਤਮ ਕਰਕੇ 51% ਕਰਤਾ। ਜੇ ਮੰਨ ਲਓ ਲੱਖ ਬੰਦਾ ਕਿਤੇ ਅੰਪਲਾਈ ਆ, ਰੇਲਵੇ ਵਰਗੀਆਂ ਵੱਡੀਆਂ ਫੈਕਟਰੀਆਂ ਜਾਂ ਵੱਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਅੰਪਲਾਈ ਵੱਡੀ ਗਿਣਤੀ 'ਚ ਹੈ, ਤਾਂ 51% ਲੋਕੀ ਯੂਨੀਅਨ ਬਣਾਉਣ ਲਈ ਰਾਜ਼ੀ ਹੋਣਗੇ ਤਾਂ ਯੂਨੀਅਨ ਬਣਾ ਸਕਦੇ। ਫਿਰ ਤੁਹਾਨੂੰ ਕੋਈ ਤਕਲੀਫ ਹੈ, ਤੁਸੀਂ ਆਪਣਾ ਯੂਨੀਅਨ ਬਣਾਉਣੀ ਚਾਹੁੰਦੇ ਹੋ ਕਿ ਠੀਕ ਹੈ ਬਈ ਦਲਜੀਤ ਸਿੰਘ ਯੂਨੀਅਨ ਬਣਾਉਂਦਾ ਤੇ ਇਹਨੂੰ ਨੌਕਰੀ ਤੋਂ ਕੱਢ ਦਿਓ। ਹੁਣ ਤੁਸੀਂ ਕੀ ਕਰੋਗੇ? ਤੁਸੀਂ ਦਲਜੀਤ ਸਿੰਘ ਕਹੇਗਾ ਕਿ ਮੈਂ ਚੱਲਿਆ ਲੇਬਰ ਕੋਰਟ, ਸਰਕਾਰ ਨੇ ਲੇਬਰ ਕੋਰਟ ਹੀ ਖਤਮ ਕਰਤੀ ਹੈ। ਨਵੇਂ ਕਾਨੂੰਨ ਦੇ ਮੁਤਾਬਕ देयर वुड बी नो ਲੇਬਰ ਕੋਰਟ। ਕਿੱਥੇ ਜਾਓਗੇ? ਨਾ ਕੋਈ ਅਪੀਲ ਨਾ ਦਲੀਲ। ਇੱਕ ਕੌਂਸਲ ਬਣਾਤੀ ਹੈ, ਐਮਪਲਾਇਰਸ ਕੌਂਸਲ, ਜਾਣੀ ਕਿ ਜੇ ਮੇਮਣੇ ਨੂੰ ਤਕਲੀਫ ਹੈ ਸ਼ੇਰ ਦੇ ਸੰਬੰਧੀ ਤਾਂ ਸ਼ੇਰਾਂ ਦੀ ਕੌਂਸਲ ਬਣਾਤੀ ਹੈ ਉਹਦੀ ਤਕਲੀਫ ਸੁਣਨ ਦੇ ਬਾਅਦ। ਇਹ ਗੱਲਾਂ ਮੇਰਾ ਖਿਆਲ ਕਿੰਨੇ ਲੋਕਾਂ ਨੂੰ ਪਤਾ ਹੈ? ਤੁਹਾਨੂੰ ਨਹੀਂ ਪਤਾ? ਬਹੁਤ ਘੱਟ ਲੋਕਾਂ ਨੂੰ ਪਤਾ ਆ। ਕਿਸਾਨ ਯੂਨੀਅਨ ਉੱਥੇ ਜਿਹੜੇ ਲੀਡਰ ਹੈ ਉਹ ਵੀ ਨਹੀਂ ਇਹ ਗੱਲ ਕਰਦੇ ਜਾਂ ਉਹਨਾਂ ਨੂੰ ਪਤਾ ਨਹੀਂ ਹੈ। ਮੈਂ ਜਿੰਨੀ ਵਾਰੀ ਵੀ ਗਿਆ ਮੈਂ ਬੇਨਤੀ ਕਰਕੇ ਆਇਆ ਵੀ ਜਦੋਂ ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਲਾਉਂਦੇ ਹੋ ਤੇ ਮਜ਼ਦੂਰ ਦੀ ਗੱਲ ਤਾਂ ਕਰੋ ਨਾਲ। ਮਜ਼ਦੂਰ ਦੀਆਂ ਤਕਲੀਫਾਂ ਕੀ ਹੈ ਤੁਹਾਨੂੰ ਪਤਾ ਹੈਗਾ? ਉਹ ਕਹਿੰਦੇ ਜੀ ਤੁਸੀਂ ਦੱਸ ਦਿਓ। ਹੋਰ ਤਾਂ ਹੋਰ ਕੱਲ ਆਈਏਐਸ ਅਫਸਰ ਜਿਹੜੇ ਰਿਟਾਇਰਡ ਹੈ ਚੀਫ ਸੈਕਟਰੀ ਰੈਂਕ ਦੇ, ਉਹਨਾਂ ਦੇ ਜਿਹੜਾ ਸੈਮੀਨਾਰ ਹੋਇਆ 300 ਬੰਦਾ ਆਇਆ। ਆਰਮੀ ਅਫਸਰ ਸੀ, ਆਈਪੀਐਸ ਅਫਸਰ ਸੀ, ਡੀਜੀਪੀ ਰੈਂਕ ਦੇ ਕਈ ਅਫਸਰ ਸੀਗੇ, ਚੀਫ ਸੈਕਟਰੀ ਰੈਂਕ ਦੇ ਕਈ ਅਫਸਰ ਸੀਗੇ। ਜਦੋਂ ਮੈਂ ਗੱਲ ਕੀਤੀ ਮੇਰਾ 7ਵਾਂ 8ਵਾਂ ਨੰਬਰ ਸੀਗਾ, ਮੈਨੂੰ ਕਹਿੰਦੇ ਜੀ ਲਗਟ ਜੀ ਬਾਈ ਟਾਈਮ ਬੜਾ ਹੋ ਗਿਆ ਤੇ ਤੁਸੀਂ ਥੋੜੇ ਸਮੇਂ ਦੇ ਵਿੱਚ ਕੁਝ ਸਮੁੰਦਰ ਭਰ ਦਿਓ। ਮੈਂ ਕਿਹਾ ਠੀਕ ਹੈ। ਕਿਸਾਨਾਂ ਦੀ ਤਾਂ ਸਾਰਿਆਂ ਨੇ ਗੱਲ ਕਰ ਲਈ, ਫਿਰ ਮੈਂ ਤਾਂ ਪਹਿਲਾਂ ਕਿਰਤੀ ਦੀ ਗੱਲ ਕਰੂੰਗਾ। ਕਿਰਤੀ ਦੀ ਜਦੋਂ ਮੈਂ ਗੱਲ ਕੀਤੀ ਤੇ ਮੈਨੂੰ ਕੰਨ ਏਦਾਂ ਕਰਕੇ ਪੁੱਛਿਆ ਇਹ ਲਾ ਕਦੋਂ ਪਾਸ ਹੋਏ ਹੈ, ਪਤਾ ਹੀ ਨਹੀਂ। ਇਹ ਸਾਥੀਓ ਕੀ ਜਿਹੜਾ ਕਿਰਤੀ ਹੈ ਉਹ ਆਪਣੇ ਸਮਾਜ ਦਾ ਅੰਗ ਨਹੀਂ ਹੈ? ਉਹਦੀ ਗੱਲ ਕੌਣ ਕਰੇਗਾ?
ਇਹ ਜਿਹੜੀ ਮਹਾਂ ਪੰਚਾਇਤ ਅਸੀਂ ਬੁਲਾਈ ਆ, ਇਹਦੇ ਵਿੱਚ ਸਰਦਾਰ ਜਗਤਾਰ ਸਿੰਘ ਤੇ ਕੁਝ ਹੋਰ ਅਫਸਰ ਉੱਥੇ ਆਰਮੀ ਦੇ ਵੀ ਚੰਡੀਗੜ੍ਹ ਮੋਹਾਲੀ ਬੈਠੇ ਆ। ਅਸੀਂ ਸਾਰਿਆਂ ਨੇ ਮਿਲ ਮਿਲਾ ਕੇ ਸੋਚਿਆ ਹੈਗਾ ਕਿ ਵੀ ਇੱਕ ਮੈਸੇਜ ਦੇਣਾ ਚਾਹੀਦਾ ਕੇਂਦਰ ਸਰਕਾਰ ਨੂੰ ਤੇ ਕਿਸਾਨਾਂ ਨੂੰ ਕਿ ਅਸੀਂ ਕਿਸਾਨ ਦੇ ਨਾਲ ਹੈ। ਇਹ ਤਾਂ ਕਿਸਾਨਾਂ ਨੂੰ ਮੈਸੇਜ ਆਵੇ, ਲੇਕਿਨ ਕੇਂਦਰ ਸਰਕਾਰ ਨੂੰ ਇਹ ਮੈਸੇਜ ਦੇਣਾ ਹੈ ਕਿ ਬਾਕੀ ਜਿਹੜਾ ਭਾਈਚਾਰਾ ਆ ਉਹ ਵੀ ਕਿਸਾਨ ਦੇ ਨਾਲ ਹੈ। ਇਸ ਦੇ ਵਾਸਤੇ ਅਸੀਂ ਕੁਝ ਇਸ ਤਰ੍ਹਾਂ ਦੇ ਪੈਂਪਲੇਟ ਵੀ ਬਣਾਏ ਆ, ਹੋਰ ਬਣਾਵਾਂਗੇ। ਕੁਝ ਅਸੀਂ ਬੈਨਰ ਬਣਾਏ ਹੈਗੇ ਆ। ਤੁਹਾਡੇ ਦੀ ਜਗ੍ਹਾ ਟੰਗਣ ਦੀ ਹੈ ਨਹੀਂ, ਅਸੀਂ ਲੈ ਕੇ ਜਾਵਾਂਗੇ ਕਿਸੇ ਸਹੀ ਜਗ੍ਹਾ ਤੇ ਤੁਸੀਂ ਲਗਾ ਲਿਓ। ਤਾਂ ਉਹ ਆਪਣਾ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਆਪਣੇ ਤੁਸੀਂ ਜ਼ਿਆਦਾ ਦੂਰ ਨਹੀਂ ਹੈਗੇ। ਲੁਧਿਆਣੇ ਦਾਣਾ ਮੰਡੀ ਹੈ, ਬਹੁਤ ਵੱਡੀ ਜਗ੍ਹਾ ਹੈ ਜਲੰਧਰ ਬਾਈਪਾਸ ਦੇ ਨਾਲ। ਉੱਥੇ ਆਪਣੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣਾ ਫੰਕਸ਼ਨ ਚੱਲੇਗਾ। ਸਵੇਰੇ ਚਾਹ ਪਕੌੜੇ ਦਾ ਲੰਗਰ ਚੱਲੇਗਾ, ਉਸ ਤੋਂ ਬਾਅਦ 2 ਵਜੇ ਫਿਰ ਰੋਟੀ ਪਾਣੀ ਦਾ ਲੰਗਰ ਵੀ ਚੱਲੇਗਾ ਤੇ ਵਿੱਚ ਵਿਚਾਲੇ ਫਿਰ ਆਪਾਂ ਆਪਣੇ ਜਿਹੜੇ ਸਪੀਕਰ ਆਣਗੇ ਜਿਹੜੇ ਜਦੋਜਹਿਦ ਕਰ ਰਹੇ ਆ ਬਾਰਡਰ ਦੇ, ਉਹਨਾਂ ਦੀ ਗੱਲ ਵੀ ਸੁਣਾਂਗੇ। ਕੁਝ ਸੁਪਰੀਮ ਕੋਰਟ ਦੇ ਵਕੀਲ 2 ਆ ਰਹੇ ਆ, ਬਹੁਤ ਸਮਝੇ ਸੁਲਝੇ ਹੋਏ ਵਕੀਲ ਹੈ, ਉਹਨਾਂ ਦੀ ਗੱਲ ਵੀ ਸੁਣਾਂਗੇ। ਉਹ ਕੁੜੀ ਜਿਹੜੀ 2 ਮਹੀਨੇ ਜੇਲ੍ਹ 'ਚ ਰਹਿ ਕੇ ਆਈ ਹੈ, ਉਹਦੀ ਵੀ ਗੱਲ ਸੁਣਾਂਗੇ। ਮੈਂ ਪਿੱਛੇ ਜੇ ਮੈਨੂੰ 2-4 ਵਾਰੀ ਮਨਾ ਤਾਂ ਨਹੀਂ ਕਿਸੇ ਨੇ ਕੀਤਾ, ਮੇਰੀ ਗੱਲ ਨੂੰ ਮਨਾ ਨਹੀਂ ਕਰਦੇ, ਕਿਉਂਕਿ ਮੈਂ ਆਪਣਾ IAS ਅਫਸਰਾਂ ਦੇ ਵਿੱਚ ਮੈਂ ਜਿੰਨਾ ਕੋਈ ਜੱਟ ਦਾ ਪੁੱਤ ਨਹੀਂ ਗੱਲ ਕਰਦਾ ਕਿਸਾਨੀ ਦੇ ਫੇਵਰ ਦੇ ਵਿੱਚ, ਮੈਂ ਉਹਨਾਂ ਤੋਂ ਇਕੱਲਾ ਹੀ ਵੱਧ ਗੱਲ ਕਰਦਾ ਕਿ ਕਿਸਾਨਾਂ ਨੂੰ ਇਹਦੇ ਵਿੱਚ ਸਫਲਤਾ ਮਿਲਣੀ ਚਾਹੀਦੀ ਹੈ। ਔਰ ਟੀਵੀ ਤੇ ਅਖਬਾਰ ਤੇ ਮੈਂ ਸਮਝਾਉਣਾ ਹੈ ਕਿ ਕਿਉਂ ਜ਼ਰੂਰੀ ਹੈ ਕਿ ਕਿਸਾਨ ਸਫਲ ਹੋਣੇ ਚਾਹੀਦੇ ਹੈਗੇ। ਕਈ ਵਾਰੀ ਮੈਨੂੰ ਇਹਨਾਂ ਗੱਲਾਂ ਨੂੰ ਫੇਸ ਕਰਨਾ ਪੈਂਦਾ ਹੈਗਾ। ਆਪਣੇ ਸਮਾਜ ਦੇ ਲੋਕੀ ਕਹਿੰਦੇ ਹੈ ਕਿ ਸਾਡੇ ਕੋਲ ਤਾਂ ਜ਼ਮੀਨ ਨਹੀਂ ਹੈ, ਤੁਸੀਂ ਕਿਉਂ ਗੱਲਾਂ ਕਰਦੇ ਹੋ ਕਿਸਾਨ ਦੀ? ਸਾਡੇ ਕੋਲ ਤਾਂ ਸਾਨੂੰ ਜੱਟ ਕੁੱਟਦਾ ਆ ਖੇਤਾਂ ਦੇ ਵਿੱਚ, ਤੁਸੀਂ ਕਿਉਂ ਗੱਲਾਂ ਕਰਦੇ ਹੋ ਕਿਸਾਨ ਦੀ? ਤਾਂ ਮੈਂ ਉਹਨਾਂ ਨੂੰ ਇਹੀ ਸਮਝਾਉਣਾ ਆ ਕਿ ਜੇ ਅਸੀਂ ਅੱਜ ਕਿਸਾਨ ਦਾ ਸਾਥ ਨਾ ਦਿੱਤਾ ਤਾਂ ਇਹ ਉਹੀ ਹਾਲਤ ਹੋਣੀ ਹੈ ਜਿਵੇਂ ਪਹਿਲਾਂ ਮੋਦੀ ਨੇ ਆਪਣਾ ਗੋਦਰਾ ਦੇ ਵਿੱਚ ਮੁਸਲਮਾਨਾਂ ਨੂੰ ਕਤਲੇਆਮ ਕੀਤਾ ਤੇ ਮੁਸਲਮਾਨਾਂ ਦੇ ਖਿਲਾਫ ਆਪਣਾ ਸਿਟੀਜ਼ਨ ਅਮੈਂਡਮੈਂਟ ਐਕਟ ਲਿਆ ਕੇ ਹਿੰਦੂ ਮੁਸਲਮ ਦੇ ਵਿੱਚ ਡਿਵਾਈਡ ਖੜਾ ਕੀਤਾ, ਇੱਕ ਦੀਵਾਰ ਖੜੀ ਕੀਤੀ। 26 ਜਨਵਰੀ ਨੂੰ ਸਾਡਾ ਜਿਹੜਾ ਕਿਸਾਨ ਸੀਗਾ, ਹਾਲਾਂਕਿ ਉਹ ਮੁਸਲਮ ਵੀ ਹੈ, ਉਹਦੇ ਚ ਜੱਟ ਹਿੰਦੂ ਵੀ ਹੈ, ਉਹਦੇ ਪੰਜਾਬ ਦਾ ਸਿੱਖ ਵੀ ਹੈ, ਪੰਜਾਬ ਦਾ ਹਿੰਦੂ ਵੀ ਹੈ ਕਿਸਾਨ, ਲੇਕਿਨ ਉਹਨਾਂ ਨੇ ਸਾਰੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਬਣਾਤਾ। ਔਰ ਰੱਬ ਨਾ ਕਰਦਾ ਜੇ ਉਹ ਆਪਣਾ ਟਕੈਤ ਉਸ ਤਰ੍ਹਾਂ ਉਹਦੇ ਅੱਖਾਂ 'ਚ ਆਂਸੂ ਆ ਗਏ, ਹਾਲਾਤ ਇਹੋ ਜਿਹੇ ਬਣ ਗਏ ਕਿ ਸਰਕਾਰ ਨੂੰ ਪਿੱਛੇ ਹਟਣਾ ਪਿਆ, ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ, ਕਿੰਨਾ ਕਤਲੇਆਮ ਪੋਸੀਬਲ ਸੀਗਾ। ਜੇ ਉੱਥੇ ਕਤਲੇਆਮ 1-2 ਹੋ ਜਾਂਦੇ ਤਾਂ ਫਿਰ ਇਹ ਗੱਲ ਕਿਤੇ ਰੁਕਣੀ ਨਹੀਂ। ਸੋ ਸਾਨੂੰ ਆਪਣਾ ਜਿਹੜਾ ਸਮਾਜ ਹੈ, ਜੋ ਬਾਬਾ ਨਾਨਕ ਨੇ ਸਾਨੂੰ ਧਰੋਹਰ ਦਿੱਤੀ ਹੈ, ਉਹ ਇੱਕ ਬੜਾ ਜ਼ਬਰਦਸਤ ਬੌਂਡ ਦੀ ਧਰੋਹਰ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਸੀਗਾ ਅਸੀਂ ਬਾਣੀ ਨੂੰ ਪੜ੍ਹ ਲੈਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲੈਂਦੇ ਆ, ਲੇਕਿਨ ਬਾਣੀ ਦੇ ਵਿੱਚ ਕੀ ਕਿਹਾ ਇਹਨੂੰ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨੀਚਾ ਅੰਤਰ ਨੀਚ ਜਾਤ, ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸੋ ਪਿਆਰੀ। ਜਿੱਥੇ ਉਹਨਾਂ ਨੇ ਛੋਟੀ ਤੋਂ ਛੋਟੀ ਜਾਤ ਦਾ, ਗਰੀਬ ਤੋਂ ਗਰੀਬ ਬੰਦੇ ਦਾ ਸਰਬੱਤ ਦੇ ਭਲੇ ਦੀ ਗੱਲ ਕੀਤੀ, ਉਸ ਦੇ ਨਾਲ ਨਾਲ ਜਿਹਨੂੰ ਜੋ ਕਹਿਣਾ ਸੀ ਉਹਨਾਂ ਨੇ ਡਟ ਕੇ ਕਿਹਾ। ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਈ ਸ਼ੁਭ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਕਿ ਉਹਨਾਂ ਦਿਨਾਂ ਦੇ ਵਿੱਚ ਜੋ ਬਾਬਰ ਦਾ ਟਾਈਮ ਸੀਗਾ ਤੇ ਅੱਜ ਦਾ ਟਾਈਮ ਹੈ, ਕਿ ਇਹ 'ਚ ਕੋਈ ਫਰਕ ਨਜ਼ਰ ਆ ਰਿਹਾ ਤੁਹਾਨੂੰ? ਮੈਨੂੰ ਤਾਂ ਨਹੀਂ ਆ ਰਿਹਾ। ਅੱਜ ਵੀ ਉਹੋ ਤਸ਼ੱਦਦ, ਉਹੋ ਹੀ ਮਨਮਰਜ਼ੀ, ਉਹੋ ਹੀ ਤਾਨਾਸ਼ਾਹੀ, ਉਹੀ ਆਪਣੇ ਦੇਸ਼ ਨੂੰ ਵੇਚਣ ਵਾਲੀ ਗੱਲ ਹੋ ਰਹੀ ਹੈ ਜੋ ਉਹਨਾਂ ਸਮਿਆਂ 'ਚ ਹੋ ਰਹੀ ਸੀ। ਫਿਰ ਉਹਨਾਂ ਨੇ ਚੈਲੰਜ ਕੀਤਾ ਸੀਗਾ ਸਮੇਂ ਦੇ ਰਾਜੇ ਨੂੰ ਤੇ ਸਮੇਂ ਦੇ ਜੱਜਾਂ ਨੂੰ, ਕਹਿੰਦੇ ਰਾਜੇਸ਼ੀ ਮੁਕੱਦਮ ਕੁੱਤੇ। ਮੁਕੱਦਮ ਕੌਣ ਸੀ? ਜਿਹੜੇ ਫੈਸਲੇ ਕਰਦੇ ਸੀ। ਅੱਜ ਦੇ ਜਿਹੜੇ ਜੱਜ ਸਾਹਿਬਾਨ ਹੈ ਉਹ ਕੀ ਕਰਦੇ ਆ? ਜੱਜ ਸਾਹਿਬਾਨ ਅੱਜ ਦੇ ਫੈਸਲੇ ਕਰਦੇ ਆ ਬਾਬਰੀ ਮਸਜਿਦ ਨੂੰ ਢਾਹ ਕੇ ਇੱਥੇ ਮੰਦਿਰ ਬਣਾ ਦਿਓ। ਬੜਾ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਪਾਕਿਸਤਾਨ ਵਰਗਾ ਦੇਸ਼, ਉੱਥੇ ਦੀ ਜੁਡੀਸ਼ਰੀ ਫੈਸਲੇ ਕਰਦੀ ਹੈ, ਤੰਜ ਕੱਸਦੀ ਹੈ, ਕਹਿੰਦੇ ਇੰਡੀਆ ਨਹੀਂ ਹੈ ਕਿ ਜੋ ਮਰਜ਼ੀ ਫੈਸਲਾ ਹੋ ਜਾਏ। ਆਪਾਂ ਜਾਵਾਂਗੇ ਤਾਂ ਕਿੱਥੇ ਜਾਵਾਂਗੇ? ਕਈ ਲੋਕੀ ਕਹਿੰਦੇ ਕਿ ਕਿਸਾਨਾਂ ਨੂੰ ਅਦਾਲਤ 'ਚ ਜਾਣਾ ਚਾਹੀਦਾ ਸੀ।
ਕਿਸਾਨਾਂ ਨੂੰ ਅਦਾਲਤ 'ਚ ਜਾਣਾ ਚਾਹੀਦਾ, ਲੇਕਿਨ ਅਦਾਲਤ 'ਚੋਂ ਮਿਲਣਾ ਕੀ ਹੈ? ਕੀ ਆਪਣਾ ਅਦਾਲਤ ਨੂੰ ਨਹੀਂ ਪਤਾ ਕਿ ਸੰਵਿਧਾਨ ਦੇ ਵਿੱਚ 3 ਲਿਸਟਾਂ ਆ, ਇੱਕ ਸੈਂਟਰਲ ਲਿਸਟ ਹੈ, ਇੱਕ ਕੰਕਰੈਂਟ ਲਿਸਟ ਹੈ, ਇੱਕ ਸਟੇਟ ਲਿਸਟ ਹੈ। ਸਟੇਟ ਲਿਸਟ ਦੇ ਵਿੱਚ ਉਹਨਾਂ ਆਈਟਮਾਂ ਦੇ ਉੱਤੇ ਕੇਂਦਰ ਸਰਕਾਰ ਕਾਨੂੰਨ ਨਹੀਂ ਪਾਸ ਕਰ ਸਕਦੀ ਜਦ ਤੱਕ ਕਿ ਉਹਨਾਂ ਨੂੰ ਉਹ ਆਪਣਾ ਕੰਕਰੈਂਟ ਜਾਂ ਸੈਂਟਰਲ ਲਿਸਟ ਵਿੱਚ ਨਹੀਂ ਲੈ ਕੇ ਆਉਂਦੀ। ਐਗਰੀਕਲਚਰ ਜਿਹੜਾ ਸਬਜੈਕਟ ਹੈ, ਖੇਤੀਬਾੜੀ ਸਬਜੈਕਟ ਹੈ, ਇਹ ਸਟੇਟ ਲਿਸਟ ਵਿੱਚ ਹੈ, ਇਹ ਕੰਕਰੈਂਟ ਲਿਸਟ ਹੀ ਨਹੀਂ ਹੈ, ਇਹ ਸੈਂਟਰਲ ਲਿਸਟ ਵਿੱਚ ਵੀ ਨਹੀਂ ਹੈ। ਫਿਰ ਉਹਦੇ ਤੇ ਕਾਨੂੰਨ ਕਿੱਦਾਂ ਲੈ ਆਉਂਦਾ? ਲੇਕਿਨ ਕੌਣ ਕਹੇ ਰਾਣੀ ਅੱਗਾ? ਰਾਣੀ ਦੀ ਮਰਜ਼ੀ ਹੈ, ਚਾਹੇ ਪੂਰੀ ਨੰਗੀ ਰਵੇ ਜਾਂ ਅੱਧੀ ਨੰਗੀ ਰਵੇ। ਕੇਂਦਰ ਨੇ ਪਾਸ ਕਰਤਾ ਤਾਂ ਕਰਤਾ, ਹੁਣ ਆਪਣਾ ਉੱਥੇ ਰਾਜ ਸਭਾ ਦੇ ਵਿੱਚ ਵੋਟਿੰਗ ਵੀ ਨਹੀਂ ਹੋਣ ਦਿੱਤੀ। तो बहुत सारिया गल्लां आ ਜਿਹੜੀਆਂ ਆਪਾਂ ਨੂੰ ਪੜ੍ਹੇ ਲਿਖੇ ਸਮਾਜ ਨੂੰ ਸਮਝਣ ਦੀ ਲੋੜ ਹੈ। ਜਿੰਨੀ ਵਾਰੀ ਮੈਂ ਗਿਆ ਉੱਥੇ, 4 ਵਾਰੀ ਗਿਆ, 3 ਵਾਰੀ ਬੋਲਿਆ, 3 ਵਾਰੀ ਉਹਨਾਂ ਨੂੰ ਗੱਲ ਕਰਕੇ ਆਇਆ ਕਿਸਾਨ ਭਰਾਵਾਂ ਨੂੰ ਕਿ ਮੈਂ ਇੱਕ ਰਿਟਾਇਰਡ ਆਈਏਐਸ ਅਫਸਰ ਹਾਂ। ਅਸੀਂ ਸਰਕਾਰ ਦੇ ਵਿੱਚ ਕਾਨੂੰਨ ਬਣਾਉਂਦੇ ਰਹੇ ਹਾਂ। ਸਾਨੂੰ ਤਾਂ ਮੁੱਖ ਮੰਤਰੀ ਨੇ ਕਹਿ ਦੇਣਾ ਸੀ ਜਿਹੜਾ ਵੀ ਮਹਿਕਮਾ ਹੈ ਕਿ ਵੀ ਆਹ ਕਾਨੂੰਨ ਬਣਾਉਣਾ ਲੈ ਕੇ ਆਓ, ਫਿਰ ਉਹਨਾਂ ਨਾਲ ਬੈਠ ਕੇ ਡਿਸਕਸ ਕਰਨਾ ਕਿ ਜੀ ਇੱਦਾਂ ਇੱਦਾਂ ਆਹ ਪ੍ਰੋਵੀਜ਼ਨ ਪਾ ਲਈਏ। ਉਹਨਾਂ ਨੇ ਸਲਾਹ ਦੇ ਦੇਣੀ ਇਹ ਇੱਦਾਂ ਕਰੋ, ਆਹ ਪਾ ਲਓ, ਆਹ ਹੋਰ ਪਾ ਲਓ, ਆਹ ਇਹਨੂੰ ਵਿੱਚੋਂ ਕੱਢ ਦਿਓ, ਜਾਂ ਇਹਨੂੰ ਇੱਦਾਂ ਕਰ ਲਓ, ਬਸ ਇੱਦਾਂ ਹੀ ਕੰਮ ਸੀਗਾ। ਲੇਕਿਨ ਜਿੰਨਾ ਕਾਨੂੰਨ ਬਣਦਾ ਹੈ ਉਹ ਆਈਏਐਸ ਅਫਸਰ ਹੀ ਬਣਾਉਂਦੇ ਆ ਬੈਠ ਕੇ। ਮੈਂ ਕਿਹਾ ਮੈਂ ਇਸ ਕਰਕੇ ਆਇਆ, ਮੇਰੇ ਨਾਲ ਹੋਰ ਵੀ ਬਹੁਤ ਸਾਰੇ ਅਫਸਰ ਗਏ, ਡਾਕਟਰ ਜਗਤਾਰ ਸਿੰਘ ਵੀ ਗਏ ਕਿ ਸਾਨੂੰ ਦੱਸ ਦਿਓ, ਅਸੀਂ ਬੈਠ ਕੇ ਸਮਝ ਲੈਂਦੇ ਹਾਂ। ਜੇ ਸਾਨੂੰ ਸਮਝ ਲੱਗ ਗਈ ਕਿ ਕਿਸਾਨਾਂ ਦੇ ਭਲੇ ਦੇ ਆ ਤਾਂ ਫਿਰ ਅਸੀਂ ਕਿਸਾਨਾਂ ਨੂੰ ਸਮਝਾ ਦਾਂਗੇ ਕਿ ਭਈ ਘਰ ਨੂੰ ਚਲੀਏ, ਇਹ ਤੁਹਾਡੇ ਭਲੇ ਦੇ ਕਾਨੂੰਨ ਹੈ। 11 ਮੀਟਿੰਗਾਂ ਬਾਅਦ ਵੀ ਕਿਸਾਨ ਨੂੰ ਉਸ ਕੇਂਦਰ ਸਰਕਾਰ ਇਹ ਨਹੀਂ ਸਮਝਾ ਪਾਈ ਕਿ ਇਹ ਤੁਹਾਡਾ ਭਲਾ ਕਿਵੇਂ ਇਹਦੇ ਵਿੱਚ। 6000 ਰੁਪਇਆ ਸਾਲ ਦਾ ਕਈ ਕਿਸਾਨਾਂ ਨੂੰ ਪਤਾ ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਤੁਹਾਨੂੰ ਕੋਈ, ਮੈਨੂੰ ਅਜੇ ਤੱਕ ਪੰਜਾਬ ਦਾ ਕੋਈ ਕਿਸਾਨ ਨਹੀਂ ਮਿਲਿਆ ਜਿਹੜਾ ਕਹਿੰਦਾ ਹੋਵੇ ਮੈਨੂੰ 6000 ਰੁਪਇਆ ਸਾਲ ਦਾ ਮਿਲਿਆ। ਆਇਆ ਹੁਣ ਤੁਹਾਨੂੰ 6000 ਰੁਪਇਆ ਬੈਂਕ 'ਚ ਆਇਆ, ਪਰ ਤੁਹਾਡੀ ਜੇਬ 'ਚੋਂ ਕਿੰਨਾ ਕੱਢਿਆ ਇਹ ਪਤਾ? ਕਿੰਨਾ ਡੀਜ਼ਲ ਮਹਿੰਗਾ ਕਰਤਾ, ਕਿੰਨੀ ਕੁਕਿੰਗ ਗੈਸ ਮਹਿੰਗੀ ਕਰ ਦਿੱਤੀ ਹੈ, ਕਿੰਨੇ ਖਾਦਾਂ ਤੇ ਬੀਜ ਤੇ ਸਪਰੇ ਮਹਿੰਗੇ ਕਰਤੇ ਆ। 6000 ਰੁਪਇਆ ਸਾਲ ਦਾ ਤੁਹਾਡੇ ਖਾਤੇ 'ਚ ਪਾ ਕੇ ਤੇ 60000 ਰੁਪਇਆ ਤੁਹਾਡੀ ਜੇਬ 'ਚੋਂ ਕੱਢ ਲਿਆ। ਇਹਦਾ ਤਾਂ ਹਿਸਾਬ ਨਹੀਂ ਲਾਇਆ ਤੁਸੀਂ, ਇਹ ਕੱਢਿਆ ਕਿੰਨਾ? ਸੋ ਕੇਂਦਰ ਸਰਕਾਰ ਜਿਹੜੀ ਸਰਕਾਰ ਹੈ, ਭਾਵੇਂ ਸਟੇਟ ਗਵਰਨਮੈਂਟ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ, ਇਹ ਲੋਕਾਂ ਨੇ ਆਪਣੇ ਭਲੇ ਵਾਸਤੇ ਆਪਣੇ ਉੱਤੇ ਰਾਜ ਕਰਨ ਲਈ ਖੁਦ ਚੁਣੀ ਹੁੰਦੀ ਹੈ। ਇਹ ਕੋਈ ਉੱਪਰੋਂ ਨਹੀਂ ਆਈ ਸਰਕਾਰ। ਜੇ ਸਰਕਾਰ ਤੁਹਾਡਾ ਭਲਾ ਨਾ ਸੋਚੇ ਤਾਂ ਫਿਰ ਸਰਕਾਰ ਇਹੋ ਜਿਹੇ ਨੂੰ ਚੱਲਦਾ ਕਰਨਾ ਚਾਹੀਦਾ ਹੈ। ਇਹੀ ਕਿਸਾਨ ਕੱਲ ਵੈਸਟ ਬੰਗਾਲ ਦੇ ਵਿੱਚ ਰੈਲੀ ਕਰਕੇ ਉੱਥੇ ਦੱਸ ਕੇ ਆਏ ਹੈ ਕਿ ਭਾਈ ਤੁਸੀਂ ਜਿਹੜੀ ਸਰਕਾਰ ਚੁਣਨੀ ਚੁਣੋ, ਅਸੀਂ ਤੁਹਾਨੂੰ ਨਹੀਂ ਮਨਾ ਕਰਦੇ ਕਿ ਇਹਨੂੰ ਵੋਟਾਂ ਪਾਓ, ਕਾਂਗਰਸ ਨੂੰ ਪਾਓ, ਟੀਐਮਸੀ ਨੂੰ ਪਾਓ, ਕਿਸੇ ਹੋਰ ਨੂੰ ਪਾਓ, ਸੀਪੀਆਈਐਮ ਨੂੰ ਪਾਓ, ਜਿਹਨੂੰ ਮਰਜ਼ੀ ਪਾਓ, ਲੇਕਿਨ ਭਾਜਪਾ ਨੂੰ ਵੋਟ ਨਾ ਪਾਏ। ਕਿਉਂ ਨਾ ਭਾਜਪਾ ਨੂੰ ਪਾਏ? ਇਸ ਕਰਕੇ ਕਿ ਭਾਜਪਾ ਮਨੁਸਮ੍ਰਿਤੀ ਦੁਆਰਾ ਲਾਗੂ ਕਰਨਾ ਚਾਹੁੰਦੀ ਹੈ। ਮਨੁਸਮ੍ਰਿਤੀ ਦੇ ਵਿੱਚ ਜਿੱਥੇ ਔਰਤਾਂ ਦਾ ਕੋਈ ਹੱਕ ਨਹੀਂ ਹੈ, ਜਿੱਥੇ ਸ਼ੂਦਰਾਂ ਦਾ ਕੋਈ ਹੱਕ ਨਹੀਂ ਹੈ। ਦੇਖੋ ਇਹ ਜਿਹੜੀ ਕਿਸਾਨ ਅੰਦੋਲਨ ਹੈ, ਇੱਕ ਬਹੁਤ ਸੀਨੀਅਰ ਆਈਏਐਸ ਅਫਸਰ ਜਿਹਦੇ ਵਿੱਚ ਜਿਹੜੇ ਆਪਣਾ ਭਾਈ ਸਾਹਿਬ ਨੇ ਗੱਲ ਕੀਤੀ ਕਿ ਜੱਟਵਾਦ ਮਾੜਾ ਹੈ, ਉਹਦੇ ਬਾਰੇ ਮੈਂ ਸੁਣਿਆ ਸੀਗਾ ਕਿ ਉਹਦੇ ਵਿੱਚ ਵੀ ਧੌਣ 'ਚ ਕੀਲਾ ਅੜਿਆ ਰਹਿੰਦਾ ਸੀਗਾ ਕਿ ਮੈਂ ਜੱਟ ਹਾਂ। ਜੱਟ ਉੱਤੋਂ ਆਈਏਐਸ ਹੋਵੇ ਤਾਂ ਕਹਿ ਖੁਦਾ ਹੋ ਜਾਂਦਾ। ਉਹਨੇ ਮੈਨੂੰ ਇੱਕ ਦਿਨ ਫੋਨ ਕਰਕੇ ਕਿਹਾ, ਕਹਿੰਦਾ ਲਦਰ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਮੈਨੂੰ ਦੱਸਿਆ, ਮੈਂ ਕਿਹਾ ਮੇਰੇ ਕੋਲ ਤਾਂ ਜ਼ਮੀਨ ਨਹੀਂ ਹੈਗੀ, ਮੈਂ ਫਿਰ ਵੀ ਕਰ ਰਿਹਾ। ਕਹਿੰਦੇ ਨਹੀਂ ਕਰਨਾ ਚਾਹੀਦਾ, ਤੁਸੀਂ ਬਹੁਤ ਐਪਰੀਸ਼ੀਏਟ ਕਰਦਾ ਮੈਂ ਕਿਹਾ ਮੈਨੂੰ ਮੇਰੇ ਸਮਾਜ ਦੇ ਲੋਕੀ ਪੁੱਛਦੇ ਆ ਕਿ ਕਿਉਂ ਕਰ ਰਹੇ। ਕਹਿੰਦਾ ਅਸੀਂ ਸਾਰੇ ਸ਼ੂਦਰ ਹਾਂ। ਮੈਂ ਉਹਦੇ ਮੂੰਹ ਸੁਣਿਆ, ਕਹਿੰਦਾ ਅਸੀਂ ਜੱਟ ਵੀ ਸ਼ੂਦਰ ਆ। ਮੈਂ ਕਿਹਾ ਮੈਂ ਪਹਿਲੀ ਵਾਰੀ ਸੁਣ ਰਿਹਾ। ਪਹਿਲਾਂ ਤਾਂ ਕਈ ਜੱਟ ਕਹਿੰਦੇ ਸੀ ਅਸੀਂ ਆਰੀਅਨ ਨੇ, ਪਰ ਮੰਨਣ ਨੂੰ ਤਿਆਰ ਨਹੀਂ ਹੈਗੇ। ਉਹ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ, ਹੁਣ ਮੰਨ ਰਹੇ ਆ। ਗੱਲ ਕਰੀ ਯਾਰ, ਉਹ ਕਹਿੰਦੇ ਨਹੀਂ। ਚਲੋ ਮੈਂ ਕਹਿੰਦਾ ਜੀ ਦੇਰ ਆਏ ਦਰੁਸਤ ਹੋਏ, ਅਸੀਂ ਇਸ ਗੱਲ 'ਚ ਨਹੀਂ ਪੈਂਦੇ, ਨਾ ਸ਼ੂਦਰ ਵਾਲੇ ਸਿਸਟਮ ਪੈਂਦੇ ਨਾ ਕਿਸੇ ਹੋਰ 'ਚ ਪੈਂਦੇ ਆ। ਗੱਲ ਤਾਂ ਅਸੀਂ ਬਾਬੇ ਨਾਨਕ ਦੀ ਮੰਨਣੀ ਹੈ, ਚਾਹੇ ਜਿਹੜਾ ਮਰਜ਼ੀ। ਜੇ ਕਾਂ ਕਵੇ ਮੈਂ ਹੰਸਿਆ ਤੇ ਅਸੀਂ ਇਸ ਗੱਲ ਨਾਲ ਨਹੀਂ ਡਿਸਪਿਊਟ ਕਰਨਾ ਕਿ ਕਾਂ ਆ ਕਿ ਹੰਸ ਹੈ। ਆਪਾਂ ਆਪਣੇ ਆਪ ਨੂੰ ਜਦੋਂ ਕਿਸੇ ਨੂੰ ਉੱਚੀ ਜਾਤੀ ਦਾ ਕਹਿੰਦੇ ਤਾਂ ਆਟੋਮੈਟਿਕਲੀ ਆਪਾਂ ਛੋਟੀ ਜਾਤੀ ਆ ਮੰਨਦੇ ਕਿ ਅਸੀਂ ਛੋਟੀ ਜਾਤੀ ਦੇ। ਅਸੀਂ ਕਿਸੇ ਨੂੰ ਉੱਚੀ ਜਾਤੀ ਦਾ ਨਾ ਕਹੀਏ, ਨਾ ਕਿਸੇ ਨੂੰ ਨੀਵੀਂ ਜਾਤੀ ਦਾ ਕਹੀਏ। ਇਨਸਾਨ ਇਨਸਾਨ ਹੈ,
ਸਾਰੇ ਬਰਾਬਰ ਹੈ। ਤੋ ਇਸ ਕਰਕੇ ਅਸੀਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਆਪਾਂ ਉਹਨਾਂ ਲੋਕਾਂ ਦੇ ਵਿੱਚ ਹਿੰਮਤ ਭਰਨੀ ਹੈ ਜਿਹੜੇ ਲੋਕੀ ਸਦੀਆਂ ਤੋਂ ਵੰਚਿਤ ਹੈ। ਇਨਸਾਨ 'ਚ ਕੋਈ ਫਰਕ ਨਹੀਂ ਹੈ। ਹਰ ਇਨਸਾਨ, ਦੇਖੋ ਮੈਂ ਇਹ ਸਮਝਦਾ ਕਿ 75 ਕਾਸਟਾਂ ਆ ਪੰਜਾਬ ਦੇ ਵਿੱਚ, 42% OBC ਆਬਾਦੀ ਆ, ਉਹ ਆਪਣਾ ਦਲਿਤ ਲੋਕਾਂ ਨਾਲੋਂ SC ਲੋਕਾਂ ਨਾਲੋਂ ਵੀ ਜ਼ਿਆਦਾ ਪੀੜਤ ਹੈ। ਜੇ ਉਹਨਾਂ ਦੀ ਗੱਲ ਕਰੋ, ਉਹਨਾਂ ਦੀ ਗੱਲ ਸੁਣੋ ਤਾਂ ਉਹਨਾਂ ਦਾ ਦਰਦ ਜਿਹੜਾ ਹੈਗਾ ਸੁਣਿਆ ਨਹੀਂ ਜਾਂਦਾ। ਉਹ ਕਹਿੰਦੇ ਸਾਨੂੰ ਤਾਂ ਦਲਿਤਾਂ ਨਾਲੋਂ ਵੀ ਲੋਕੀ ਭੈੜਾ ਸਮਝਦੇ, ਸਾਨੂੰ ਮਿਲਿਆ ਹੀ ਕੀ ਹੈਗਾ। ਸਾਡਾ ਤਾਂ MLA, ਤੁਹਾਡੇ ਤਾਂ MLA 34 ਬਣ ਜਾਂਦੇ ਆ ਸਮਾਜ ਦੇ, ਸਾਡਾ ਤਾਂ ਇੱਕ MLA ਵੀ ਬਣਦਾ। ਤਕਲੀਫ ਹੁੰਦੀ ਹੈ ਲੋਕਾਂ ਨੂੰ ਕਿ ਇਹਨਾਂ ਨੂੰ ਕਿਉਂ ਦੇਤਾ ਟਿਕਟ। ਤੋ ਇਸ ਕਰਕੇ ਆਪਾਂ ਉਹ ਸਾਰੇ ਸਮਾਜ ਨੂੰ ਬੁੱਕਲ ਦੇ ਵਿੱਚ ਲੈਣਾ ਆ, ਸਮਾਜ ਨੂੰ ਇੱਕ ਕਰਨਾ ਆ। ਅਸੀਂ ਫੋਰਚੂਨੇਟ ਆ, ਅਸੀਂ ਖੁਸ਼ਕਿਸਮਤ ਆ ਕਿ ਇੱਥੇ ਗੁਰੂ ਸਾਹਿਬਾਨ ਨੇ ਜਨਮ ਲਿਆ ਪੰਜਾਬ ਦੀ ਧਰਤੀ ਤੇ, ਔਰ ਗੁਰੂ ਗ੍ਰੰਥ ਸਾਹਿਬ ਵਰਗੀ ਧਰੋਹਰ ਸਾਨੂੰ ਦਿੱਤੀ, ਔਰ ਅਸੀਂ ਉਹਨਾਂ ਨੂੰ ਸਮਝੀਏ ਤਾਂ ਦੁਨੀਆ ਦੇ ਵਿੱਚ ਇਸ ਤੋਂ ਵੱਡਾ ਵਡਭਾਗਾ ਬੰਦਾ ਕੋਈ ਨਹੀਂ ਹੈ। ਮੈਂ ਇਹ ਸਮਝਦਾ ਕਿ ਇਸ ਜਨਮ ਦੇ ਵਿੱਚ ਇੱਕ ਛੋਟੀ ਜਿਹੀ ਲਾਈਫ ਹੈ, ਉਹਦੇ ਵਿੱਚ ਜੇ ਤੁਹਾਨੂੰ ਆਪਣਾ ਵਿਰਾਸਤ ਵਿੱਚ ਇਹੋ ਜਿਹੀ ਰਿਚਨੈਸ ਮਿਲੇ, ਇਹੋ ਜਿਹੀ ਅਮੀਰੀ ਵਿਰਸਾ ਮਿਲੇ, ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ। ਜਿਹੜਾ ਬੰਦਾ ਗੁਰੂ ਸਾਹਿਬ ਦਾ ਸਿੱਖ ਹੋ ਕੇ ਆਪਣੇ ਆਪ ਨੂੰ ਫਿਰ ਜਾਤਾਂ ਪਾਤਾਂ 'ਚ ਵੰਡੀ ਫਿਰਦਾ, ਤਾਂ ਮੈਂ ਸਮਝਦਾ ਕਿ ਉਹਦੇ ਵਾਸਤੇ ਮਾੜਾ ਆ, ਉਹਦੇ ਵਾਸਤੇ ਕਹਿਣਾ ਕੁਝ ਚੰਗਾ ਨਹੀਂ ਲੱਗਦਾ। ਆਉਣ ਵਾਲਾ ਸਮਾਂ ਜਿਹੜਾ ਹੈਗਾ, ਇਹ ਸਮਾਂ ਜਿਹੜੀਆਂ ਦੀਵਾਰਾਂ ਡਿੱਗ ਰਹੀਆਂ ਆ, ਆਪਾਂ ਉਹਨਾਂ ਨੂੰ ਡਿੱਗਣ ਦੇ ਵਿੱਚ ਹੋਰ ਸਹਾਇਤਾ ਕਰੀਏ। ਚਾਹੇ ਕਿਸਾਨ ਹੈ, ਕਿਸਾਨ ਵੀ ਅਸੀਂ ਕਿਸਾਨ ਹੈ ਤੇ ਆਪਾਂ ਜੋ ਮਰਜ਼ੀ ਨੌਕਰੀ ਕਰਦੇ ਹੋਈਏ, ਚਾਹੇ ਸ਼ਹਿਰ 'ਚ ਬੈਠ ਕੇ ਬਿਜ਼ਨਸ ਕਰਦੇ ਹੋਈਏ, ਰੋਟੀ ਤਾਂ ਖੇਤਾਂ ਵਿੱਚੋਂ ਆਏ ਅਨਾਜ ਨੇ ਦੇਣੀ ਹੈ। ਸਬਜ਼ੀਆਂ ਤਾਂ ਖੇਤਾਂ 'ਚੋਂ ਆਣੀਆਂ, ਇਹ ਛੱਤ ਤੇ ਨਹੀਂ ਲੱਗਣੀਆਂ, ਨਾ ਇਹ ਆਪਣੇ ਇੱਥੇ AC ਹਾਲ 'ਚ ਲੱਗਣੀਆਂ। ਕਿਸਾਨ ਮਿਹਨਤ ਕਰਦਾ ਆ, ਉਹਨੂੰ ਮੁਆਵਜ਼ਾ ਨਹੀਂ ਮਿਲਦਾ। ਕਿਸਾਨ ਸੁਸਾਈਡ ਕਰਦਾ। ਇੱਕੋ ਇੱਕ ਵਰਗ ਹੈ ਸਾਡੇ ਸਮਾਜ ਦਾ ਜਿਹੜਾ ਸਭ ਤੋਂ ਜ਼ਿਆਦਾ ਆਤਮ ਹੱਤਿਆਵਾਂ ਕਰਦਾ ਹੈ। ਨਾ ਮੁਲਾਜ਼ਮ ਆਤਮ ਹੱਤਿਆ ਕਰਦਾ, ਨਾ ਦੁਕਾਨਦਾਰ ਕਰਦਾ, ਨਾ ਕੋਈ ਹੋਰ ਕਰਦਾ। ਕਿਉਂ? ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੁੰਦਾ। ਉਹ ਕਰਜ਼ਾ ਲੈਂਦਾ, ਅਸੀਂ ਕਹਿ ਦਿੰਦੇ, ਪਰ ਕਰਜ਼ਾ ਕਿਉਂ ਨਾ ਲਵੇ? ਕਿ ਉਹਦੀਆਂ ਲੋੜਾਂ ਨਹੀਂ ਹੈ, ਕਿ ਪੁੱਤ ਧੀ ਨੇ ਪੜ੍ਹਨਾ ਨਹੀਂ ਹੈ, ਕਿ ਉਹਦੇ ਘਰ ਦੇ ਵਿੱਚ ਕੋਈ ਬਿਮਾਰ ਨਹੀਂ ਹੁੰਦਾ, ਕਿ ਉਹਨੇ ਕਿਸੇ ਨੂੰ ਬੱਚੇ ਨੂੰ ਬਾਹਰ ਭੇਜਣਾ, ਉਹਨੂੰ ਕਰਜ਼ੇ ਦੀ ਲੋੜ ਨਹੀਂ ਹੈ। ਜੇ ਕੋਲ ਹੋਵੇ ਪੈਸਾ ਤਾਂ ਕਰਜ਼ਾ ਕਿਉਂ ਲਵੇ? ਤੇ ਠੀਕ ਹੈ ਕਿ ਕਈ ਗੱਲਾਂ ਦੇ ਉੱਤੇ ਫਜ਼ੂਲ ਖਰਚੀ ਆਪਾਂ ਕਰਦੇ ਹਾਂ, ਪਰ ਫਜ਼ੂਲ ਖਰਚੀ ਨੂੰ ਵੀ ਰੋਕਣ ਵਾਸਤੇ ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ। ਜਦੋਂ ਪੜ੍ਹਿਆ ਲਿਖਿਆ ਜੱਟ ਆਪ ਜਾ ਕੇ ਡਾਂਸ ਕਰ ਲੈਂਦਾ ਕਿ ਉਦੋਂ ਤੱਕ ਨੋਟ ਮਾਰੂੰਗਾ, ਜਦੋਂ ਨੱਚੇਗੀ ਤੂੰ ਸਾਲੀਏ, ਫਿਰ ਉਹ ਆਪਣਾ ਅਨਪੜ੍ਹ ਜੱਟ ਵਿਚਾਰਾ ਕੀ ਕਰੂ? ਜਦੋਂ ਅਸੀਂ ਉਹਨਾਂ ਨੂੰ ਰੋਕਦੇ ਨਹੀਂ, ਅਸੀਂ ਹੁਣ ਮੈਂ ਤਾਂ ਬਹੁਤ ਸਮਾਂ ਹੋ ਗਿਆ, ਮੈਂ 2007 ਵਿੱਚ ਤੁਹਾਡੇ ਜ਼ਿਲ੍ਹੇ 'ਚ DC ਸੀਗਾ। ਮੈਂ ਕਈ ਵਾਰੀ ਬੱਚਿਆਂ ਨਾਲ ਗੱਲ ਕਰਦਾ ਹੁੰਦਾ, ਕਦੇ ਜਾਂਦੇ ਜਾਂਦੇ ਕੋਈ ਗਾਣਾ ਸੁਣਨ ਨੂੰ ਮਿਲ ਜਾਂਦਾ ਕਿ ਜੱਟ ਉੱਥੇ ਫੈਰ ਕਰਦਾ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ। ਮੈਂ ਕਿਹਾ ਜੇ ਮੈਂ ਹੁਣ DC ਹੁੰਦਾ ਨਾ ਤੇ ਮੈਂ ਨਾਲੇ ਗਾਣਾ ਗਾਉਣ ਵਾਲੇ ਨੂੰ ਵੀ ਤੇ ਨਾਲੇ ਆਪਣਾ ਲਿਖਣ ਵਾਲੇ ਨੂੰ, ਦੋਨਾਂ ਨੂੰ ਠੋਕ ਦਿੰਦਾ ਹੁੰਦਾ। ਤੇ ਤੂੰ ਕਿਵੇਂ ਉੱਥੇ ਫੈਰ ਕਰ ਸਕਦਾ ਜਿੱਥੇ ਪਾਬੰਦੀ ਹੈ? ਤੇ ਲੇਕਿਨ ਆਪਾਂ ਜਦੋਂ ਇਹਨਾਂ ਗੱਲਾਂ ਨੂੰ ਹੁਲਾਰਾ ਦਿੰਦੇ ਆ ਜਾਂ ਆਪਾਂ ਖੁਸ਼ ਹੁੰਦੇ ਆ, ਤਾਂ ਸਮਾਜ ਜਿਹੜਾ ਆ ਉਹ ਗਲਤ ਪਾਸੇ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਇਹਨਾਂ ਗਾਣਿਆਂ ਦਾ ਤੇ ਗਾਇਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜੱਟ ਜਿਹੜਾ ਸੀਗਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ, ਉਹ ਸੀਗਾ ਜਿਹੜਾ ਖੇਤੀ ਕਰਦਾ ਸੀ। ਉਹ ਭਾਵੇਂ ਮੁਸਲਮਾਨ ਸੀ, ਭਾਵੇਂ ਹਿੰਦੂ ਸੀ, ਭਾਵੇਂ ਸਿੱਖ ਸੀਗਾ। ਹੁਣ ਸਾਡਾ ਜੱਟ ਉਹ ਬਣ ਗਿਆ ਹੈਗਾ ਸਿਰਫ ਜਿਹੜਾ ਜੱਟ ਸਿੱਖ ਹੈ, ਉਹ ਦੂਜੇ ਬਾਕੀ ਕਿਸਾਨ ਖੇਤੀ ਵੀ ਕਰਦੇ ਤਾਂ ਉਹ ਜੱਟ ਨਹੀਂ ਹੈ। ਤੋ ਇਸ ਕਰਕੇ ਗਲਤ ਪਾਸੇ ਵੱਲੋਂ ਇੱਕ ਸਮਾਜ ਚਲਾ ਗਿਆ। ਲੇਕਿਨ ਜੱਟਵਾਦ ਜਿਹੜਾ ਹੈਗਾ, ਇਹਨਾਂ ਨੂੰ ਆਪਣਾ, ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਇਹ ਜ਼ਿੰਮੇਵਾਰੀ ਜੱਟ ਭਰਾਵਾਂ ਤੇ ਹੈ ਕਿ ਉਹ ਇਸ ਚੀਜ਼ ਨੂੰ ਸਮਝਣ ਵੀ ਔਰ ਇਸ ਚੀਜ਼ ਨੂੰ ਲੋਕਾਂ ਦੇ ਮਨਾਂ ਚੋਂ ਕੱਢਣ। ਕਿਉਂਕਿ ਸਭ ਤੋਂ ਵੱਧ ਨੁਕਸਾਨ ਜੱਟਵਾਦ ਦਾ ਜੱਟਾਂ ਦਾ ਕੀਤਾ, ਉਹਨੇ ਕਿਸੇ ਹੋਰ ਦਾ ਨਹੀਂ ਕੀਤਾ। ਉਹਨਾਂ ਨੂੰ ਇਹਨਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇੰਡਸਟਰੀ ਵੱਲ, ਬਿਜ਼ਨਸ ਵੱਲ, ਖੇਤੀ ਵੱਲ ਨਹੀਂ, ਖੇਤੀ ਤੋਂ ਉੱਤੋਂ ਜਿਹੜਾ ਜ਼ਿਮੀਂਦਾਰ ਭਰਾ ਵੀ ਹੈ ਉਹ ਕਦੇ ਆਪਣੇ ਬੱਚਿਆਂ ਨੂੰ ਤਰੱਕੀ ਵੱਲ ਨਹੀਂ ਲੈ ਕੇ ਜਾ ਸਕਦਾ। ਜਿਸ ਬੰਦੇ ਕੋਲ ਮੈਂ ਸਮਝਦਾ ਕਿ 20 ਏਕੜ ਤੋਂ ਘੱਟ ਜ਼ਮੀਨ ਹੈ, ਉਹ ਆਪਣਾ ਪਰਿਵਾਰ ਨੂੰ ਵੀ ਨਹੀਂ ਪਾਲ ਸਕਦਾ। ਤੇ ਜੇ ਅਸੀਂ ਤਰੱਕੀ ਕਰਨੀ ਹੈ, ਅਸੀਂ ਹੋਰ ਵੱਡੇ ਬੰਦੇ ਬਣਨਾ ਆ, ਤਾਂ ਫਿਰ ਸਾਨੂੰ ਆਪਣੀ ਜ਼ਮੀਨ 40-50 ਏਕੜ ਚਾਹੀਦੀ ਹੈ ਘੱਟੋ ਘੱਟ, ਜਿਹੜੀ ਕਿ ਹੁਣ ਸੰਭਵ ਨਹੀਂ ਹੈ ਇਹਨਾਂ ਦਿਨਾਂ ਦੇ ਵਿੱਚ। ਤੋ ਇਸ ਕਰਕੇ ਉਹਨਾਂ ਨੂੰ ਬਿਜ਼ਨਸ ਵੱਲ ਲੈ ਕੇ ਜਾਓ, ਪੜ੍ਹਾਈ ਵੱਲ ਲੈ ਕੇ ਜਾਓ, ਨੌਕਰੀਆਂ ਵੱਲ ਲੈ ਕੇ ਜਾਓ, ਆਪਣਾ ਕੰਮ ਕਰਨ, ਸ਼ਹਿਰਾਂ ਵੱਲ ਨੂੰ ਜਾਣ, ਹੋਰ ਬਹੁਤ ਸਾਰੇ ਵਸੀਲੇ ਪੈਦਾ ਕਰਨ। ਲੇਕਿਨ ਉਹ ਤਾਂ ਕਰਨਗੇ ਜੇ ਉਹਨਾਂ ਦੀ ਸੋਚ ਬਣੀਆਂ ਸੋਚ ਹੋ ਜਾਏਗੀ।
ਕਿ ਪੈਸੇ ਨਾਲ ਪੈਸਾ ਕਮਾਉਣਾ ਹੈ, ਨਾ ਕਿ ਦਾਰੂ ਦੇ ਉੱਤੇ ਖਰਚ ਕਰਨਾ ਹੈ, ਨਾ ਕਿ ਅਸੀਂ ਗਾਣਿਆਂ ਤੇ ਖਰਚ ਕਰਨਾ, ਨਾ ਕਿ ਫਾਲਤੂ ਕੰਮਾਂ ਤੇ ਖਰਚ ਕਰਨਾ ਹੈ। ਸੋ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਹੈਗੀਆਂ। ਮੈਂ ਤੁਹਾਨੂੰ ਇੰਨੀ ਬੇਨਤੀ ਕਰਾਂਗਾ ਕਿ ਆਪ ਵੀ ਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਲੈ ਕੇ ਆਓ ਤਾਂ ਕਿ ਉੱਥੇ ਇੱਕ ਵੱਡਾ ਇਕੱਠ ਵੀ ਹੋਵੇ ਜਿਹਦੇ ਵਿੱਚ ਸਾਡਾ ਨਿੱਜੀ ਕੋਈ ਸਵਾਰਥ ਨਹੀਂ ਹੈ। ਅਸੀਂ ਆਪਣਾ ਕਿਸਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਾ ਹੀ ਸਮਾਜ ਤੁਹਾਡੇ ਨਾਲ ਹੈ, ਨੰਬਰ 1। ਨੰਬਰ 2, ਅਸੀਂ ਕੇਂਦਰ ਸਰਕਾਰ ਨੂੰ ਤੇ ਮਨੂਵਾਦੀ ਸੋਚ ਨੂੰ ਵਿਗਾੜਨਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੀ ਜਿਹੜੀ ਹੈਗੀ ਆ ਤੁਹਾਡੀ ਇਹ ਵੰਡ ਪਾਓ ਨੀਤੀਆਂ ਦੇ ਉੱਤੇ ਤੁਹਾਡਾ ਸਮਾਜ ਜਿਹੜਾ ਚੱਲਣ ਵਾਲਾ ਨਹੀਂ ਹੈ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਵੱਲ ਵੇਲੇ ਵੀ ਲੀਡ ਲਈ ਸੀ, ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੀਗੀਆਂ। ਅੱਜ ਜੇ ਮੋਰਚਾ ਉੱਥੇ ਕਾਮਯਾਬ ਹੋ ਰਿਹਾ ਤਾਂ ਇਹ ਵੀ ਪੰਜਾਬੀਆਂ ਦੀ ਲੀਡ ਕਰਕੇ ਹੈ। ਲੇਕਿਨ ਪੰਜਾਬੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਕੱਲਾ ਜੱਟ ਸਿੱਖ ਨਹੀਂ ਹੈ, ਪੂਰਾ ਪੰਜਾਬੀ ਸਮੁਦਾਇ ਹੈ, ਪੂਰਾ ਪੰਜਾਬੀ ਸਮਾਜ ਹੈ। तो ਆਪਾਂ ਉਹਨਾਂ ਦਾ ਸਾਥ ਦੇਣਾ ਹੈ ਇਸ ਕਰਕੇ ਕਿਉਂਕਿ ਦੇਸ਼ ਦਾ ਭਲਾ, ਦੇਸ਼ ਦਾ ਹਿੱਤ ਕਿਸਾਨਾਂ ਦੀ ਕਾਮਯਾਬੀ ਹੈ। ਸੋ ਬਹੁਤ ਬਹੁਤ ਧੰਨਵਾਦ।